ਉਸ ਦੇ ਹੱਥਾਂ 'ਚ ਕੁਦਰਤ ਨੇ ਆਪਣੇ ਨਕਸ਼ ਬਣਾਏ ਤੇ ਉਹਨੇ ਕੁਦਰਤ ਨੂੰ ਕਾਗਜ਼ 'ਤੇ ਉਤਾਰ ਦਿੱਤਾ। ਉਸ 'ਤੇ ਆਈ ਬਹਾਰ 'ਚ ਫੁੱਲ ਖਿੜੇ ਤੇ ਉਸ ਦੇ ਨਸੀਬਾਂ ਨੇ ਉਹਨਾਂ ਦਾ ਰੰਗ ਕਾਲਾ ਕਰ ਦਿੱਤਾ। ਇੱਕ ਛੋਹ ਨੇ ਉਸ ਦੀ ਹਰ ਸ਼ੈ ਨੂੰ ਇਤਿਹਾਸ ਬਣਾ ਦਿੱਤਾ ਤੇ ਉਸ ਨੇ ਉਹ ਛੋਹ ਆਪਣੇ ਮੱਥੇ 'ਚ ਖੋਣ ਲਈ। ਹੁਣ ਉਹ ਮੱਥਾ ਨਹੀਂ ਟੇਕਦਾ ਕਿ ਕਿਤੇ ਉਸ ਦੀ ਉਹ ਛੋਹ ਤਿਲਕ ਨਾ ਜਾਏ। ਉਸ ਨੇ ਕਵਿਤਾ ਨੂੰ ਕੈਨਵਸ 'ਤੇ ਉਤਾਰਿਆ ਤੇ ਖੁਦ ਨੂੰ ਕਾਲੀ ਚਾਦਰ 'ਚ ਲਪੇਟ ਲਿਆ। ਆਪਣੀ ਇਕੱਲਤਾ ਦਾ ਨਾਮ ਉਸ ਨੇ ਮੁਹੱਬਤ ਰੱਖ ਲਿਆ ਹੈ ਤੇ ਕਾਲੇ ਰੰਗ ਨੂੰ ਉਹ ਹੁਣ ਗੁਲਾਬ ਕਹਿਣ ਲੱਗ ਪਿਆ ਹੈ। ਮੈਂ ਗੱਲ ਬੀਬਾ ਬਲਵੰਤ ਦੀ ਕਰ ਰਿਹਾ ਹਾਂ। ਅੱਜ ਕੱਲ੍ਹ ਆਪਣੀਆਂ ਗਿੱਲ ਕਿਤਾਬਾਂ ਜਿਹੜੀਆਂ ਨੇ ਨਾ ਪਿਛਲੀਆਂ 1980 ਤੋਂ ਲੈ ਕੇ ਹੁਣ ਮਤਲਬ 2020 ਤੱਕ ਇਹ ਤਕਰੀਬਨ 7 ਕਿਤਾਬਾਂ ਬਣਦੀਆਂ ਨੇ। ਉਹ ਸਾਰੀਆਂ ਇੱਕ ਜਿਲਦ ਦੇ ਵਿੱਚ ਉਹ ਰਵੀ ਸਾਹਿਤ ਪ੍ਰਕਾਸ਼ਨ ਵਾਲੇ ਛਾਪ ਰਹੇ ਨੇ। ਉਹਦਾ ਟਾਈਟਲ ਹੈਗਾ ਆਨੰਦ ਭਇਆ। ਕਿਉਂਕਿ ਆਨੰਦ ਭਇਆ ਤੇ ਉਹਦੇ ਵਿੱਚ ਮੇਰਾ ਸਾਰਾ ਕੰਮ 1975 ਤੋਂ ਲੈ ਕੇ ਸਮਝ ਲਓ ਮਤਲਬ 2020 ਤੱਕ ਦਾ ਸਾਰਾ ਕੰਮ ਕੰਪਾਈਲ ਹੋ ਗਿਆ। ਕਿੰਨੀਆਂ ਕਿਤਾਬਾਂ? 7 ਕਿਤਾਬਾਂ। 7 ਕਿੰਨੇ ਕੁ ਸਫ਼ੇ ਦੀ ਇਹ ਕਿਤਾਬ ਬਣੂਗੀ? ਤੇ ਇਹ ਟੋਟਲ ਲਗਭਗ 500 ਤੇ 44 ਕੁ ਪੇਜ ਬਣੇ ਨੇ। ਅੱਛਾ ਹਾਂ। ਚਲੋ ਇੱਕ ਥਾਂ ਤੇ ਸਾਰੀ ਸਮੁੱਚੀ ਕਵਿਤਾ ਆ ਗਈ। ਹਾਂ, ਇਹ ਵੀ ਇੱਕ ਪਾਠਕ ਲਈ ਵੀ ਬਹੁਤ ਜ਼ਰੂਰੀ ਹੋ ਜਾਂਦਾ। ਕਈਆਂ ਕੋਲ ਪਿਛਲੀ ਕਿਤਾਬ ਦੀ ਕੋਈ ਮੇਰੇ ਕੋਲ ਫੁੱਲਾਂ ਦੇ ਰੰਗ ਕਾਲੇ ਮੰਗਦਾ, ਕਦੀ ਕੋਈ ਲੱਭਦਾ, ਇਸ ਕਰਕੇ ਕੋਈ ਲੱਭਦੀਆਂ ਵੀ ਨਹੀਂ। ਇਸ ਕਰਕੇ ਇੱਕ ਜਿਲਦ 'ਚ ਸਾਰਾ ਕੁਝ ਆ ਜਾਏ ਤੇ ਸਮੁੱਚੀ ਕਵਿਤਾ ਦਾ ਸਮੁੱਚਾ ਪ੍ਰਭਾਵ ਪੈਂਦਾ ਤੇ ਪੜ੍ਹਨ ਵਾਲੇ 'ਤੇ ਵੀ। ਕਿਉਂਕਿ ਜਿਹੜੇ ਨਾ ਯੂਨੀਵਰਸਿਟੀਆਂ ਵਾਲਿਆਂ ਨੇ ਵੀ ਕਿਹਾ ਵੀ ਜਿਹੜੇ ਰਾਈਟਰ ਦੀਆਂ 5 ਜਾਂ ਇਸ ਤੋਂ ਵੱਧ ਕਿਤਾਬਾਂ ਹੋ ਜਾਣ ਉਹ ਸਾਨੂੰ ਇੱਕੋ ਹੀ ਕਿਤਾਬ ਛਾਪ ਕੇ ਦੇ ਦਿਓ ਤਾਂ ਕਿ ਜੇ ਕਿਸੇ ਨੇ ਰਿਸਰਚ ਕਰਨੀ ਹੋਵੇ ਉਹਨੂੰ ਤਾਂ ਸਾਰਾ ਹੀ ਕੰਮ ਇਕੱਠਾ ਇੱਕ ਜਗ੍ਹਾ 'ਤੇ ਮਿਲ ਜੇ, ਬਜਾਏ ਕਿ ਆਪਾਂ ਅਲੱਗ-ਅਲੱਗ ਕਿਤਾਬਾਂ ਲੱਭਦੇ ਫਿਰੀਏ। ਹਾਂ, ਜਿੱਦਾਂ ਕਿ MPhil ਕਰਨੀ ਹੋਵੇ, PhD ਕਰਨੀ ਹੋਵੇ, ਉਹਨੂੰ ਇੱਕ ਥਾਂ ਤੋਂ ਮਿਲ ਜੂਗਾ ਸਾਰਾ ਕੁਝ। ਮਟੀਰੀਅਲ ਛਪਾਇਆ ਉਹਨੂੰ ਬਹੁਤਾ ਤਰੱਦਦ ਵੀ ਨਹੀਂ ਕਰਨਾ ਪਊਗਾ। ਕਦੀ ਪਹਿਲੀ ਕਿਤਾਬ ਲੱਭ, ਫਿਰ ਦੂਜੀ ਲੱਭ, ਫਿਰ 1980 'ਚ ਜਿਹੜੀ ਪਹਿਲੀ ਛਪੀ ਉਹ ਲੱਭਦਾ ਫਿਰੇ। ਇਹਦੇ ਨਾਲ ਵੀ ਚਲੋ। ਤੇ ਹੋਰ ਅੱਜ ਕੱਲ੍ਹ ਫਿਰ ਹੋਰ ਸਰਗਰਮੀਆਂ ਕੀ ਹੈ? ਸਾਹਿਤਕ ਸਰਗਰਮੀਆਂ ਸਾਹਿਤਕ ਤਾਂ ਹੁਣ ਤੁਹਾਨੂੰ ਪਤਾ ਹੀ ਬੰਦ ਆ ਜੀ ਕੱਲ੍ਹ। ਆ ਜਿਹੜਾ ਕਰੋਨਾ ਕਰਕੇ ਤੇ ਆ ਕਈ ਵਾਰੀ ਕੁਝ ਔਨਲਾਈਨ ਚੀਜ਼ਾਂ ਉਹ ਕਰਦੇ ਵੀ ਔਨਲਾਈਨ ਆਓ। ਉਹ ਮੈਨੂੰ ਤਾਂ ਔਨਲਾਈਨ ਆਉਣਾ ਬਹੁਤ ਭੈੜਾ ਲੱਗਦਾ। ਐਵੇਂ ਬੰਦਾ ਬੱਝ ਜਾਂਦਾ ਹੈ ਨਾ, ਉਹਦੇ ਵੱਲ ਦੇਖਦੇ ਰਹੋ ਸਕਰੀਨ ਦੇ ਉੱਤੇ। ਤੇ ਉਹ ਜਿਹੜੀਆਂ ਖੁੱਲ੍ਹੀਆਂ ਗੱਲਾਂ ਨੇ ਨਾ ਸਾਡੀਆਂ, ਜਿਵੇਂ ਅੱਗੇ ਹੁੰਦਾ ਸੀ ਓਪਨ ਦੇ ਵਿੱਚ ਗੱਲਾਂ ਹੋਣੀਆਂ, ਉਹ ਹੋਰ ਚੀਜ਼ ਆ। ਚਲੋ ਖੈਰ ਹੁਣ ਸਮੇਂ ਦੇ ਨਾਲ ਹੀ ਆ ਸਾਰਾ ਕੁਝ ਤੇ ਇਹ ਵੀ ਵਕਤ ਨਿਕਲੇਗਾ ਹੀ ਇੱਕ ਦਿਨ। ਆਹੋ, ਚਲੋ ਤੁਹਾਡਾ ਸਾਹਿਤਕ ਸਫ਼ਰ ਤੇ ਇੰਨਾ 5 ਦਹਾਕਿਆਂ ਤੋਂ ਵੀ ਲੰਮਾ ਮੈਂ ਸਮਝਦਾ। ਜਦੋਂ ਦੇ ਅਸੀਂ ਇੱਕ ਦੂਜੇ ਨਾਲ ਜੁੜੇ ਵੀ ਹਾਂ ਸਾਹਿਤਕ ਤੌਰ 'ਤੇ। ਬਿਲਕੁਲ। ਆਪਾਂ ਉਸ ਤੋਂ ਲੈ ਕੇ ਤੁਸੀਂ ਸ਼ੁਰੂ ਤੋਂ ਲੈ ਕੇ ਸਾਨੂੰ ਆਪਣਾ ਥੋੜ੍ਹਾ ਬਹੁਤਾ ਸ਼ੁਰੂ ਤੋਂ ਆਪਣਾ ਜਿਹੜਾ ਹੈਗੇ ਸੀ ਰੁਝਾਨ, ਸਾਹਿਤਕ ਰੁਝਾਨ ਜਾਂ ਸਾਹਿਤ ਬਾਰੇ ਜਾਂ ਆਪਣਾ ਜੋ ਤੁਸੀਂ ਉਦੋਂ ਰਚਨਾ ਸ਼ੁਰੂ ਕੀਤੀਆਂ ਉਹਨਾਂ ਬਾਰੇ ਸਾਨੂੰ ਥੋੜ੍ਹਾ ਜਿਹਾ ਡਿਟੇਲ ਨਾਲ ਸਾਨੂੰ ਦੱਸੋ। ਆਪਾਂ ਮਿਲੇ ਸੀ ਸਭ ਤੋਂ ਪਹਿਲਾਂ 1970 ਦੇ ਵਿੱਚ। ਮੋਸਟ ਪ੍ਰੋਬਬਲੀ ਉਹ ਜਿਹੜਾ ਜਿਹਨੇ ਕਸੁੰਬੜਾ ਮੈਗਜ਼ੀਨ ਕੱਢਿਆ ਸੀ ਨਾ, ਮਨਜਿੰਦਰ ਹੰਸਪਾਲ ਨੇ। ਤੇ ਆਪਾਂ ਦਫ਼ਤਰ ਮੇਰੇ ਆਏ ਸੀ, ਤੁਸੀਂ ਦੋਨੋਂ ਜਾਣੇ ਉੱਥੇ ਮਿਲੇ ਸੀ। ਉਦੋਂ ਤੇਰੀ ਕਿਤਾਬ ਛਪੀ ਸੀ ਆਖਰੀ ਚੂੜੀਆਂ। ਤੇ ਉਸ ਤੋਂ ਪਹਿਲਾਂ ਆਪਾਂ ਨਾਗਮਣੀ ਦੇ ਵਿੱਚ ਛਪਦੇ ਰਹੇ ਸਾਰੇ। ਖਾਲਦ ਹੁਸੈਨ, ਕਿਰਪਾਲ ਕਜ਼ਾਕ, ਪ੍ਰੇਮ ਗੋਰਖੀ, KL ਗਰਗ, ਜਸਬੀਰ ਭੁੱਲਰ ਤੇ ਤੇਰੀਆਂ ਕਹਾਣੀਆਂ। ਤੇ ਉਦੋਂ ਮੈਂ ਥੋੜ੍ਹੀਆਂ ਬਹੁਤੀਆਂ ਕਹਾਣੀਆਂ ਵੀ ਲਿਖੀਆਂ ਸੀ। ਨੇਲ ਪਾਲਿਸ਼ ਬੜੀ ਛੋਟੀਆਂ ਕਹਾਣੀਆਂ ਸੀ। ਇੱਕ 1.5 ਸਫ਼ੇ 'ਚ ਅੰਮ੍ਰਿਤਾ ਨੇ ਉਹਨਾਂ ਨੂੰ ਚੰਗੀ ਜਗ੍ਹਾ ਦੇ ਉੱਤੇ ਛਾਪਿਆ। ਤੇ ਮੇਰੀ ਵਾਕਫੀਤ ਵੀ ਉਦੋਂ ਜਿਹੜੀ ਹੈ ਸਾਹਿਤਕ ਦੇ ਵਿੱਚ ਉਹਨਾਂ ਦੇ ਥਰੂ ਹੀ ਹੋਈ। ਕਵਿਤਾ ਤਾਂ ਮੈਂ ਫਿਰ ਲੇਟ ਸ਼ੁਰੂ ਕੀਤੀ ਲਿਖਣੀ 74-5 ਦੇ ਵਿੱਚ। ਮੇਰੇ ਖਿਆਲ ਕਵਿਤਾ ਦੀ ਪਹਿਲੀ ਕਿਤਾਬ 80 'ਚ ਛਪੀ। ਬਿਲਕੁਲ। ਇਸ ਕਰਕੇ 5-4 ਸਾਲ ਫਿਰ ਕਵਿਤਾ ਦੇ ਲਿਖਣਾ ਤਾਂ ਸ਼ੁਰੂ ਕਰਤਾ ਸੀ 74-75 ਦੇ ਵਿੱਚ ਹੀ। ਲੇਕਿਨ ਉਹ ਫਿਰ 4-5 ਸਾਲ ਤਾਂ ਲੱਗ ਜਾਂਦੇ ਨੇ। ਤੇ 5 ਸਾਲ ਬਾਅਦ ਉਸ ਤੋਂ ਬਾਅਦ ਪਹਿਲੀ ਕਿਤਾਬ ਆਪਣੇ 1980 ਦੇ ਵਿੱਚ ਆਈ ਸੀ। ਨਾਗਮਣੀ ਦਾ ਹੋਰ
ਨਾਗਮਣੀ ਦੇ ਵਿੱਚ ਫਿਰ ਮੇਰੀਆਂ ਕਵਿਤਾਵਾਂ ਕਾਫੀ ਛਪੀਆਂ। ਅੱਛਾ। ਫਿਰ ਮੇਰੇ ਬਾਰੇ ਚਿੱਤਰ ਆਪਣੇ ਕੀ ਕਹਿੰਦੇ ਹੁੰਦੇ ਨੇ, ਸ਼ਬਦ ਚਿੱਤਰ ਇੱਕ ਪਰਮਿੰਦਰਜੀਤ ਨੇ ਲਿਖਿਆ ਸੀਗਾ, ਡਿੱਗਦਾ ਢਹਿੰਦਾ ਤਾਜ ਮਹਿਲ। ਜਸਵੀਰ ਭੁੱਲਰ ਨੇ ਵੀ ਲਿਖਿਆ। ਜਸਵੀਰ ਭੁੱਲਰ ਨੇ ਤਾਂ ਬਹੁਤ ਲੰਮਾ, ਉਹ ਤਾਂ ਅਮਰਤਾ ਪ੍ਰੀਤਮ ਨੇ ਸਪੈਸ਼ਲ ਲਿਖਵਾਇਆ ਵੀ ਉਸ ਬੰਦੇ ਬਾਰੇ ਡਿਟੇਲ ਦੇ ਵਿੱਚ ਮੈਨੂੰ ਲਿਖ ਕੇ ਭੇਜ। ਕੀ ਉਹਨਾਂ ਬੀਬਾ, ਉਹਦਾ ਨਾਂ ਬੀਬਾ ਕਬੂਤਰ। ਬੀਬਾ ਕਬੂਤਰ। ਫਿਰ ਜਸਵੀਰ ਭੁੱਲਰ 2-3 ਦਿਨ ਮੇਰੇ ਕੋਲ ਰਹਿ ਕੇ ਸਾਰੀ ਗੱਲਬਾਤ ਕੀਤੀ ਔਰ ਉਹਦੇ ਵਿੱਚ ਉਹ ਨਾਗਮਣੀ ਦੇ ਵਿੱਚ ਛਪਿਆ। ਬਾਅਦ ਦੇ ਵਿੱਚ ਉਹ ਜਸਵੀਰ ਭੁੱਲਰ ਦੀ ਇੱਕ ਵੱਖਰੀ ਕਿਤਾਬ ਵੀ ਛਪੀ ਸੀ ਸ਼ਬਦ ਚਿੱਤਰਾਂ ਦੀ, ਉਹਦਾ ਨਾਂ ਹੀ ਉਹਨੇ ਬੀਬਾ ਕਬੂਤਰ ਰੱਖਿਆ ਸੀ। ਉਹਦੇ ਵਿੱਚ ਵੀ ਛਪੀ। ਹਾਂ। ਅੱਛਾ, ਇਸ ਤਰ੍ਹਾਂ ਹੀ ਫਿਰ ਨਾਗਮਣੀ 'ਚ ਕਾਫੀ ਨਜ਼ਮਾਂ ਵੀ ਆਪਣੀਆਂ ਛਪੀਆਂ। ਫਿਰ ਡਾਕਟਰ ਰਵਿੰਦਰ ਨੇ ਇੱਕ ਵਾਰੀ ਮੇਰੇ ਤੇ ਮਤਲਬ ਕਾਵ ਚਿੱਤਰ ਸਮਝ ਲਓ, ਹਾਂ, ਕਬਰ ਤੇ ਹੋ ਗਿਆ ਕਾਲਾ ਗੁਲਾਬ, ਉਹ ਵੀ ਕਾਫੀ ਪਪੂਲਰ ਹੋਇਆ। ਸੋ ਕੰਮ ਹੈਗਾ, ਕੰਮ ਕਰੀ ਗਏ। ਜੇ ਕੰਮ ਦੇ ਵਿੱਚ ਕਿਸੇ ਨੂੰ ਕੋਈ ਚੰਗੀ ਕੁਆਲਿਟੀ ਲੱਭੀ, ਮਿਆਰੀ ਕੰਮ ਲੱਗਿਆ, ਚਲੋ ਬਾਇਜ਼ਤ ਲੋਕ ਯਾਦ ਕਰਦੇ ਨੇ। ਹਾਂ ਹਾਂ। ਤੇ ਇਹ ਅਰਸੇ 80 ਤੋਂ ਲੈ ਕੇ ਜਿਹੜੇ ਹੋਰ ਤੁਹਾਡੇ ਗਤੀਵਿਧੀਆਂ ਜਿੰਨੀਆਂ ਸਾਹਿਤਕ ਵੀ ਜ਼ਿਆਦਾ ਤੌਰ 'ਤੇ ਇਹਨਾਂ ਦਾ ਜਿਹੜਾ ਐਕਚੁਅਲੀ ਤੁਹਾਡੇ ਫਿਰ ਹੋਰ ਜਿੱਦਾਂ ਚਿੱਤਰ ਕਲਾ 'ਚ ਵੀ ਤੁਹਾਡਾ, ਫੋਟੋਗ੍ਰਾਫੀ 'ਚ ਵੀ, ਸਾਰੇ ਖੇਤਰਾਂ 'ਚ ਥੋੜ੍ਹਾ ਥੋੜ੍ਹਾ ਤੁਹਾਨੂੰ ਮੈਂ ਦੱਸਦਾ। ਉਹ ਤਾਂ ਦੇਖੋ ਜਿਹੜੀ ਇਹ ਸਾਰੇ ਨਾ ਜਿਹੜੇ ਸਾਡੇ, ਕਿਉਂਕਿ ਮੇਰਾ ਜਿਹੜਾ ਜਨਮ ਹੈਗਾ ਉਹ ਜਗਰਾਓਂ ਦੇ ਵਿੱਚ ਰਾਮਗੜੀਆ ਫੈਮਿਲੀ 'ਚ ਹੋਇਆ, ਅਤੇ ਸਾਨੂੰ ਤਾਂ ਟੈਕਨੀਕਲ ਚੀਜ਼ਾਂ ਉੱਥੋਂ ਬਚਪਨ ਤੋਂ ਹੀ ਮਿਲ ਜਾਂਦੀਆਂ ਘਰਾਂ 'ਚੋਂ। ਹਾਂ। ਅਤੇ ਡਰਾਇੰਗ ਮੇਰੇ ਕੋਲ ਸ਼ੁਰੂ ਤੋਂ ਹੀ ਬਹੁਤ ਅੱਛਾ ਮੇਰਾ ਹੱਥ ਸੀ ਡਰਾਇੰਗ ਦੇ ਵਿੱਚ। ਔਰ 7ਵੀਂ 8ਵੀਂ ਦੇ ਵਿੱਚ ਸਾਨੂੰ ਇੱਕ ਗਿਆਨੀ ਟੀਚਰ ਪੜ੍ਹਾਉਂਦੇ ਹੁੰਦੇ ਸੀ ਜਗਰਾਓਂ ਦੇ, ਮਾਸਟਰ ਮਦਨ ਮੋਹਨ। ਉਹਨਾਂ ਨੇ ਇੱਕ ਦਿਨ ਸਾਨੂੰ ਉਹ ਜਿਹੜੇ ਬਲੈਕ ਬੋਰਡ ਹੁੰਦੇ ਸਕੂਲਾਂ 'ਚ, ਉਹਦੇ ਉੱਤੇ 2 ਲਾਈਨਾਂ ਲਿਖਿਆ, ਮਿਸਰਾ ਇੱਕ ਲਿਖਿਆ, ਸਮਝ ਲਓ 2 ਮਿਸਰੇ, ਵੀ ਇਹ ਕਵਿਤਾ ਇੱਦਾਂ ਬਣਦੀ ਹੈ। ਉਦੋਂ ਮਤਲਬ ਲਾਵਾਂ, ਔਂਕੜ, ਦਲੰਕੜ ਜਾਂ ਸਿਹਾਰੀਆਂ ਬਿਹਾਰੀਆਂ ਗਿਣਦੇ ਹੁੰਦੇ ਸੀ ਨਾ। ਅੱਛਾ, ਉਹ ਮੈਂ ਗੱਲ ਨੂੰ ਸਮਝ ਗਿਆ ਅਤੇ ਦੂਸਰੇ ਦਿਨ ਮੈਂ ਇੱਕ ਕਵਿਤਾ ਲਿਖ ਕੇ ਲੈ ਗਿਆ, ਅਤੇ ਉਹ ਬੜਾ, ਮਾਸਟਰ ਜੀ ਬੜੇ ਖੁਸ਼ ਹੋਏ। ਕਹਿੰਦੇ ਹੱਦ ਹੋ ਗਈ ਬਾਈ, ਤੂੰ ਲਿਖੀ। ਹਾਂ। ਅਤੇ ਇਸ ਤਰ੍ਹਾਂ ਹੀ ਫਿਰ ਉਹ 8ਵੀਂ 9ਵੀਂ 10ਵੀਂ ਦੇ ਵਿੱਚ 9ਵੀਂ ਦੇ ਵਿੱਚ ਸੀ ਜਦੋਂ 1962 ਦੇ ਵਿੱਚ ਨਾ ਸਾਡੀ ਚੀਨ ਦੇ ਨਾਲ ਲੜਾਈ ਲੱਗੀ। 62 ਦੇ ਵਿੱਚ। ਉਦੋਂ ਫਿਰ ਲੁਧਿਆਣੇ ਇੱਕ ਸਟੇਟ ਲੈਵਲ ਦਾ ਕੰਪੀਟੀਸ਼ਨ ਹੋਇਆ ਕਵਿਤਾ ਉਚਾਰਨ ਦਾ। ਅੱਛਾ, ਕਵਿਤਾ ਉਚਾਰਨ ਦਾ। ਉਸ ਵਕਤ ਪੰਜਾਬ, ਹਰਿਆਣਾ, ਹਿਮਾਚਲ ਇਕੱਠੇ ਸੀ। ਬੜੀ ਦੂਰੋਂ ਸਟੂਡੈਂਟ ਆਏ, ਤਕਰੀਬਨ 30-40 ਹੋਣਗੇ। ਅੱਛਾ, ਕਿਉਂਕਿ ਬਚਪਨ ਤੋਂ ਮੈਨੂੰ ਜਿਹੜੇ ਸੀ ਨਾ ਪੁਰਾਣੇ ਬਜ਼ੁਰਗ ਜਿਹੜੇ ਕਵੀ ਆਪਣੇ, ਇਹਨਾਂ ਨੂੰ ਸੁਣਨ ਦਾ ਬੜਾ ਸ਼ੌਕ ਸੀ। ਅੱਛਾ। ਇਹਨਾਂ ਦੀ ਮੈਂ ਰਾਤ ਨੂੰ ਜਦੋਂ ਇਹਨਾਂ ਨੇ ਕਵੀ ਦਰਬਾਰ ਸਟੇਜਾਂ 'ਤੇ ਇਹਨਾਂ ਨੇ ਕਵਿਤਾਵਾਂ ਪੜ੍ਹਨੀਆਂ, ਅਤੇ ਉਦੋਂ ਵੀ ਮੈਨੂੰ ਬੜਾ ਇੱਕ ਇੰਸਪੀਰੇਸ਼ਨ ਮਿਲਣੀ ਉਹਨਾਂ ਤੋਂ ਵੀ ਯਾਰ ਅਸੀਂ ਵੀ ਕੋਈ ਜ਼ਿੰਦਗੀ 'ਚ ਕਦੀ ਕਰਾਂਗੇ ਇੱਦਾਂ। ਸੋ ਉਦੋਂ ਉਹ ਡਰੈਸ ਵੀ ਉਹਨਾਂ ਦੇ ਸਿੰਪਲ ਹੁੰਦੇ ਸੀ, ਕੁਰਤੇ ਪਜਾਮੇ, ਉੱਤੇ ਜੈਕਟ ਪਾਈ ਹੋਣੀ, ਹੈ ਨਾ, ਸਿੰਪਲ ਜੀਆਂ ਪਗੜੀਆਂ ਬੰਨੀਆਂ। ਲੇਕਿਨ ਕਵਿਤਾ ਉਦੋਂ ਜਦੋਂ ਜਿਹੜੇ ਕਵੀ ਪੈਂਟ ਕਮੀਜ਼ ਵਾਲੇ, ਉਹ ਮੈਂ ਦੂਰੋਂ ਹੀ ਕਹਿੰਦਾ ਸੀ ਵੀ ਇਹਨੇ ਉੱਡ ਜਾਣਾ, ਇਹਦੀ ਕਵਿਤਾ ਹੀ ਨਹੀਂ ਹੋਣੀ ਚੱਜ ਦੀ। ਮੈਨੂੰ ਉਹ ਕੁਰਤੇ ਪਜਾਮੇ ਵਾਲੇ ਵਧੀਆ ਲੱਗਦੇ ਸੀ ਬੰਦੇ, ਔਰ ਹੁੰਦੇ ਵੀ ਵਧੀਆ ਸੀ। ਇਸ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਨੂੰ ਮੈਂ ਪਹਿਲੀ ਵਾਰ 1961 ਦੇ ਵਿੱਚ, ਮੇਰੇ ਜਿਹੜਾ ਸਕੂਲ ਜਗਰਾਓਂ ਦਾ ਸੀ ਨਾ, RK ਹਾਈ ਸਕੂਲ, ਉਹ ਬੜਾ ਮਿਆਰੀ ਸਕੂਲ ਸੀ। ਉਹ ਕਵੀ ਦਰਬਾਰ ਕਰਾਉਂਦੇ ਹੁੰਦੇ ਸੀਗੇ। ਕਮਾਲ। ਹਾਂ। ਅਤੇ ਕਵੀ ਦਰਬਾਰ ਦੇ ਵਿੱਚ ਉਸ ਵਕਤ ਉਹਨਾਂ ਦਿਨਾਂ 'ਚ ਜਗਰਾਓਂ ਦੇ ਨੇੜੇ ਤੇੜੇ ਇੱਕ ਹੰਸਰਾਜ ਗਹੌਰ ਪਿੰਡ ਹੈ, ਉੱਥੋਂ ਦਾ ਬੜਾ ਕਮਾਲ ਦਾ ਕਵੀ ਸੀ। ਉਹ ਵੀ ਵਿਅੰਗ ਲਿਖਦਾ ਸੀ। ਉੱਥੇ ਉਹ ਸ਼ਿਵ ਕੁਮਾਰ ਬਟਾਲਵੀ ਵੀ ਆਇਆ। ਸ਼ਿਵ ਕੁਮਾਰ ਬਟਾਲਵੀ ਨੇ ਕੰਡਿਆਲੀ ਥੋਰ ਜਦੋਂ ਗਾ ਕੇ ਸੁਣਾਈ ਨਾ, ਅਤੇ ਵੀ ਮੈਂ ਤਾਂ ਬਹੁਤ ਪ੍ਰਭਾਵਿਤ ਹੋਇਆ। ਉਹ ਫਿਰ ਮੈਂ ਆਪਣੇ ਬ੍ਰਦਰ ਨੂੰ, ਮੇਰਾ ਵੱਡੇ ਬ੍ਰਦਰ ਏਅਰ ਫੋਰਸ ਸੀ ਉਦੋਂ, ਉਹਨਾਂ ਦਿਨਾਂ 'ਚ ਉਹਨਾਂ ਦੀ ਡਿਊਟੀ ਸੀਗੀ ਇੱਥੇ ਆਦਮਪੁਰ ਦੁਆਬਾ। ਉਹਨਾਂ ਨੂੰ ਕਿਹਾ ਵੀ ਮੈਨੂੰ ਇਹ ਸ਼ਿਵ ਕੁਮਾਰ ਦੀ ਕਿਤਾਬ ਪੀੜਾਂ ਦਾ ਪਰਾਗਾ ਦਿਓ, ਭੇਜੋ। ਪਹਿਲੀ ਕਿਤਾਬ ਉਹਨਾਂ ਨੇ ਮੈਨੂੰ ਭੇਜੀ, ਔਰ ਮੈਂ ਉਹ ਸਾਰੀ ਦੀ ਸਾਰੀ ਕਿਤਾਬ ਜ਼ਬਾਨੀ ਯਾਦ ਕਰੀ ਫਿਰਦਾ ਸੀ। ਅੱਛਾ। ਸ਼ਿਵ ਨੂੰ ਤਾਂ ਮੈਂ ਬਾਅਦ 'ਚ ਮਿਲਿਆ ਚੰਡੀਗੜ੍ਹ। ਸ਼ਿਵ ਨੂੰ ਮੈਂ ਮਿਲਿਆ ਚੰਡੀਗੜ੍ਹ ਜਦੋਂ ਮੈਂ ਆਰਟ ਕਾਲਜ 'ਚ ਦਾਖਲ ਹੋ ਗਿਆ ਨਾ 1963 ਦੇ ਵਿੱਚ।
ਖੈਰ ਜਦੋਂ ਮਤਲਬ ਮੇਰਾ ਡਰਾਇੰਗ ਸਬਜੈਕਟ ਬੜਾ, ਬਾਕੀ ਜਿਹੜੇ ਸਬਜੈਕਟ ਬੜੇ ਮੈਨੂੰ ਨਹੀਂ ਸੀ ਚੰਗੇ ਲੱਗਦੇ ਆ, ਜਿਹੜੇ ਹਿਸਾਬ ਦਾ, ਅਲਜਬਰਾ, ਸਾਇੰਸ, ਅੰਗਰੇਜ਼ੀ। ਤੇ ਮਤਲਬ ਤੂੰ ਹੈਰਾਨ ਹੋਏਗਾ ਕਿ ਮੈਂ ਮੈਟ੍ਰਿਕ ਦੇ ਵਿੱਚ ਮੇਰੇ 150 ਦੇ ਵਿੱਚੋਂ ਤੇ 135 ਨੰਬਰ ਸੀ ਡਰਾਇੰਗ ਦੇ। ਅੱਛਾ, ਜਿਹੜਾ ਕਿ ਜੋ ਹਾਂ ਉਦੋਂ ਯੂਨੀਵਰਸਿਟੀ ਪੇਪਰ ਲੈਂਦੀ ਹੁੰਦੀ ਸੀ। ਉਹ ਜਦੋਂ ਮੈਂ ਪੇਪਰ ਹੱਲ ਕਰ ਰਿਹਾ ਸੀ ਨਾ, ਜਿਹੜੇ ਉੱਥੋਂ ਦੇ ਐਗਜ਼ਾਮੀਨਰ ਆਏ ਟੀਚਰ, ਉਹ ਮੇਰੇ ਕੋਲ ਖੜੇ ਰਹਿਣ ਬਾਰ-ਬਾਰ ਆ ਕੇ, ਤੇ ਆਪੋ ਵਿੱਚ ਕਹਿੰਦੇ ਹੁਣ 150 ਦਾ ਨੰਬਰ ਹੀ ਬੜਾ ਥੋੜਾ, ਇਹਨੂੰ ਕਿੰਨੇ ਹੀ ਨੰਬਰ ਚਾਹੀਦੇ ਨੇ ਮੁੰਡਿਆਂ ਨੂੰ, 150 ਚੋਂ ਕੀ ਦੇਖਾ। ਤੇ ਉਹ ਗੱਲ ਸਹੀ ਸੀ, 135 ਨੰਬਰ ਸੀ। ਇਹ ਯੂਨੀਵਰਸਿਟੀ ਦਾ ਰਿਕਾਰਡ ਹੈ ਹਾਲੇ ਤੱਕ। ਉਸ ਜਦ ਤੱਕ ਮਤਲਬ ਕਿ ਯੂਨੀਵਰਸਿਟੀ ਪੇਪਰ ਲੈਂਦੀ ਰਹੀ ਹੈ, ਉਹਦਾ ਦਾ ਰਿਕਾਰਡ ਸੀ। ਹਾਂ ਬਿਲਕੁਲ। ਉਦੋਂ ਨਾਰੰਗ ਸਾਹਿਬ ਹੁੰਦੇ ਸੀਗੇ ਰਜਿਸਟਰਾਰ, ਉਹਨਾਂ ਦੀ ਉਹ ਸਾਈਨਾਂ ਦੇ ਨਾਲ ਸਰਟੀਫਿਕੇਟ ਮਿਲਿਆ। ਖੈਰ, ਤੇ ਜਿਹੜੇ ਮੇਰੇ ਡਰਾਇੰਗ ਮਾਸਟਰ ਸੀ ਉਹਨਾਂ ਨੇ ਵੀ ਮੈਨੂੰ ਹੌਸਲਾ ਬੜਾ ਦਿੱਤਾ। ਫਿਰ ਮੈਂ ਪੱਕਾ ਸੋਚਿਆ ਹੋਇਆ ਸੀ ਵੀ ਮੈਂ ਜ਼ਿੰਦਗੀ 'ਚ ਆਰਟਿਸਟ ਵੀ ਬਣਨਾ। ਉਹ ਫਿਰ ਉਹਨਾਂ ਨੇ ਮੈਨੂੰ ਕਾਲਜ ਲੱਭੇ ਕਿੱਥੇ ਨੇ। ਇੱਕ ਦਿੱਲੀ ਕਾਲਜ ਸੀ ਆਰਟ ਦਾ, ਇੱਕ ਬੰਬੇ ਸੀ ਜੇ ਸਕੂਲ ਆਫ ਆਰਟ। ਤੇ ਉਹਨਾਂ ਦਿਨਾਂ ਦੇ ਵਿੱਚ ਸ਼ਿਮਲੇ ਤੋਂ ਚੰਡੀਗੜ੍ਹ ਸ਼ਿਫਟ ਹੋ ਕੇ ਆ ਗਿਆ ਕਾਲਜ, ਗਵਰਨਮੈਂਟ ਕਾਲਜ ਆਫ ਆਰਟ। ਇੱਥੇ ਮੈਂ ਅਪਲਾਈ ਕੀਤਾ, 1963 'ਚ ਮੈਂ ਸਿਲੈਕਟ ਹੋ ਗਿਆ। ਅੱਛਾ, ਸਿਲੈਕਟ ਹੋ ਗਿਆ ਤੇ ਫਸਟ ਈਅਰ 63 'ਚ ਸ਼ੁਰੂ ਹੁੰਦੀ ਹੈ। 63, 64, 65 ਦੇ ਵਿੱਚ ਅਸੀਂ ਉੱਥੇ ਇੱਕ ਟੀਮ ਬਣਾਈ ਨਾਟਕਾਂ ਦੀ। ਉੱਥੇ ਆਪਣੇ ਜਿਹੜੇ ਕੁਝ ਸਟੂਡੈਂਟ ਜਿਹੜੇ ਨੇ, ਕੁੜੀਆਂ ਮੁੰਡੇ ਇਕੱਠੇ ਕੀਤੇ। ਪਹਿਲਾ ਨਾਟਕ ਕਪੂਰ ਸਿੰਘ ਘੁੰਮਣ ਦਾ ਰਿਹਰਸਲ ਪਲੇ ਉਹ ਖੇਡਿਆ। ਤੇ ਉਹ ਵੀ ਕਮਾਲ ਦੀ ਗੱਲ ਸੀ ਵੀ ਉਦੋਂ ਉਹ ਕਲੱਬ ਇੱਕ ਬਣਾਈ ਹੋਈ ਸੀ ਵਿਸ਼ਵਾਨਾਥ ਤਿਵਾੜੀ ਹੋਣਾ ਨੇ, ਉਹ ਇੰਡੀਅਨ ਆਰਟਸ ਰਿਵਾਈਵਲ ਗਰੁੱਪ। ਉਹਦੇ ਵਿੱਚੋਂ 3 ਦਿਨ ਦਾ ਕੰਪੀਟੀਸ਼ਨ ਸੀ, ਜਿਹਦੇ ਵਿੱਚ 12 ਨਾਟਕ ਖੇਡੇ ਗਏ। ਤੇ ਉਹ ਸਾਡਾ ਨਾਟਕ ਜਿਹੜਾ ਫਸਟ ਆ ਗਿਆ। ਕਮਾਲ। ਹਾਂ, ਤੇ ਮੈਨੂੰ ਬੈਸਟ ਐਕਟਰ ਦਾ ਅਵਾਰਡ ਮੈਨੂੰ ਮਿਲ ਗਿਆ। ਅੱਛਾ, ਤੇ ਬੈਸਟ ਐਕਟਰ ਕਿ ਡਾਇਰੈਕਟਰ ਦਾ? ਬੈਸਟ ਐਕਟਰ ਦਾ। ਐਕਟਰ ਦਾ। ਅੱਛਾ, ਉਸ ਤੋਂ ਬਾਅਦ ਕੀ ਹੋਇਆ ਵੀ ਉਹ ਖਬਰ ਜਦੋਂ ਅੰਗਰੇਜ਼ੀ ਟ੍ਰਿਬਿਊਨ 'ਚ ਲੱਗੀ ਤੇ ਕਪੂਰ ਸਿੰਘ ਘੁੰਮਣ ਹੋਣੀ ਪਟਿਆਲਿਓਂ ਸਪੈਸ਼ਲ ਦੌੜੇ ਆਏ ਸਾਨੂੰ ਮਿਲਣ ਵਾਸਤੇ, ਸਾਡੇ ਕਾਲਜ ਪਹੁੰਚ ਗਏ। ਤੇ ਉਹਨਾਂ ਦੇ ਵਿੱਚ ਬੜੇ ਅਸਿਸਟੈਂਟ ਡਾਇਰੈਕਟਰ ਸੀ ਉਹ ਲੱਗੇ, ਤੇ ਬੜੀ ਸਿੰਪਲ ਸਾਈਕਲ ਤੇ ਆ ਰਿਹਾ ਬੰਦਾ, ਪਾਸ਼ਾ ਭਾਗਦੇ। ਹਾਂ, ਸਾਈਕਲ ਤੇ। ਉਹ ਕਹਿੰਦੇ ਵੀ ਮੈਂ ਪਟਿਆਲਿਓਂ ਸਾਈਕਲ ਬੱਸ ਤੇ ਰੱਖ ਲੈਣਾ ਹੁਣ, ਆ ਕੇ ਫਿਰ ਚੰਡੀਗੜ੍ਹ ਸਾਈਕਲ ਤੇ ਮੂਵ ਕਰਕੇ ਵਾਪਸ ਸਾਈਕਲ ਤੇ। ਅੱਛਾ, ਉਹ ਮੇਰੇ ਕਾਲਜ ਪਹੁੰਚ ਗਏ। ਫਿਰ ਉਹਨੂੰ ਅਗਲੇ ਸਾਲ ਫਿਰ ਕੰਪੀਟੀਸ਼ਨ ਇੱਕ ਆ ਗਿਆ। ਫਿਰ ਉਹ ਆਪਣੇ ਘੁੰਮਣ ਸਾਹਿਬ ਕਹਿੰਦੇ ਵੀ ਆਹ ਇੱਕ ਨਾਟਕ ਆ ਮੈਂ ਲਿਖਿਆ ਜ਼ਿੰਦਗੀ ਤੋਂ ਦੂਰ। ਅੱਛਾ, ਤੁਸੀਂ ਇਹ ਖੇਡੋ ਹੁਣ ਇਸ ਕੰਪੀਟੀਸ਼ਨ 'ਚ। ਅੱਛਾ, ਉਹ ਵੀ ਸਾਡੇ ਉਦੋਂ ਪੰਜਾਬ, ਹਰਿਆਣਾ, ਹਿਮਾਚਲ ਉਦੋਂ ਵੀ ਇਕੱਠੇ ਸੀ। ਹਾਂ, ਤੇ 3 ਦਿਨ ਦਾ ਕੰਪੀਟੀਸ਼ਨ ਸੀ, 14 ਪਲੇ ਉਹਦੇ ਵਿੱਚ ਹੋਏ। ਹਰਪਾਲ ਟਿਵਾਣਾ ਹੁਣੀ ਜੱਜ ਸੀ ਜਾਂ ਉਹਨਾਂ ਦੇ ਨਾਲ। ਉਦੋਂ ਸਾਨੂੰ ਪਤਾ ਨਹੀਂ ਸੀ ਕੌਣ ਜੱਜ ਹੁੰਦੇ ਨੇ, ਅਸੀਂ ਤਾਂ ਆਪਣੇ ਕੰਮ 'ਚ ਸੀ। ਅੱਛਾ, ਉਹ ਪਲੇ ਮੈਂ ਤਿਆਰ ਕਰਾਇਆ, ਡਾਇਰੈਕਟ ਕੀਤਾ। ਤੇ ਉਹ ਜਦੋਂ ਅਸੀਂ ਪਲੇ, ਸਾਡੀ ਵਾਰੀ ਆਈ ਲਾਸਟ ਦਿਨ, ਤੀਸਰੇ ਦਿਨ। ਪਹਿਲੇ 2 ਦਿਨ ਮੈਂ ਦੇਖਦਾ ਰਿਹਾ ਤੇ ਮੈਂ ਕਹਿਣਾ ਇਹ ਵੀ ਉੱਡ ਗਿਆ ਪਲੇ, ਇਹ ਵੀ ਗਿਆ ਸਾਡੇ ਮੁਕਾਬਲੇ 'ਚ, ਇਹ ਵੀ ਕੁਝ ਨਹੀਂ ਹੈ। ਮਤਲਬ ਇੰਨਾ ਉਦੋਂ ਕੌਨਫੀਡੈਂਸ ਸੀ ਸਾਡਾ। ਜਦੋਂ ਪਲੇ ਲਾਸਟ ਤੇ ਸੀ, ਲਾਸਟ ਤੇ ਪਲੇ ਸੀਗਾ, ਹਾਂ, ਤੀਸਰੇ ਦਿਨ। ਔਰ ਉੱਥੇ ਇੱਕ ਬਜ਼ੁਰਗ ਹੁੰਦਾ ਸੀ ਜਿਹੜਾ ਪਰਦਾ ਬੰਦ ਕਰ ਦਿੰਦਾ ਸੀ ਨਾਟਕ ਦੇ ਐਂਡ ਤੇ। ਉਹ ਬੰਦਾ ਇੰਨਾ ਜਜ਼ਬਾਤੀ ਹੋਇਆ ਉਹ ਨਾਟਕ ਦੇਖ ਕੇ, ਉਹ ਪਰਦਾ ਹੀ ਖਿੱਚਣਾ ਭੁੱਲ ਗਿਆ ਤੇ ਅੱਖਾਂ 'ਚ ਉਹਦੇ ਕਹਿੰਦਾ ਮੈਨੂੰ ਕਹਿੰਦਾ ਬੇਟਾ ਮੈਂ ਤਾਂ ਬਹੁਤ ਸਾਲਾਂ ਬਾਅਦ ਜੇ ਨਾਟਕ ਇੱਦਾਂ ਦਾ ਦੇਖਿਆ। ਚਲੋ ਖੈਰ, ਉਹ ਜਦੋਂ ਜੱਜਮੈਂਟ ਆਈ ਉਹਦੇ ਵਿੱਚ ਸਾਨੂੰ 5 ਅਵਾਰਡ ਮਿਲ ਗਏ। ਅੱਛਾ, ਬੈਸਟ ਡਾਇਰੈਕਟਰ ਦਾ, ਬੈਸਟ ਐਕਟਰਸ ਅਵਾਰਡ, ਸੈਕੰਡ ਬੈਸਟ ਐਕਟਰਸ ਅਵਾਰਡ, ਬੈਸਟ ਪ੍ਰੋਡਕਸ਼ਨ ਦਾ ਅਵਾਰਡ। ਹਾਂਜੀ, ਤੇ ਸਾਡੇ ਚਲੋ ਕਾਲਜ ਧੁੰਮ ਪੈ ਗਈ, ਸ਼ਹਿਰ 'ਚ ਹੀ ਧੁੰਮ ਪੈ ਗਈ ਕਿ ਜਿਹੜੀ ਉੱਥੇ ਆਰਟ ਆਪਣੇ ਕਲੱਬਾਂ ਸੀ ਨਾਟਕਾਂ ਦੀਆਂ, ਉਹ ਕਿਆ ਕਰਨ ਸਾਡੇ ਅਗਲੇ ਨਾਟਕ ਦਾ ਹੀਰੋ ਬੀਬਾ ਹੋਏਗਾ। ਅਸੀਂ ਉਹਨੂੰ ਉਹ ਸਾਡੇ ਰੋਲ 'ਚ ਰੋਲ ਕਰੇਗਾ ਇੱਦਾਂ। ਖੈਰ,
ਅੱਛਾ, ਬਾਕੀ ਜਿਹੜਾ ਜਿੱਥੇ ਤੱਕ ਆਰਟ ਕਾਲਜ ਦੀ ਮੇਰੀ ਰੈਗੂਲਰ ਪੜ੍ਹਾਈ ਸੀ ਉਹਦੇ ਵਿੱਚ ਵੀ ਮੈਂ ਟੌਪ ਦਾ ਸਟੂਡੈਂਟ ਸੀ। ਸਾਰੇ ਫਸਟ ਆਉਣਾ, ਕਦੀ ਸੈਕੰਡ ਆ ਗਏ, ਕਦੀ ਫਸਟ ਆ ਗਏ। ਇੱਕ ਗਰੁੱਪ ਹੁੰਦਾ ਉੱਪਰਲੇ ਸਟੂਡੈਂਟਾਂ ਦਾ ਨਾ 3-4 ਦਾ, ਵੀ ਉਹਨਾਂ 'ਚੋਂ ਪਤਾ ਹੁੰਦਾ ਵੀ ਇਹ 'ਚੋਂ ਫਸਟ ਸੈਕੰਡ ਥਰਡ ਆਉਣਗੇ ਜੋ ਹੋ ਗਈ। ਹਾਂ, ਤੇ ਇਹ ਐਕਟੀਵਿਟੀਜ਼ ਕੀਤੀਆਂ। ਫਿਰ ਅੱਛਾ, ਫਿਰ ਉਸ ਕਾਲਜ ਦੇ ਵਿੱਚ ਇੱਕ ਸਾਡੇ ਐਂਟੀ ਗਰੁੱਪ ਵੀ ਬਣ ਗਿਆ ਜਿਹੜਾ ਸਾਨੂੰ ਪਸੰਦ ਨਹੀਂ ਸੀ ਕਰਦਾ, ਵੀ ਦੇਖੋ ਜੀ ਸ਼ਾਇਦ ਜੈਲਸ ਕਰਦੇ ਸੀ ਉਹ। ਈਵਨ ਦੇਖੋ ਤੁਸੀਂ, ਉਹ ਜਿਹੜਾ ਪਲੇ ਸਾਡਾ ਬੈਸਟ ਪਲੇ ਆ ਸੀ, ਪਲੇ ਚੱਲਦੇ ਪਲੇ ਦੇ ਵਿੱਚ ਉਹਨਾਂ ਨੇ ਹੂਟਿੰਗ ਕੀਤੀ। ਉਹਨਾਂ ਨੇ ਉਸ ਗਰੁੱਪ ਨੇ ਸਾਡੇ ਹੀ ਕਾਲਜ ਦੇ ਬੰਦਿਆਂ ਨੇ, ਤੇ ਇਹ ਅਵਾਰਡ ਲੈ ਕੇ ਤਾਂ ਜ਼ਬਾਨ ਬੰਦ ਹੋ ਗਈ ਉਹਨਾਂ ਦੀ ਸਾਰਿਆਂ ਦੀ। ਖੈਰ ਕਪੂਰ ਸਿੰਘ ਉਹਨਾਂ ਨਾਲ ਫਿਰ ਮੇਰੀ ਬਹੁਤ ਨੇੜਤਾ ਬਣੀ, ਉਹਨਾਂ ਨੇ ਫਿਰ ਮੈਨੂੰ ਇੱਕ ਹੋਰ ਪਲੇ ਦਿੱਤਾ। ਫਿਰ ਅਸੀਂ ਉਸ ਤੋਂ ਬਾਅਦ ਅਗਲੇ ਕੰਪੀਟੀਸ਼ਨ ਸੰਘਣੇ ਹਨੇਰੇ ਪਲੇ ਖੇਡਿਆ ਉਹਨਾਂ ਨੇ, ਉਹਦੇ ਵਿੱਚ ਵੀ ਬੈਸਟ ਐਕਟਰਸ ਦਾ ਅਵਾਰਡ ਤੇ ਸੈਕੰਡ ਪਲੇ ਰਿਹਾ ਸਾਡਾ। ਖੈਰ ਆਰਟ, ਫਿਰ ਉਸ ਤੋਂ ਬਾਅਦ 69 ਦੇ ਵਿੱਚ ਮੈਂ ਉੱਥੇ ਜੌਬ ਮਿਲ ਗਈ ਮੈਨੂੰ ਸੈਂਸਸ ਡਿਪਾਰਟਮੈਂਟ ਵਿੱਚ, ਗਵਰਨਮੈਂਟ ਆਫ ਇੰਡੀਆ ਦੀ, ਐਜ਼ ਐਨ ਆਰਟਿਸਟ। ਪਰ ਮੈਨੂੰ ਕੰਮ ਨਹੀਂ ਸੀ ਪਸੰਦ, ਬੜਾ ਖੁਸ਼ਕ ਜਿਹਾ ਕੰਮ ਸੀ, ਨਕਸ਼ੇ ਨੁਕਸ਼ੇ ਜਿਹੇ ਬਣਾਉਣੇ। ਤਾਂ ਮੈਂ 15 ਦਿਨ ਬਾਅਦ ਰਿਜ਼ਾਈਨ ਦੇ ਦਿੱਤਾ। ਉੱਥੋਂ ਦਾ ਜਿਹੜਾ ਡਾਇਰੈਕਟਰ ਮੈਨੂੰ ਕਹਿੰਦਾ ਮੈਨੂੰ ਪਤਾ ਸੀ ਜਦੋਂ ਮੈਂ ਟੈਸਟ ਲਿਆ ਨਾ ਤੁਹਾਡਾ, ਤੇ ਮੈਨੂੰ ਪਤਾ ਵੀ ਸਿਲੈਕਟ ਵੀ ਤੁਸੀਂ ਹੋਏ ਹੋ ਤੇ ਰਹਿਣਾ ਵੀ ਹੈ ਨਹੀਂ ਇੱਥੇ ਮੇਰੇ ਕੋਲ, ਕਿਉਂਕਿ ਮੈਂ ਦੇਖ ਲਿਆ ਸੀ ਤੁਹਾਡਾ ਕੰਮ ਕ੍ਰੀਏਟਿਵ। ਚਲੋ ਫਿਰ ਮੈਂ ਅਸਤੀਫਾ ਦੇ ਗਿਆ। ਉਸ ਤੋਂ ਬਾਅਦ ਇਹਨਾਂ ਦਿਨਾਂ ਦੇ ਵਿੱਚ ਕੁਝ ਪੋਸਟਾਂ ਹੈਲਥ ਡਿਪਾਰਟਮੈਂਟ ਦਾ ਇੱਕ ਮੀਡੀਆ ਵਿੰਗ ਆ, ਜਿਹਨੂੰ ਕਹਿੰਦੇ ਨੇ IEC, ਇਨਫੋਰਮੇਸ਼ਨ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ ਵਿੰਗ। ਹਾਂ, ਉਹਦੇ ਵਿੱਚ ਨਾ ਡਿਸਟ੍ਰਿਕਟ ਲੈਵਲ ਦੀਆਂ ਪੋਸਟਾਂ ਨਿਕਲੀਆਂ। ਅਸੀਂ ਉੱਥੋਂ ਚਲੋ ਐਕਸਚੇਂਜ 'ਚੋਂ ਕਾਰਡ ਆ ਗਿਆ, ਉੱਥੇ ਵੀ ਸਿਲੈਕਟ ਹੋ ਗਏ। ਫਿਰ ਮੈਂ ਸੋਚਿਆ ਯਾਰ ਕਿੰਨੀ ਕੁ ਦੇਰ ਘੁੰਮਾਂ ਫਿਰਾਂਗੇ ਐਵੇਂ ਵਿਹਲੇ, ਹੈ ਨਾ, ਰੋਟੀ ਪਾਣੀ ਦਾ ਵੀ ਤਾਂ ਜੁਗਾੜ ਚਾਹੀਦਾ। ਤੇ ਨੌਕਰੀ ਆ ਕੇ ਮੈਂ ਜੁਆਇਨ ਕਰ ਲਈ। ਤੇ ਹੋਇਆ ਤਾਂ ਮੈਂ ਥੋੜ੍ਹਾ ਜਿਹਾ ਪਰੇਸ਼ਾਨ, ਕਿਉਂਕਿ ਚੰਡੀਗੜ੍ਹ ਮੇਰਾ ਸਾਰਾ ਹੀ ਜਿਹੜਾ ਦੋਸਤੀ ਦਾ ਸਰਕਲ ਉੱਥੇ ਸੀ, ਹੈ ਨਾ, ਤੇ ਇੱਥੇ ਬਿਲਕੁਲ ਕਸਬਾ ਨੁਮਾ ਗੁਰਦਾਸਪੁਰ ਸੀ, ਕੋਈ ਇੱਥੇ ਹੋਟਲ ਨਹੀਂ ਸੀ, ਉਜਾੜ ਜਿਹਾ ਪਿਆ ਸੀ। ਚਲੋ ਖੈਰ ਦੁਖੀ ਤਾਂ ਹੋਇਆ ਮੈਂ, ਤੇ ਹੌਲੀ ਹੌਲੀ ਐਡਜਸਟ ਹੋ ਗਿਆ। ਫਿਰ ਕੀ ਹੋਇਆ ਵੀ ਮੇਰਾ ਟੂਰ ਸੀ ਇੱਧਰ ਡਲਹੌਜ਼ੀ ਸਾਈਡ 'ਤੇ ਨਾ ਇੱਕ ਹੈਗੀ ਆ ਸਾਡੀ ਜਗ੍ਹਾ ਦੁਨੇਰਾ। ਹਾਂ, ਉੱਥੇ ਸਾਡੇ ਗਵਰਨਰ ਨੇ ਵਿਜ਼ਿਟ ਕਰਨੀ ਸੀ। ਤੇ ਉੱਥੇ ਦੁਨੇਰੇ ਤੇ ਅਸੀਂ ਐਗਜ਼ੀਬਿਸ਼ਨ ਲੈ ਕੇ ਗਏ ਉੱਥੇ, ਕਿਉਂਕਿ ਸਾਰੇ ਐਗਜ਼ੀਬਿਸ਼ਨ ਡਿਜ਼ਾਈਨ ਮੈਂ ਹੀ ਕਰਦਾ ਹੁੰਦਾ ਸੀ। ਉਹ ਏਰੀਆ ਮੈਨੂੰ ਬੜਾ ਚੰਗਾ ਲੱਗਿਆ। ਮੈਂ ਮਨ 'ਚ ਸੋਚਿਆ, ਮੈਂ ਕਿਹਾ ਵੀ ਹੁਣ ਨਹੀਂ ਕਿਤੇ ਜਾਣਾ ਆਪਾਂ, ਇੱਥੇ ਗੁਰਦਾਸਪੁਰ ਹੀ ਰਵਾਂਗੇ। ਹਾਂ, ਮੈਂ ਕਿਹਾ ਇੱਧਰ ਪਹਾੜਾਂ ਪੂੜੇ 'ਚ ਘੁੰਮ ਫਿਰਨ ਆਇਆ ਕਰਾਂਗੇ। ਤੇ ਸੋ ਭਰਾਵਾ 1969 ਤੋਂ ਲੈ ਕੇ 34 ਸਾਲ ਮੈਂ ਨੌਕਰੀ ਇੱਥੇ ਕਰਕੇ 2003 'ਚ ਰਿਟਾਇਰ ਹੋ ਗਿਆ। ਅੱਛਾ, ਜਿੱਦਾਂ ਦੇ ਮੇਰੇ ਸ਼ੌਕ ਸੀ ਉੱਦਾਂ ਦੀ ਮੇਰੀ ਜੌਬ ਸੀ, ਹੈ ਨਾ। ਸਾਰੇ ਕੰਮ ਦੇ ਫੈਸਲੇ ਮੈਂ ਹੀ ਲੈਂਦਾ ਹੁੰਦਾ ਸੀ, ਮੇਰੇ ਦੇ ਉੱਤੇ ਕੋਈ ਹੈਡ ਹੀ ਹੈ ਨਹੀਂ ਸੀ ਜਿਹੜੇ ਮੇਰੇ ਕੰਮ ਨੂੰ ਕ੍ਰਿਟੀਸਾਈਜ਼ ਕਰੇ। ਜੋ ਮੈਂ ਬਣਾਤਾ ਉਹ ਫਾਈਨਲ ਹੁੰਦਾ ਸੀ। ਫਾਈਨਲ ਇਸ ਕਰਕੇ ਵੀ ਹੁੰਦਾ ਸੀ ਵੀ ਹੁਣ 5 ਸਾਲ ਦੀ ਡਿਗਰੀ ਆਰਟ ਦੀ, ਇਸ ਤੋਂ ਅੱਗੇ ਹੋਰ ਗੱਲ ਕੀ ਕਰੇ ਬੰਦਾ। ਉਹਦਾ ਦੱਸੋ ਜਿਹੜਾ ਫਸਟ ਆਇਆ ਸੀ ਵਿੱਥ ਦੋਵਾਂ ਚ। ਹਾਂ, ਮੈਂ ਦੱਸਦਾ। ਉਹ ਇੱਥੇ ਉਹ ਵੀ ਡਿਪਾਰਟਮੈਂਟ ਦੇ ਵਿੱਚ 1982 ਦੀ ਗੱਲ ਆ। ਡਿਪਾਰਟਮੈਂਟ ਵਾਸਤੇ ਨੂੰ ਇੱਕ ਗਵਰਨਮੈਂਟ ਆਫ ਇੰਡੀਆ ਨੇ ਸਲੋਗਨ ਭੇਜਿਆ, ਉਹ ਸਾਰੇ ਇੰਡੀਆ 'ਚ ਭੇਜਿਆ, ਸਾਰੇ ਸਟੇਟਾਂ ਨੂੰ। ਸਾਰੇ ਸਟੇਟਾਂ ਨੂੰ ਸਲੋਗਨ ਭੇਜਿਆ ਵੀ ਇਹਦੇ ਉੱਤੇ ਸਾਨੂੰ ਇੱਕ ਤੁਸੀਂ ਪੋਸਟਰ ਡਿਜ਼ਾਈਨ ਕਰਕੇ ਭੇਜੋ, ਇਹ ਕੰਪੀਟੀਸ਼ਨ ਹੈ ਤੁਹਾਡਾ ਸਟੇਟਾਂ ਦਾ। ਤੇ ਉਹ ਸਲੋਗਨ ਸੀਗਾ ਵੀ ਪਹਿਲਾ ਦੇਰ ਨਾਲ, ਦੂਜਾ ਵਿੱਥ ਨਾਲ, ਤੀਜਾ ਕਦੇ ਨਹੀਂ। ਸਲੋਗਨ ਅੰਗਰੇਜ਼ੀ ਸੀ, ਲੇਕਿਨ ਹਰ ਇੱਕ ਸਟੇਟ ਨੇ ਆਪਣੀ ਆਪਣੀ ਲੈਂਗੁਏਜ ਉਹ ਕਰ ਲਿਆ। ਉਹ ਮੈਂ ਡਿਜ਼ਾਈਨ ਮੈਂ ਪਹਿਲਾਂ 2 ਦਿਨ ਸੋਚਿਆ ਵੀ ਕੀ ਹੋਣਾ ਚਾਹੀਦਾ। ਵਿਜ਼ੂਅਲ ਜਿਹੜਾ ਤੁਹਾਡਾ ਜੋ ਦਿਮਾਗ ਦੇ ਵਿੱਚ ਸਾਰੀ ਗੱਲ ਆ ਗਈ ਨਾ, ਉਹ ਮੈਂ ਡਿਜ਼ਾਈਨ ਕਰ ਦਿੱਤਾ। ਤੇ ਉਸ ਤੋਂ ਬਾਅਦ ਉਹ ਪੋਸਟਰ ਗਵਰਨਮੈਂਟ ਪ੍ਰੈਸ ਦੇ ਉੱਤੇ ਪ੍ਰਿੰਟ ਹੋਇਆ। ਪ੍ਰਿੰਟ ਹੋ ਕੇ ਉਹ ਦਿੱਲੀ ਚਲਾ ਗਿਆ। ਕੋਈ ਤਕਰੀਬਨ ਮਹੀਨੇ ਕੁ ਬਾਅਦ ਅੰਗਰੇਜ਼ੀ ਟ੍ਰਿਬਿਊਨ ਦੀ ਖਬਰ, ਪੰਜਾਬ ਗॉट ਫਸਟ ਅਵਾਰਡ ਇਨ ਪੋਸਟਰ ਡਿਜ਼ਾਈਨ। ਔਰ ਕਮਾਲ ਦੀ ਗੱਲ ਹੈ ਵੀ ਕੋਈ ਮੇਰਾ ਨਾਂ ਨਹੀਂ ਸੀ ਕਿਤੇ, ਲੇਕਿਨ ਸਾਰਿਆਂ ਨੇ ਕਿਹਾ ਵੀ ਇਹ ਜੇ ਪੋਸਟਰ ਡਿਜ਼ਾਈਨ ਦਾ ਜਿਹੜਾ ਇਨਾਮ ਮਿਲਿਆ ਬੀਬੇ ਦਾ, ਇਹ ਗੁਰਦਾਸਪੁਰ ਵਾਲੇ ਆਰਟਿਸਟ ਦਾ। ਤੇ
ਉੱਥੇ ਵੀ ਜਿਹੜਾ ਉੱਥੋਂ ਦਾ ਆਰਟਿਸਟ ਨੇ ਲੱਗੇ ਸੀ ਸੀਨੀਅਰ, ਉਹ ਬੜੇ ਔਖੇ ਹੋਏ ਮੇਰੇ ਨਾਲ ਵੀ ਇਹ ਕੀ ਪੰਗਾ ਪੈ ਗਿਆ ਵੀ ਜੋ ਇੱਕ ਮੁੰਡਾ ਖੁੰਡਾ ਜਿਹਾ ਨਵਾਂ ਜਿਹਾ ਆਏ ਨੇ ਤੇ ਭਾਈ ਨੈਸ਼ਨਲ ਅਵਾਰਡ ਦਾ ਲੈ ਤਾ। ਉਹਨੇ ਬੜੀ ਕੋਸ਼ਿਸ਼ ਕੀਤੀ ਵੀ ਗੜਬੜ ਕਰਨ ਦੀ ਕੁਝ, ਹਾਂਜੀ ਲੇਕਿਨ ਖੈਰ ਜਿਹੜੀ ਅਸਲੀਅਤ ਹੀ ਹੈ। ਉਹ ਜਿਹੜਾ ਉੱਥੋਂ ਦਾ ਮੀਡੀਆ ਅਫਸਰ ਸੀ ਨਾ, ਅਵਾਰਡ ਐਕਚੁਅਲੀ ਫਿਰ ਉਹ ਲੈ ਕੇ ਆਇਆ ਸੀ, ਉਹਨੂੰ ਵੀ ਡਰਾਇਆ ਗਿਆ ਵੀ ਜੇ ਤੂੰ ਖਬਰਦਾਰ ਜੇ ਦੱਸਿਆ ਵੀ ਇਹ ਡਿਜ਼ਾਈਨ ਕਿਹਦਾ। ਅੱਛਾ ਚਲੋ ਖੈਰ ਜਦੋਂ ਉਹ ਬੰਦੇ ਮਰ ਮੁੱਕ ਗਏ, ਫਿਰ ਉਹ ਮੀਡੀਆ ਅਫਸਰ ਨੇ ਵੀ ਮੈਨੂੰ ਕਿਹਾ ਵੀ ਅਸਲੀਅਤ ਇਹ ਆ ਵੀ ਡਿਜ਼ਾਈਨ ਤੇਰਾ। ਫਿਰ ਉਹਨੇ ਮੈਨੂੰ ਫੋਟੋ ਵੀ ਦਿਖਾਈ ਜਿਹੜੀ ਸਟੇਜ ਤੇ ਜਿੱਥੇ ਅਵਾਰਡ ਲੈ ਰਿਹਾ, ਬੈਕ ਤੇ ਉਹ ਪੋਸਟਰ ਮੇਰਾ ਲੱਗਿਆ ਹੋਇਆ ਸੀ। ਸੋ ਇਦਾਂ ਦੀਆਂ ਚੱਲਦੀਆਂ ਘਟਨਾਵਾਂ ਚੱਲੀਆਂ, ਪਰ ਮੈਨੂੰ ਤਸੱਲੀ ਰਹੀ ਹੈ ਵੀ ਕੰਮ ਤਾਂ ਚਲੋ ਮੈਂ ਹੀ ਕੀਤਾ ਨਾ, ਸਾਰੀ ਗੱਲ। ਅੱਛਾ, ਬਾਕੀ ਜਿਹੜਾ ਲਿਖਣ ਦਾ ਕੰਮ ਸੀ ਉਹ ਵੀ ਉਹ 7ਵੀਂ 8ਵੀਂ ਤੋਂ ਸ਼ੁਰੂ ਹੋਇਆ। ਥੀਏਟਰ ਵੀ ਚੱਲਦਾ ਰਿਹਾ, ਪੇਂਟਿੰਗ ਵੀ ਚੱਲਦੀ ਰਹੀ, ਨਾਲ ਐਗਜ਼ੀਬਿਸ਼ਨ ਵੀ ਚੰਡੀਗੜ੍ਹ ਮੈਂ ਲਾਇਆ, ਫੋਟੋਗ੍ਰਾਫੀ ਤਾਂ ਮੇਰਾ ਸਬਜੈਕਟ ਸੀ ਨਾ ਨਾਲ ਆਰਟ ਕਾਲਜ 'ਚ। ਪਰ ਉਦੋਂ ਪੈਸੇ ਦੀ ਇੰਨੀ ਕਮੀ ਹੁੰਦੀ ਸੀ, ਕੈਮਰਾ ਨਹੀਂ ਸੀ ਲੈ ਸਕਦੇ। ਜਿਹੜਾ ਕਾਲਜ ਦਾ ਕੈਮਰਾ ਸੀ, ਜਿਹੜੇ ਉਹ ਆਪਣੇ ਮੈਂ ਕੱਲ ਪਰਸੋਂ ਪੜਿਆ ਵੀ 35 ਕੇ 37 ਰੁਪਏ ਮਿਲਦੇ ਹੁੰਦੇ ਮਹੀਨੇ ਦੇ, ਤੇ ਉਹਦੇ 'ਚ ਸਾਰੀ ਕੁਝ ਚਾਹ। ਹਾਂ ਮੈਂ ਦੱਸਦਾ, ਉਹ ਮਤਲਬ ਕਿ ਪਹਿਲਾਂ ਤਾਂ ਲੋਕ ਇਹੀ ਡਰਦੇ ਸੀ ਨਾ ਗਲੀ ਮੁਹੱਲੇ ਦੇ ਵਿੱਚ, ਉਹ 5 ਸਾਲ ਦੀ ਡਿਗਰੀ ਕਰੂਗਾ ਚੰਡੀਗੜ੍ਹ ਜਾ ਕੇ, ਇੰਨਾ ਜਦ ਤੱਕ ਤਾਂ ਬੁੱਢਾ ਹੋ ਜਾਏਗਾ, ਵਿਆਹ ਨਹੀਂ ਹੋਣਾ ਇਹਦਾ। ਉਹ ਕੀ ਹੋਇਆ ਬਈ, ਵੱਡਾ ਬ੍ਰਦਰ ਮੇਰਾ ਸਰਦਾਰ ਕੁਲਵੰਤ ਸਿੰਘ ਮੇਰੇ ਤੋਂ ਵੱਡੇ ਨੇ, ਉਹ 에ਅਰ ਫੋਰਸ ਉਹਨਾਂ ਦਿਨਾਂ 'ਚ ਸੀਗੇ, ਉਦੋਂ ਸੀਗਾ ਉਹ ਆਪਣੇ ਪਾਇਲਟ ਆਫਿਸਰ ਸੀ ਸ਼ਾਇਦ, ਮੋਸਟ ਪ੍ਰੋਬਬਲੀ। ਤੇ ਬਾਅਦ ਤੱਕ ਖੈਰ ਵਿੰਗ ਕਮਾਂਡਰ ਰਿਟਾਇਰ ਹੋਏ ਨੇ। ਉਹ ਮੈਨੂੰ ਕਹਿੰਦੇ ਵੀ ਤੂੰ ਚੱਲ ਉੱਥੇ, ਮੈਂ ਪੈਸੇ ਮੈਂ ਭੇਜੂਗਾ। ਅੱਛਾ। ਤੇ 60 ਰੁਪਏ ਮਹੀਨਾ ਸ਼ੁਰੂ ਕੀਤਾ। ਤੇ ਖੈਰ ਉਹਨਾਂ ਦਿਨਾਂ ਦੇ ਵਿੱਚ ਆਪਾਂ ਇਹ ਤਾਂ ਨਹੀਂ ਕਹਿ ਸਕਦੇ, ਜ਼ਮਾਨਾ ਸਸਤਾ ਤਾਂ ਹੁਣ ਵੀ ਹੈਗਾ, ਜਿਨ੍ਹਾਂ ਕੋਲੇ ਪੈਸੇ ਨੇ ਉਹਨਾਂ ਲਈ ਸਸਤਾ ਹੀ ਹੈ, ਕਿਉਂਕਿ ਤਨਖਾਹਾਂ ਵੀ ਤਾਂ ਲੱਖਾਂ 'ਚ ਹੋ ਗਈਆਂ। ਉਦੋਂ ਤਨਖਾਹਾਂ ਵੀ ਤੇ ਲੋਕਾਂ ਦੀਆਂ 2-2, 3-300 ਤਨਖਾਹ ਸੀ, ਹੈ ਨਾ। ਤੇ ਜਦੋਂ ਮੈਂ 1969 'ਚ ਲੱਗਿਆ, ਮੇਰੀ 400 ਰੁਪਏ ਤਨਖਾਹ ਸੀ। ਜਾ ਕੇ ਰਿਟਾਇਰ 26-27 ਹਜ਼ਾਰ ਤੇ ਹੋਇਆ। ਫਿਰ ਪੈਨਸ਼ਨ ਬਥੇਰੀ, ਚਲੋ ਬੜਾ ਵਧੀਆ ਗੁਜ਼ਾਰਾ ਹੋ ਗਿਆ। ਸੋ ਉਹ 60 ਰੁਪਏ 'ਚ ਗੁਜ਼ਾਰਾ ਕਰਨਾ। ਅੱਛਾ, ਫਿਰ ਇੱਕ ਹੋਰ ਗੱਲ ਸੀ, ਕਿਉਂਕਿ ਅਸੀਂ ਟੌਪ ਦੇ ਸਟੂਡੈਂਟ ਸੀ ਨਾ, ਉਹਦੇ ਨਾਲ ਬਾਕੀ ਜਿਹੜੇ ਹੋਰ ਸਟੂਡੈਂਟ ਸੀ ਇੱਜ਼ਤ ਮਾਣ ਬੜੀ ਕਰਦੇ। ਅਸੀਂ ਜੇ ਕੁੜਤਾ ਪਜਾਮਾ ਪਾ ਕੇ ਵੀ ਚਲੇ ਗਏ ਫਿਰ ਵੀ ਇੱਜ਼ਤ ਮਾਣ ਹੀ ਹੈ, ਕਿਉਂਕਿ ਕੰਮ ਤਕੜਾ ਸੀ। ਜੇ ਕੰਮ ਮਾੜਾ ਹੁੰਦਾ ਫਿਰ ਤੁਸੀਂ ਭਾਵੇਂ ਕਿੰਨੀਆਂ ਪੈਂਟਾਂ ਸ਼ੈਂਟਾਂ ਪਾ ਕੇ ਤੁਰੋ, ਫਿਰ ਕੋਈ ਨਹੀਂ ਪੁੱਛਦਾ। ਹਾਂਜੀ। ਸੋ ਉਹ ਜਿਹੜਾ ਸੀ ਨਾ ਦਹਿਸ਼ਤ ਕੰਮ ਦੀ, ਉਹ ਮੇਰੀ ਨੌਕਰੀ ਤੱਕ ਵੀ ਰਹੀ ਹੈ, ਕਿਉਂਕਿ ਮੈਂ ਉਸੇ ਕਾਲਜ ਦੇ ਹੀ ਬੰਦੇ ਮੇਰੇ ਹੋਰ ਡਿਪਾਰਟਮੈਂਟ 'ਚ ਲੱਗੇ ਹੋਏ ਸੀ। ਉਹ ਸਾਰੇ ਇਹਨਾਂ ਨੇ ਪੁੱਛਣਾ ਡਾਇਰੈਕਟਰ ਨੇ, ਉਹ ਯਾਰ ਤੁਸੀਂ ਉੱਦਾਂ ਦਾ ਕੰਮ ਕਿਉਂ ਨਹੀਂ ਕਰਦੇ? ਉਹ ਕਹਿੰਦੇ ਜੀ ਸਾਤੋਂ ਉਹੋ ਜਿਹਾ ਹੋ ਹੀ ਨਹੀਂ ਸਕਦਾ, ਉਹ ਇਹ ਉਹੀ ਕੰਮ ਕਰੂਗਾ ਵਗੈਰਾ ਵਗੈਰਾ। ਚਲੋ ਖੈਰ, ਸੋ ਜ਼ਿੰਦਗੀ ਦਾ ਇੱਦਾਂ ਬਸ ਸਫ਼ਰ ਚੱਲਦਾ ਰਿਹਾ। ਜਦੋਂ 2003 'ਚ ਮੈਂ ਰਿਟਾਇਰ ਹੋਇਆ, ਇੱਥੇ ਮੇਰਾ ਇੱਕ ਦੋਸਤ, ਹੁਣ ਤਾਂ ਚਲੋ ਹੈ ਨਹੀਂ, ਉਹ ਜ਼ਿੰਦਾ ਨਹੀਂ, ਰਜਿੰਦਰ ਭੋਵਲ। ਨਾਟਕ ਵੀ ਕੀਤੇ। ਹਾਂ, ਨਾਟਕ ਵੀ ਖੇਡੇ। ਮੇਰੇ ਕੋਲ ਬੜਾ ਅੱਛਾ, ਮਤਲਬ ਕਿ ਉਹਦੇ ਨਾਲ ਬੜਾ ਅੱਛਾ ਰਿਲੇਸ਼ਨ ਮੇਰਾ। ਫਿਰ ਉਹਨੇ ਸੋਮਵਾਰ ਸੀ ਉਸ ਦਿਨ ਜਦੋਂ ਮੈਂ ਰਿਟਾਇਰ, ਜਦੋਂ ਮੇਰੀ ਪਾਰਟੀ ਸੀ, ਉਹਨੇ ਸਾਰੇ ਅਖਬਾਰਾਂ ਨੂੰ ਨਾ ਰਾਈਟ ਅਪ ਦੇ ਦਿੱਤਾ। ਉਹ 3-3, 4-4 ਕਾਲਮ ਛਾਪਿਆ। ਅੱਛਾ, ਉਹ ਜਦੋਂ ਪੜ੍ਹਿਆ ਨਾ, ਲੋਕਾਂ ਨੇ ਕਹਿੰਦੇ ਕਿੱਥੋਂ ਰਿਟਾਇਰ ਹੋਇਆ? ਇਹ ਜੌਬ ਕਰਦਾ ਸੀ। ਅਸੀਂ ਤਾਂ ਇਹਨੂੰ ਕਿਤੇ ਕਾਲਜ 'ਚ ਦੇਖਦੇ ਸੀ, ਕਦੇ ਉੱਥੇ ਨਾਟਕ ਕਢਾਉਂਦਾ ਸੀ, ਕਦੇ ਢਲੋਜੀ ਤੁਰਿਆ ਫਿਰਦਾ ਸੀ, ਕਦੀ ਪਾਲਮਪੁਰ ਤੇ ਕਦੀ ਅੰਮ੍ਰਿਤਸਰ ਯੂਨੀਵਰਸਿਟੀ 'ਚ। ਕਿੱਥੋਂ ਰਿਟਾਇਰ ਹੋਇਆ ਬੰਦਾ? ਫਿਰ ਮੈਂ ਸਮਝਾਇਆ ਵੀ ਇਸ ਕਰਕੇ ਵੀ ਮੇਰੀ ਉਹੋ ਜਿਹੀ ਜੌਬ ਸੀ, ਉਹੋ ਜਿਹੇ ਮੇਰੇ ਸ਼ੌਕ ਸੀ, ਮੈਨੂੰ ਮਹਿਸੂਸ ਹੀ ਨਹੀਂ ਹੋਇਆ ਵੀ ਮੈਂ ਕੰਮ ਕੋਈ ਹੋਰ ਕਰਾਂ, ਸ਼ੌਕ ਮੇਰੇ ਹੋਰ ਹੋਣ। ਹਾਂਜੀ। ਸੋ ਇਹਦਾ ਕੰਮ ਬੜਾ ਸਮੂਥਲੀ। ਬਾਕੀ ਜਿਹੜੀ ਗੱਲ ਆ, ਸਾਡਾ ਕੰਮਕਾਰ ਵੀ ਚੰਗਾ ਸੀ ਬਜ਼ੁਰਗਾਂ ਦਾ। ਮੇਰੇ ਫਾਦਰ ਸਭ ਤੋਂ ਛੋਟੇ ਸਨ, ਉੱਪਰ ਦੋ ਮੇਰੇ ਤਾਏ ਸੀਗੇ। ਮਤਲਬ ਚੰਗੀ ਸਾਡੀ ਕਾਰੋਬਾਰ ਚੰਗਾ ਚੱਲਦਾ ਸੀ। ਮਤਲਬ 55-56 'ਚ ਅਸੀਂ ਦੇਖਣਾ, ਮੇਰੇ ਫਾਦਰ ਨੇ ਹਿਸਾਬ ਕਰਨਾ, ਕੱਲੇ ਮਤਲਬ ਭਰਾ ਨੂੰ 1.5-2 ਹਜ਼ਾਰ ਰੁਪਇਆ ਮਹੀਨਾ ਆ ਜਾ। ਉਹਨਾਂ ਦੇ ਮੇਰੇ 2-2.5 ਹਜ਼ਾਰ ਦੀ ਬੜੀ ਕੀਮਤ ਸੀ ਇੱਕ ਫੈਮਿਲੀ ਵਾਸਤੇ। ਮਤਲਬ ਲੇਕਿਨ ਮਿਹਨਤ ਵੀ ਬੜੀ ਕੀਤੀ, ਦਿਨ ਰਾਤ ਪਸੀਨੋ ਪਸੀਨੀ, ਕਿਉਂਕਿ ਲੱਕੜ ਲੋਹੇ ਦਾ ਤਾਂ ਕੰਮ ਸੀ।
ਪਸੀਨੋ ਪਸੀਨੀ ਹੋ ਜਾਂਦੇ ਸੀ, ਅਸੀਂ ਵੀ ਹੈਲਪ ਕਰਾਉਣੀ ਛੁੱਟੀਆਂ ਦੇ ਵਿੱਚ। ਸੋ ਬਾਕੀ ਜਿਹੜਾ ਨਾ ਉਹ ਇੱਕ ਫੈਸ਼ਨ ਬਣਿਆ ਹੁਣ ਬਈ ਜੀ ਉਹ ਗਰੀਬੀ ਬੜੀ ਦੇਖੀ, ਰੋਟੀ ਨਹੀਂ ਸੀ ਪੱਕਦੀ। ਇਹ ਲੋਕ ਜਦੋਂ ਕਿਸੇ ਮੁਕਾਮ ਤੇ ਪਹੁੰਚ ਜਾਂਦੇ ਨੇ ਉਹ ਗਰੀਬੀ ਨੂੰ ਵੀ ਆਪਣਾ ਗਲੈਮਰ ਨਾਲ ਹੀ ਲਈ ਫਿਰਦੇ। ਹਾਂ, ਇਦਾਂ ਦੀ ਕੰਮ, ਰੋਟੀ ਤਾਂ ਸਭ ਨੂੰ ਮਿਲਦੀ ਹੁੰਦੀ ਹੈ। ਇਹੀ ਹੈ ਵੀ ਤੁਸੀਂ ਰੋਟੀ ਦੇ ਇੱਕ ਦਾਲ ਨਾ ਖਾ ਲੋਗੇ, ਜੇ ਕੋਈ ਅਮੀਰ ਆ ਨਾਲ ਸਬਜ਼ੀ ਬਣਾ ਲੇਗਾ, ਹੋਰ ਥੋੜੇ ਪੈਸੇ ਸਲਾਦ ਲਿਆਓਗੇ। ਅੱਗੇ ਤਾਂ ਫਰੂਟ ਵੀ ਖਾਂਦੇ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਸੀ, ਕਹਿੰਦੇ ਹੁੰਦੇ ਫਰੂਟ ਲਈ ਜਾਂਦਾ ਕੋਈ ਬੰਦਾ ਬਿਮਾਰ ਹੈ। ਹਾਂ, ਬਸ ਪੁੱਛਦੇ। ਤੇ ਆਮ ਤੌਰ ਤੇ ਸਬਜ਼ੀਆਂ ਵੀ ਬੜੀਆਂ ਘੱਟ ਸੀ, ਦਾਲ ਨਾਲ ਰੋਟੀ ਖਾ ਕੇ ਠੀਕ ਆ ਆਨੰਦ। ਗੱਲ ਤਾਂ ਮਨ ਦੀ ਅਵਸਥਾ ਦੀ ਹੈ ਨਾ, ਜੇ ਤੁਸੀਂ ਅੰਦਰੋਂ ਖੁਸ਼ ਹੋ ਫਿਰ ਤੁਹਾਨੂੰ ਭਾਵੇਂ ਅਚਾਰ ਨਾਲ ਰੋਟੀ ਖਾ ਲਓ। ਸੋ ਇਦਾਂ ਦਾ ਬਸ ਰਲਿਆ ਮੇਲਾ ਜਿਹਾ ਕੰਮ ਚੱਲਦਾ ਰਿਹਾ ਤੇ ਹੁਣ ਵੀ ਚੱਲ ਰਿਹਾ। ਹੁਣ 75-76 ਸਾਲ ਉਮਰ ਆਪਣੀ ਹੋ ਗਈ ਹੈ। ਮੈਂ ਬੀਬਾ ਜੀ ਨੂੰ ਇਹ ਸਵਾਲ, ਕਿਉਂਕਿ ਇਹਨਾਂ ਦਾ ਜਿਹੜਾ ਦੋਸਤੀ ਦਾ ਘੇਰਾ ਬੜਾ ਵਿਸ਼ਾਲ ਰਿਹਾ ਹੈ ਤੇ ਦੋਸਤੀਆਂ ਬਾਰੇ ਇਹਨਾਂ ਦੇ ਜਿਹੜੇ ਨੇ ਤਜਰਬੇ ਵੀ ਬੜੇ ਕੌੜੇ ਫਿੱਕੇ ਹੁਣ ਤੱਕ ਰਹੇ ਨੇ। ਮੈਂ ਇਹਨਾਂ ਦੇ ਦੋਸਤੀਆਂ ਦੇ ਘੇਰੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਬੀਬਾ ਨਾਲ। ਦੋਸਤੀਆਂ ਦਾ ਮੇਰਾ ਸਰਕਲ ਬਹੁਤ ਵਸੀਹ ਆ ਤੇ ਉਹਦਾ ਕਾਰਨ ਸੀ ਵੀ ਫੋਟੋਗ੍ਰਾਫਰ ਮੇਰੇ ਅੱਛੇ ਦੋਸਤ, ਥੀਏਟਰ ਦੇ ਬੰਦੇ ਦੋਸਤ, ਪੇਂਟਰ ਮੇਰੇ ਦੋਸਤ, ਫਿਰ ਜਿਹੜੇ 3 ਫੀਲਡ ਤਾਂ ਸਿੱਧੇ ਹੋ ਗਏ ਨਾ, ਤੇ ਆਪਣੇ ਲਿਟਰੇਚਰ 'ਚ ਆ ਗਏ ਹੈ ਨਾ। ਇਹਦੇ ਵਿੱਚ ਸ਼ਾਇਰ ਵੱਖਰੇ ਦੋਸਤ, ਕਹਾਣੀਕਾਰ ਦੋਸਤ ਵੱਖਰੇ ਬਣ ਗਏ। ਸੋ ਉਹਦੇ ਵਿੱਚ ਤਜਰਬੇ ਤਾਂ ਹੋਣੇ ਹੀ ਹੋਣੇ ਨੇ। ਫਿਰ ਜਦੋਂ ਮੈਂ ਇੱਥੇ ਘਰ ਬਣਾ ਲਿਆ ਗੁਰਦਾਸਪੁਰ, ਕੁਝ ਬੰਦੇ ਇੱਦਾਂ ਦੇ ਆਏ ਇੱਥੇ ਜਿਹੜੇ ਕਿ ਆਪਣੇ ਘਰਾਂ ਤੋਂ ਜਦੋਂ ਦੁਖੀ ਹੁੰਦੇ ਸੀ, ਜਨਾਨੀਆਂ ਤੋਂ ਨਿਆਣਿਆਂ ਤੋਂ, ਉਹ ਮੇਰੇ ਕੋਲ ਆ ਜਾਂਦੇ ਸੀ। ਇੱਥੇ ਆ ਕੇ ਸਿੱਧੇ ਉਹਨਾਂ ਨੇ ਕੱਪੜੇ ਲਾਉਣੇ, ਕੱਛਿਆਂ ਨਾਲ ਤੁਰੇ ਫਿਰਨੇ, ਹਾ 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 ਹੱਸਣਾ। ਤੇ ਜਦੋਂ ਮੈਂ ਉਹਨਾਂ ਦੇ ਘਰ ਪਹੁੰਚਣਾ, ਉਹਨਾਂ ਨੇ ਇੱਕ ਦਰਵਾਜ਼ਾ ਵੀ ਵੱਖਰਾ ਖੋਲ੍ਹਣਾ। ਉਹਨਾਂ ਨੇ ਕਹਿਣਾ ਬੀਬਾ ਨਹੀਂ ਉੱਚੇ ਨਾ ਬੋਲਣਾ, ਅਸੀਂ ਨੂੰਹਾਂ ਧੀਆਂ ਵਾਲੇ ਨੇ। ਮੈਂ ਕਿਹਾ ਭਾਈ ਕੰਜਰ ਦੋ, ਮੇਰਾ ਘਰ ਸਾਰਾ ਕੋਈ ਕੰਜਰ ਖਾਨਾ ਹੈ। ਠੀਕ ਆ ਕਿ ਚਲੋ ਮੈਂ ਓਸ਼ੋ ਦਾ ਫਾਲੋਅਰ ਹਾਂ। ਓਸ਼ੋ ਨੇ ਸਾਨੂੰ ਕਿਹਾ ਵੀ ਜ਼ਿੰਦਗੀ ਜਿਹੜੀ ਹੈ ਤੁਸੀਂ ਉਹਦੇ ਵਿੱਚ ਟਰਾਂਸਪੇਰੈਂਸੀ ਰੱਖੋ, ਲੁਕਾਉਣਾ ਕੁਝ ਨਹੀਂ। ਚਲੋ ਹੱਸੋ, ਪਰ ਕਮਾਲ ਦੀ ਗੱਲ ਆ ਵੀ ਤੁਸੀਂ ਮੇਰੇ ਘਰ ਨੂੰ ਇੱਦਾਂ ਸਮਝਿਆ ਹੋਇਆ ਹੈ ਨਾ। ਉਹ ਫਿਰ ਮੈਂ ਹੌਲੀ ਬੰਦੇ ਜਿਹੜੇ ਨੇ ਨਾ ਇੱਦਾਂ ਦੇ ਮਨਫੀ ਕਰਦਾ ਕਿ ਜਾਂ ਫਿਰ ਕਈ ਦੋਸਤ ਉਹ ਇੱਦਾਂ ਦੇ ਵੀ ਨਿਕਲੇ, ਅਸੀਂ ਤਾਂ ਉਹਨਾਂ ਨਾਲ ਸਾਰੀ ਗੱਲ ਦਿਲ ਦੀ ਫੋਲ ਲੈਣੀ ਆ, ਉਹ ਸਾਤੋਂ ਚੀਜ਼ਾਂ ਲੁਕੋ ਕੇ ਰੱਖਦੇ। ਹਾਂਜੀ, ਉਹਲੇ ਰੱਖਣੇ ਚੀਜ਼ਾਂ ਦੇ, ਉਹ ਵੀ ਫਿਰ ਮਨਫੀ ਮੈਂ ਹੌਲੀ ਕਰਦਾ ਗਿਆ। ਮੈਂ ਤਾਂ ਫਿਰ ਬਾਹਰ ਗੇਟ 'ਤੇ ਨਾਂ ਵੀ ਲਿਖ ਦਿੰਦਾ ਸੀ ਵੀ ਆਹ ਬੰਦਾ ਹੁਣ ਇੱਥੇ ਕਰਮ ਭੂਮੀ 108 'ਚ ਇਹਦੀ ਆਪਣੇ ਕੋਈ ਐਂਟਰੀ ਨਹੀਂ। ਤੇ ਉਹਨਾਂ ਨੂੰ ਪਤਾ ਵੀ ਲੱਗ ਜਾਂਦਾ ਸੀ, ਉਹਨਾਂ ਨੂੰ ਪਤਾ ਵੀ ਸਾਡੇ ਬਾਰੇ ਗੱਲ ਹੋ ਰਹੀ ਆ। ਪਰ ਕਈ ਜਿਹੜੇ ਅੰਦਰੋਂ ਗਿਲਟੀ ਸੀ ਉਹ ਆਪਣਾ ਸ਼ੱਕ ਕਰਦੇ ਵੀ ਸ਼ਾਇਦ ਸਾਡਾ ਤਾਂ ਨਹੀਂ ਨਾਂ ਕਿਤੇ ਆ ਗਿਆ, ਸਾਡਾ ਤਾਂ ਨਹੀਂ ਨਾਂ ਆ ਗਿਆ। ਪਰ ਜਿਹੜੇ ਅਸਲੀ ਹੁੰਦੇ ਸੀ ਉਹ ਵੀ ਸਮਝ ਜਾਂਦੇ ਸੀ। ਸੋ ਇਸ ਕਰਕੇ ਆਪਾਂ ਹੁਣ ਆਨੰਦ ਦਾ ਬਹੁਤ ਘੱਟ ਜਿਹੜੇ ਨੇ, ਜਿੱਦਾਂ ਹੁਣ ਆਪਣੇ ਪੁਰਾਣੇ ਦੋਸਤਾਂ 'ਚ ਮੁਖਤਿਆਰ ਗਿੱਲ ਆ ਮੇਰੇ ਕੋਲ, ਮੈਂ ਇਹਨੂੰ ਸਿੰਸੀਅਰ ਸਿੱਧਾ ਸਾਦਾ ਬੰਦਾ, ਕੋਈ ਇਹਦੇ ਵਿੱਚ ਸਾਡੇ 'ਚ ਓਹਲਾ ਨਹੀਂ ਗਾ। ਪਰ ਮੈਨੂੰ ਜਿਹੜੀ ਸਭ ਤੋਂ ਵੱਧ ਨਫ਼ਰਤ ਉਹੀ ਰਹੀ ਹੈ ਕਿ ਜਿਹੜੇ ਦੂਰਾ ਮਿਆਰ ਰੱਖਦੇ ਨੇ, ਹਾਂਜੀ, ਅਤੇ ਆਪਣੇ ਇੱਥੇ ਆ ਕੇ ਹੋਰ ਗੱਲਾਂ, ਹਾਂਜੀ, ਅਤੇ ਆਪਣੇ ਘਰਾਂ 'ਚ ਹੋਰ ਤਰ੍ਹਾਂ ਦੀਆਂ ਗੱਲਾਂ, ਉਹ ਮੈਂ ਸਭ ਪਰੇ ਕਰ ਦਿੱਤੇ। ਕਹਿੰਦੇ ਬੀਬਾ ਜੀ ਇਹ ਘਰ ਨੂੰ ਨਾਨਕਾ ਘਰ ਵੀ ਸਮਝ ਜਾਂਦੇ ਜਦੋਂ ਆਉਂਦੇ ਸੀ। ਆਹੋ, ਅਤੇ ਮੈਂ ਉਹੀ ਦੱਸਿਆ ਨਾ ਗੱਲ, ਜ਼ਰੂਰਤ ਜ਼ਿਆਦਾ ਖੁੱਲ੍ਹ ਲੈਣੀ। ਅਤੇ ਖੁੱਲ੍ਹ ਦਾ ਮਤਲਬ ਇਹ ਥੋੜ੍ਹਾ ਹੁਣ ਜਾਂ ਕਈ ਬੰਦਿਆਂ ਨੇ ਆ ਜਾਣਾ, ਉਹ ਚਲੋ ਉੱਥੇ ਦਾਰੂ ਪੀ ਕੇ ਉਹ ਬੰਦ ਕੀਤੇ। ਮੈਂ ਕਿਹਾ ਸਾਲੇ ਓਏ ਹੱਥ ਆ ਹੈਂ, ਦਾਰੂ ਲੈ ਕੇ ਆ ਜਾਂਦੇ ਤੁਸੀਂ, ਇਹ ਹੱਥ ਆ ਕੋਈ? ਅਤੇ ਅੱਛਾ, ਉਹ ਗੱਲ ਹੋਇਆ ਵੀ ਸ਼ੁਰੂ 'ਚ ਤਾਂ ਮੈਨੂੰ ਬਹੁਤਾ ਪਤਾ ਨਹੀਂ ਸੀ ਲੇਖਕਾਂ ਬਾਰੇ। ਅਤੇ ਚਲੋ ਇੱਕ ਹੁੰਦਾ ਨਵਾਂ ਬੰਦਾ ਲਿਖਦਾ ਵੀ ਆ, ਅਸੀਂ ਇੱਜ਼ਤ ਵੀ ਕਰਦੇ ਹਾਂ, ਪਰ ਲੋਕਾਂ ਨੇ ਕਹਿਣਾ ਓਏ ਬੀਬਾ ਮੁਰਗਾ ਬੜਾ ਵਧੀਆ ਬਣਾਉਂਦਾ, ਇਹ ਜਗ੍ਹਾ ਬਹੁਤ ਆਪਣੇ। ਉਹ ਕਹਿੰਦੇ ਯਾਰ ਉਹਦੀ ਕਵਿਤਾ ਦੀ ਤਾਂ ਤੁਸੀਂ ਗੱਲ ਨਹੀਂ ਕਰਦੇ, ਸਾਰੇ ਮੁਰਗੇ ਦੀ ਗੱਲ ਕਰਦੇ ਹੋ। ਹਾਂਜੀ, ਉਹ ਫਿਰ ਮੈਨੂੰ ਗੱਲ ਦੀ ਸਮਝ ਆ ਗਈ। ਇੱਦਾਂ ਹੀ ਫਿਰ ਗੁੱਲ ਚੌਹਾਨ ਹੋਣੀ ਇੱਥੇ ਆਏ, ਪਰਮਿੰਦਰਜੀਤ, ਉਹ ਇੱਕ ਅੱਗੇ ਦੀ ਅੱਗੇ ਲੜੀ ਨਾਲ ਖੁਰਸ਼ੀਦ ਨੂੰ ਚੱਕ ਲਿਆਏ, ਕੋਈ ਹੋਰ ਆ ਗਿਆ ਬੰਦੇ ਇੱਦਾਂ ਦੇ। ਅੱਛਾ, ਉਹ ਜਦੋਂ ਮੈਂ ਬੰਦਿਆਂ ਨੂੰ ਹੌਲੀ ਪਰੇ ਕਰ ਦਿੱਤੇ ਨਾ, ਅਤੇ ਗੁੱਲ ਚੌਹਾਨ ਆਮ ਕਹਿੰਦਾ ਹੁੰਦਾ ਸੀ, ਉਹ ਕਹਿੰਦਾ ਤੁਸੀਂ ਸੁਣੀਏ ਨਾ ਕਹਾਵਤ ਵੀ ਜਿਹੜਾ ਸਵੇਰ ਦਾ ਭੁੱਲਿਆ
ਸ਼ਾਮ ਨੂੰ ਵਾਪਸ ਆ ਜਾਏ ਤੇ ਉਹ ਭੁੱਲਿਆ ਨਹੀਂ ਕਹਾਉਂਦਾ। ਕਹਿੰਦਾ ਬੀਬਾ ਤਾਂ ਸਵੇਰ ਦਾ ਕਿ 11 ਵਜੇ ਮੁੜ ਆਇਆ ਸੀ, ਇਹਨਾਂ ਨੇ ਸਾਨੂੰ ਮੁੜ ਕੇ ਵੜਨ ਨਹੀਂ ਦਿੱਤਾ, ਘਰ ਨਹੀਂ ਵੜਨ ਦਿੱਤਾ। ਹਾਂ ਬਸ। ਤੋ ਇਸ ਕਰਕੇ ਚਲੋ ਜ਼ਿੰਦਗੀ 'ਚ ਜਜ਼ਬਾਤੀ ਗੱਲਾਂ ਵੀ ਹੁੰਦੀਆਂ ਨੇ, ਬਹੁਤ ਕੁਝ ਚੱਲਦਾ ਲਾਈਫ ਦੇ ਵਿੱਚ, ਪਰ ਜਦੋਂ ਤੁਸੀਂ ਕਿਸੇ ਨੂੰ ਐਕਸਪਲੋਇਟ ਕਰਨਾ, ਵਰਤਣਾ ਜਾਂ ਚੂੰਡਣਾ ਸ਼ੁਰੂ ਕਰਦੇ ਹੋ ਤੇ ਫਿਰ ਤਾਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਨਾ ਵੀ ਪਰੇ ਕਰੋ ਅਸੀਂ ਕਰਨ, ਜਦੋਂ ਕਿ ਮੈਂ ਆਪਣੀ ਜ਼ਿੰਦਗੀ ਆਪ ਜੀਣੀ ਹੈ। ਹਾਂਜੀ ਬਿਲਕੁਲ। ਤੇ ਅਗਲਾ ਸਵਾਲ ਮੇਰਾ ਬੀਬਾ ਜੀ, ਇਹ ਸਰਬਜੀਤ ਸੰਧੂ ਹੋਣਾ ਤੁਹਾਡੇ ਬਾਰੇ ਸੰਭਾਵਨਾ ਜਿਹੜਾ ਮੈਗਜ਼ੀਨ ਕੱਢਿਆ ਬੜੀ ਚਰਚਾ ਹੋਈ। ਹਾਂ, ਸਾਹਿਤਕਾਰ ਦੋਸਤਾਂ ਦਾ ਸਾਰਾ ਹੀ ਉਹਦੇ ਵਿੱਚ ਸਮੁੱਚਾ ਜਿਹੜਾ ਤੁਹਾਡਾ ਪ੍ਰਭਾਵ ਜਾਂ ਤੁਹਾਡੀ ਕਵਿਤਾ ਬਾਰੇ ਉਹ ਸਾਰਾ ਉਹਦੇ ਵਿੱਚ ਉਹ ਵੀ ਬੜੀ ਸਾਂਭਿਆ ਗਿਆ। ਤੇ ਉਹਦੇ ਤੋਂ ਪਹਿਲਾਂ ਜਿਹੜਾ ਮੈਂ ਦੱਸਦਾ ਮੇਰੇ ਕੋਲੇ ਕਰਦੇ ਹੋ ਕਿ ਜੇ ਉਹਦੇ ਤੇ ਛਪ ਜਾਂਦਾ ਤੇ ਇਹਦੇ ਸੰਭਾਵਨਾ ਛਪਿਆ ਤੇ ਉਹਦਾ ਕੀ ਫਰਕ? ਹਾਂ ਉਹ ਮੈਂ ਦੱਸਦਾ, ਕਿਉਂਕਿ ਜਿਹੜਾ ਮੈਟਰ ਸੀ ਨਾ ਮੇਰੇ ਕੋਲੇ, ਉਹ ਮੇਰੀ ਆਦਤ ਆ ਵੀ ਮੈਂ ਇੱਕ ਫਾਈਲ ਦੇ ਵਿੱਚ ਇਕੱਠਾ ਕਰੀ ਜਾਂਦਾ ਹੁੰਦਾ, ਜਿੰਨਾ ਮੇਰੇ ਬਾਰੇ ਕੋਈ ਆਰਟੀਕਲ ਛਪਿਆ ਜਾਂ ਕਿਤਾਬਾਂ ਦੇ ਰਿਵਿਊ ਵਗੈਰਾ ਵਗੈਰਾ ਫਾਈਲ ਮੈਂ ਬਣਾਈ ਹੋਈ ਸੀ। ਹਾਂਜੀ। ਤੇ ਆਪਣੇ ਈਵਨ 1968 ਦੇ ਵਿੱਚ ਹਰਸਰਨ ਸਿੰਘ ਨਾਟਕਕਾਰ ਨੇ, ਹਾਂਜੀ, ਅਸੀਂ ਉਹਦਾ ਵੀ ਇੱਕ ਸੱਚ ਫੁੱਲ ਪਲੇ ਉੱਥੇ ਖੇਡਿਆ ਨਾਟਕ ਜਿਗਰਾ, ਘੁੰਮਣ ਸਾਹਿਬ ਦੇ ਨਾਲ। ਹਾਂ ਬਿਲਕੁਲ, ਘੁੰਮਣ ਸਾਹਿਬ ਦੇ ਦੋਸਤ ਵੀ ਸੀ, ਜਿਗਰਾ ਹੀ ਪਲੇ ਖੇਡਿਆ। ਤੇ ਉਸ ਵਕਤ ਹੇਮ ਜੋਤੀ ਮੈਗਜ਼ੀਨ ਹੁੰਦਾ ਸੀ ਇੱਕ, ਉਹਦੇ ਵਿੱਚ ਹਰਸਰਨ ਸਿੰਘ ਉਹਨਾਂ ਨੇ ਮੇਰੇ ਬਾਰੇ ਇੱਕ ਆਰਟੀਕਲ ਲਿਖਿਆ। ਸੁਰਿੰਦਰ ਹੁੰਦਾ ਹੈ। ਹਾਂ ਸੁਰਿੰਦਰ ਸੀਗਾ, ਉਹਨੂੰ ਆਪਣੇ ਬਾਅਦ 'ਚ ਹੇਮ ਜੋਤੀ ਨਾਲ ਲੱਗ ਕੇ ਨਾ ਕਹਿਣਾ। ਅੱਛਾ, ਉਹ ਵੀ ਸੰਭਾਲਿਆ ਹੋਇਆ ਸੀ। ਉਹ ਇਹਨੇ ਸਰਬਜੀਤ ਸੰਧੂ ਜਿਹੜਾ ਆਪਣੇ ਗਜ਼ਲ ਗੋ ਆ, ਇਹਨੇ ਅੰਮ੍ਰਿਤਸਰ, ਉਹਨੇ ਸੰਭਾਲਿਆ ਹੋਇਆ ਸੀ ਉਹ ਆਰਟੀਕਲ। ਅੱਛਾ, ਉਹ ਇਤਫਾਕ ਦੀ ਗੱਲ ਹੋਈ, ਉਹ ਗੱਲ ਚੱਲੀ ਮੇਰੇ ਕੋਲ ਆਪਣੇ ਚੁਗਾਵੇਂ ਤੋਂ ਹੋਮੋਪੈਥੀ ਦਾ ਡਾਕਟਰ ਔਲਖ, ਜਤਿੰਦਰ ਔਲਖ, ਉਹ ਆਇਆ। ਉਹਨਾਂ ਦੇ ਨਾਲ ਆਪਣੇ ਮੁਖਤਿਆਰ ਗਿੱਲ ਸੀ, ਜਗਤਾਰ ਗਿੱਲ ਹੁਣੀ ਇੱਥੇ ਆਏ ਘੁੰਮਣ ਫਿਰਨ, ਉਹਨਾਂ ਦੇ ਨਾਲ ਹੀ ਮੈਨੂੰ ਮਿਲਿਆ। ਅੱਛਾ, ਉਹ ਮੈਗਜ਼ੀਨ ਵਗੈਰਾ ਕੱਢਦਾ ਸੀ। ਮੈਂ ਵੈਸੇ ਗੱਲ ਕੀਤੀ, ਮੈਂ ਕਿਹਾ ਯਾਰ ਇੱਕ ਮੇਰੇ ਕੋਲ ਮੈਟਰ ਹੈਗਾ ਤੇ ਵਿਸ਼ੇਸ਼ ਅੰਕ ਕੱਢ ਲਾ ਤੂੰ। ਉਹ ਕਹਿੰਦਾ ਠੀਕ ਆ। ਉਹ 6-7 ਮਹੀਨੇ ਮੈਟਰ ਲਈ ਫਿਰਦਾ ਰਿਹਾ ਤੇ ਉਗੜ ਦੁਗੜ ਜਿਹਾ ਕੰਮ ਉਹਨੇ, ਮੈਂ ਜਦੋਂ ਦਿਖਾਇਆ ਉਹਨੇ ਮੈਨੂੰ ਸਮਝ ਹੀ ਨਹੀਂ ਆਈ ਗੱਲ ਦੀ। ਮੈਂ ਕਿਹਾ ਯਾਰ ਕੀ ਗੱਲ ਬਣੀ? ਉਹ ਪ੍ਰੋਜੈਕਟ ਵਿੱਚ ਹੀ ਰਹਿ ਰੂ ਗਿਆ। ਫਿਰ ਸਰਬਜੀਤ ਸੰਧੂ ਨੂੰ ਮੈਂ ਕਿਹਾ ਯਾਰ ਮੇਰੇ ਕੋਲ ਇੱਦਾਂ ਦਾ ਮੈਟਰ ਪਿਆ ਤੇ ਤੁਸੀਂ ਆ ਪਰਚਾ ਕੱਢ ਦਿਓ ਸੰਭਾਵਨਾ ਤੇ ਇੱਕ ਅੰਕ ਕੱਢ ਲਓ ਮੇਰੇ ਬਾਰੇ। ਉਹ ਕਹਿੰਦਾ ਭਾਜੀ ਦਿਓ। ਉਹ ਮੈਟਰ ਉਹਦੇ ਕੋਲ ਵੀ ਪਿਆ ਸੀ, ਉਹਨੇ ਫਿਰ ਮੈਟਰ ਹੋਰ ਵੀ ਲੋਕਾਂ ਤੋਂ ਲਿਆ ਤੇ ਮੇਰੇ ਤੋਂ ਵੀ ਫਾਈਲ ਲੈ ਲਈ। ਲੇਕਿਨ ਉਸ ਬੰਦੇ ਦਾ ਮੈਂ ਇਹ ਜਨਮ ਕੀ ਜੇ ਅਗਲਾ ਜਨਮ ਕੋਈ ਹੁੰਦਾ ਉਹ 'ਚ ਵੀ ਉਹਦਾ ਆਸਾਨ ਜਿਹੜਾ ਨਹੀਂ ਲਾ ਸਕਦਾ, ਕਰਜ਼ਾ ਨਹੀਂ ਲਾ ਸਕਦਾ। ਉਹ ਕਮਾਲ ਦਾ ਅੰਕ ਉਹਨੇ ਨਾ 6 ਮਹੀਨੇ ਲਗਾਤਾਰ ਉਹਤੇ ਕੰਮ ਕੀਤਾ। ਮੈਂ ਗਵਾਹ ਉਹਦਾ ਬਿਲਕੁਲ 5-6 ਕਿਲੋ weight ਘਟ ਗਿਆ, ਇੰਨੀ ਮਿਹਨਤ ਕੀਤੀ। ਨਹੀਂ ਮੈਨੂੰ ਪਤਾ ਲੱਗਾ ਜਦੋਂ ਉਹਦੇ ਕੋਲ ਘਰ ਦਾ ਕੰਮ ਹੋਣਾ ਤੇ ਉਹਦੀ ਘਰ ਵਾਲੀ ਨੇ ਕਹਿਣਾ ਅਜੇ ਤੁਹਾਡਾ ਬੀਬਾ ਮੁੱਕਾ ਨਹੀਂ। ਹਾਂ ਨਹੀਂ, ਬਹੁਤ ਮਿਹਨਤ ਕੀਤੀ ਬੰਦੇ ਨੇ ਕੰਪੋਜ਼ ਸਾਰਾ ਪਰਚਾ ਕੀਤਾ, ਤਸਵੀਰਾਂ ਐਡਿਟ ਕੀਤੀਆਂ ਔਰ ਕਮਾਲ ਦਾ ਉਹਦਾ ਟਾਈਟਲ ਬਣਾ ਕੇ ਪ੍ਰਿੰਟ ਕਰਵਾਇਆ। ਔਰ ਸਭ ਤੋਂ ਵੱਡੀ ਗੱਲ ਆ ਵੀ 70,000 ਰੁਪਈਆ ਜਿਹੜਾ ਉਹਨੇ ਜੇਬ 'ਚੋਂ ਖਰਚ ਕੀਤਾ। ਮੈਂ ਉਹਨੂੰ ਕਿਹਾ ਵੀ ਸਰਬਜੀਤ ਤੂੰ ਮੇਰੇ ਤੋਂ ਮਦਦ। ਕਹਿੰਦਾ ਨਹੀਂ, ਇਹ ਪ੍ਰੋਜੈਕਟ ਮੇਰਾ। 70,000 ਰੁਪਇਆ, ਉਹ 100 ਤੇ 80-85 ਪੇਜ ਦਾ ਪਰਚਾ। ਤੇ ਉਹ ਮੈਂ ਕਿਹਾ ਯਾਰ ਮੈਨੂੰ ਜਿਉਂਦੇ ਜੀ ਸੰਭਾਲ ਲਿਆ, ਨਹੀਂ ਤਾਂ ਲੋਕ ਮਰਿਆਂ ਤੋਂ ਬਾਅਦ ਇੱਕ ਵਿਸ਼ੇਸ਼ ਅੰਕ ਐਵੇਂ ਟੋਟਾ ਜਿਹਾ ਕੱਢ ਦਿੰਦੇ ਨੇ। ਹਾਂਜੀ, ਤੇ ਇਹ ਜਿਉਂਦੇ ਜੀ ਸੰਭਾਲਿਆ ਗਿਆ ਤੇ ਆਪਾਂ ਬੇਫਿਕਰ ਹੋ ਗਏ ਹੁਣ ਸਾਰੇ। ਮੈਂ ਤਾਂ ਬੀਬਾ ਜੀ ਉਹ ਚੀਜ਼ ਦਾ ਗਵਾਹ ਹੈਗਾ। ਉਹ 3-4 ਵਾਰ ਖਰੜਾ ਉਹ ਕਰਦੇ, ਫੇਰ ਗਲਤੀਆਂ ਨਿਕਲਦੀਆਂ, ਫੇਰ ਕਹਿੰਦੇ ਫੇਰ ਗਲਤੀਆਂ ਨਿਕਲਦੀਆਂ। ਨਹੀਂ ਮੈਂ ਕਹਿੰਦਾ 180-84 ਪੇਜ ਨੇ ਕੋਈ ਗਲਤੀ ਨਹੀਂ, ਪੂਰੀ ਇੱਕ ਵੀ ਕਿਤੇ ਕੋਈ ਉਂਗਲ ਨਹੀਂ ਧਰ ਸਕਦਾ। ਬਿਲਕੁਲ ਉਹਨਾਂ ਜਿਹਦਾ ਸਮਰਪਿਤ ਭਾਵਨਾ ਨਾਲ ਕੋਈ ਕੰਮ ਨੂੰ ਲੱਗ ਜਾਣਾ ਨਾ ਵੀ ਇਹਨੂੰ ਮੈਂ ਪੂਰਾ ਕਰਕੇ ਮੈਂ ਕਰੂੰਗਾ। ਔਰ ਉਹਨੇ ਕੀਤਾ 1000 ਛਪਿਆ ਸੀ ਉਹ ਪਰਚਾ, ਤੇ ਹਾਲੇ ਵੀ ਆਪਣੇ ਕੋਲੇ ਪਏ ਨੇ। ਜਦੋਂ ਕੋਈ ਖਾਸ ਬੰਦਾ ਮੰਗਦਾ ਪਰਚਾ ਦੇ ਦੇਈਦਾ। ਚਲੋ ਜ਼ਿੰਦਗੀ 'ਚ ਇਦਾਂ ਦੇ ਵੀ ਦੋਸਤ ਹੈਗੇ ਨੇ ਤੇ ਦੋਸਤ ਤਾਂ ਬਹੁਤ ਘੱਟ। ਹਾਂ ਨਹੀਂ, ਉਹ ਤਾਂ ਫਿਰ ਰੇਅਰ ਨੇ ਨਾ, ਉਹ ਅੱਜ ਦੀ ਨਹੀਂ ਗੱਲ ਹੈਗੀ। ਗੱਲ ਹਮੇਸ਼ਾ ਹੀ ਜਦੋਂ ਦੀ ਦੁਨੀਆ ਬਣੀ ਹੈ ਨਾ, ਜਦੋਂ ਦੀ ਸਮਾਜਿਕ ਜਿਹੜਾ ਤੁਹਾਡਾ ਢਾਂਚਾ ਬਣਿਆ,
ਉਹਦੇ ਵਿੱਚ ਦੋਸਤੀਆਂ ਜਿਹੜੀਆਂ ਨੇ ਨਾ ਸਿੰਸੀਅਰ ਬੰਦੇ ਬੜੇ ਘੱਟ ਨੇ। ਬਾਕੀ ਤਾਂ ਦੁਨੀਆਦਾਰੀ ਚੱਲੀ ਜਾਂਦੀ ਹੈ, ਲੁੱਟਾਂ ਖੂਹਾਂ ਠੱਗੀ ਠੋਰੀ ਕੰਮ ਚੱਲ ਰਹੇ ਨੇ ਸਾਰੇ ਕੰਮ ਸਮਝੇ। ਇੱਥੇ ਹੋ ਜਾਵੇ ਪੰਗਾ ਦੋਸਤ ਕੋਈ ਪੰਗਾ ਦੇ ਵਿੱਚ ਲੈਣੇ ਦੋਸਤੀ ਤਾਂ ਗਿਣਤੀ ਦੇ ਕੁਝ ਬੰਦੇ ਹੁੰਦੇ ਨੇ। ਚਲੋ ਮੈਂ ਤਾਂ ਇਹ ਗਨੀਮਤ ਸਮਝਦਾ ਵੀ ਜੇ ਤੁਹਾਨੂੰ ਦੋਸਤ ਇੱਕ ਅੱਧਾ ਵੀ ਚੰਗਾ ਮਿਲ ਗਿਆ ਨਾ ਜ਼ਿੰਦਗੀ 'ਚ ਬਹੁਤ ਵੱਡੀ ਗੱਲ। ਭੀੜ ਕਰਕੇ ਕੀ ਕਰਨੀ ਇਕੱਠੀ ਕਰ। ਇੱਕ ਵੀ ਬਈ ਮੇਰਾ ਹੋਰ ਸਵਾਲ ਹੈ। ਮੈਂ 1869 ਤੋਂ ਤੁਹਾਨੂੰ ਵੇਖਣਾ ਸ਼ੁਰੂ ਕੀਤਾ ਹੈ ਤੇ ਦੋਸਤੀ ਤੇ ਆਪਣੀ ਕੁੜੀ ਹੁਣ ਹੋਈ ਆ। ਮੈਂ ਜਦੋਂ ਦਾ ਵੇਖਣਾ ਉਦੋਂ ਤੁਹਾਡੇ ਸਿਰ ਤੇ ਕਾਲੀ ਦਸਤਾਰ ਹੀ ਹੁੰਦੀ ਆ, ਲਾਲ ਛੁੱਟੀ ਹੁੰਦੀ, ਇਹਦਾ ਰਾਜ ਵੀ ਦੱਸੋ। ਉਹ ਕਾਲੀ ਪੈਂਟ ਵੀ ਕਾਲੀ। ਇਹਦਾ ਕਾਲੀ ਪੈਂਟ ਤਾਂ ਚਲੋ ਮੈਚਿੰਗ ਸੀ। ਗੱਲ ਪਗੜੀ ਦੀ, ਲਾਲ ਛੁੱਟੀ ਤੇ ਹਾਂ ਗੱਲ ਪਗੜੀ ਦੀ ਆ। ਇੱਕ ਫੰਕਸ਼ਨ ਸੀ ਉੱਥੇ ਅਟੈਂਡ ਕਰਨਗੇ, ਸ਼ਾਇਦ ਡਾਕਟਰ ਰਵਿੰਦਰ ਦੀ ਕਿਤਾਬ ਦਾ ਸੀ। ਤੇ ਜਦੋਂ ਫੰਕਸ਼ਨ ਖਤਮ ਹੋਇਆ ਚਾਹ ਜਦੋਂ ਪੀ ਰਹੇ ਤੇ ਮੇਰੇ ਸਾਹਮਣੇ ਨਾ ਇੱਕ ਬਜ਼ੁਰਗ ਜਿਹਾ ਬੰਦਾ ਆ ਖੜਿਆ। ਹਾਂਜੀ। ਤੇ ਕਹਿੰਦਾ ਵੀ ਮੈਂ ਵੀ ਆਰਟ ਕਾਲਜ ਦਾ ਸਟੂਡੈਂਟ ਰਿਹਾ। ਮੈਂ ਕਿਹਾ ਯਾਰ ਤੈਨੂੰ ਤਾਂ ਮੈਂ ਕਦੀ ਦੇਖਿਆ ਹੀ ਨਹੀਂ ਉੱਥੇ। 2 ਸਾਲ ਜੂਨੀਅਰ ਨਹੀਂ ਮੈਂ 5 ਸਾਲ। ਅੱਛਾ। ਮੈਂ ਤਾਂ ਤੈਨੂੰ ਦੇਖਿਆ ਨਹੀਂ ਉੱਥੇ ਕਦੀ। ਕਹਿੰਦਾ ਜੀ ਦੇਖਣਾ ਤੁਸੀਂ ਕਿੱਥੇ ਸੀ ਬਈ ਤੁਸੀਂ ਪਾਸ ਕੀਤਾ 68 'ਚ ਤੇ ਮੈਂ ਦਾਖਲ ਹੋਇਆ। ਲੇਕਿਨ ਕਹਿੰਦਾ ਕਮਾਲ ਦੀ ਗੱਲ ਹੋਈ ਆ ਵੀ 5 ਸਾਲ ਤੁਹਾਡੀਆਂ ਹੀ ਗੱਲਾਂ ਉੱਥੇ ਸੁਣਦੇ ਰਹੇ। ਹਾਂਜੀ ਵਧੀਆ। ਹਾਂ ਵੀ ਉੱਥੇ ਗੱਲਾਂ ਸੁਣਦੇ ਰਹੇ। ਫਿਰ ਜਿਹੜੀ ਤੁਸੀਂ ਕੁੜੀ ਨੂੰ ਮੁਹੱਬਤ ਕਰਦੇ ਸੀ ਉਹ ਵੀ ਉਹ 2 ਸਾਲ ਸਾਤੋਂ ਅੱਗੇ ਸੀ। ਅਸੀਂ ਉਹ ਤੁਹਾਡੇ ਕਰਕੇ ਉਹਦੀ ਵੀ ਬਹੁਤ ਇੱਜ਼ਤ ਕਰਦੇ ਸੀ। ਤੇ ਉਹ ਕਹਿੰਦਾ ਸਾਨੂੰ ਸਾਰੀ ਕਹਾਣੀ ਦਾ ਪਤਾ। ਮੈਂ ਕਿਹਾ ਕਹਾਣੀ ਤਾਂ ਬਾਬਾ ਜੀ ਇਹ ਹੈ, ਇਹ ਤਾਂ ਹੁੰਦੇ ਨੇ ਮਨ ਦੀਆਂ ਗੱਲਾਂ। ਉਹ ਠੀਕ ਆ ਕਿ ਮੈਨੂੰ ਚੰਗੀ ਲੱਗਦੀ ਸੀ। ਮੇਰੇ ਨਾਲ ਥੀਏਟਰ ਵੀ ਉਹਨੇ ਕੀਤਾ ਇਕੱਠਾ, ਅੱਛਾ ਰਿਲੇਸ਼ਨ ਸੀ। ਉਹਦੇ ਪੇਰੈਂਟਸ ਵੀ ਮੇਰੇ ਵਾਕਫ ਸੀ। ਪਰ ਸਮੱਸਿਆ ਸੀ ਵੀ ਉਹ ਅੱਗੇ ਆਲਰੇਡੀ ਕਿਸੇ ਨੂੰ ਚਾਹੁੰਦੀ ਸੀ। ਤੇ ਚਲੋ ਖੈਰ ਮੇਰੇ ਜਜ਼ਬਾਤ ਵੀ ਸੱਚੇ ਸੀ। ਅੱਛਾ ਉਹਨੂੰ ਪਤਾ ਵੀ ਸੀ ਵੀ ਇਹ ਮੈਨੂੰ ਚਾਹੁੰਦਾ। ਪਰ ਉਹ ਫਿਰ ਕਹਿੰਦੀ ਹੁਣ ਮੈਂ ਕੀ ਕਰਾਂ। ਮੈਂ ਪਤਾ ਕਿ ਬੀਬਾ ਬੰਦਾ ਚੰਗਾ, ਪਰ ਮੇਰੀ ਮਜਬੂਰੀ ਹੈ। ਚਲੋ ਖੈਰ ਉਹ ਮੈਂ ਤਕਰੀਬਨ ਜਦੋਂ ਮੈਂ ਗੁਰਦਾਸਪੁਰ ਆ ਗਿਆ ਉਸ ਤੋਂ ਬਾਅਦ 5 ਸਮਝ ਲਓ 69 'ਚ ਆਇਆ। 74 ਦੇ ਵਿੱਚ 73 ਦੇ ਵਿੱਚ ਉਹਦੀ ਸ਼ਾਦੀ ਹੋ ਗਈ। ਤੇ ਚਲੋ ਖੈਰ ਮੈਨੂੰ ਬੜੀ ਖੁਸ਼ੀ ਹੋਈ ਵੀ ਜਿੱਥੇ ਉਹ ਚਾਹੁੰਦੀ ਸੀ ਨਾ ਉੱਥੇ ਉਹਦਾ ਮੈਰਿਜ ਹੋ ਗਈ। ਉਹ ਮਿਲਟਰੀ ਦੇ ਵਿੱਚ ਸੀ ਬੰਦਾ। ਜਦੋਂ ਮੈਨੂੰ ਪਤਾ ਲੱਗਾ ਵੀ ਅੱਗੇ ਕਿਸੇ ਹੋਰ ਨੂੰ ਚਾਹੁੰਦੀ ਹੈ, ਪਰ ਉਹਦੇ ਘਰ ਦੇ ਬੜੇ ਫਿਰ ਵੀ ਚਾਹੁੰਦੇ ਸੀ ਵੀ ਜੇ ਬੀਬੇ ਨਾਲ ਗੱਲ ਬਣ ਜੇ ਚੰਗੀ ਗੱਲ। ਖੈਰ ਮੈਂ ਐਵੇਂ ਹੀ ਨਾ ਮਨ ਦੇ ਵਿੱਚ ਧਾਰ ਲਿਆ। ਮੈਂ ਕਿਹਾ ਜਦ ਤੱਕ ਇਹ ਨਹੀਂ ਨਾ ਮੰਨਦੀ ਤੇ ਮੈਂ ਪਗੜੀ ਕਾਲੀ ਪਗੜੀ। ਤੇ ਉਹ ਤਕਰੀਬਨ ਫਿਰ ਉਹੀ ਦੱਸੀ ਗੱਲ। ਜਦੋਂ ਉਹਦੀ ਸ਼ਾਦੀ ਹੋ ਗਈ ਤੇ ਮੈਂ ਲਗਭਗ ਵਿਹਲਾ ਜਿਹਾ ਹੋ ਗਿਆ। ਫਿਰ ਅਚਾਨਕ ਇੱਕ ਜ਼ਿੰਦਗੀ 'ਚ ਹੋਰ ਲੜਕੀ ਆ ਗਈ। ਤੇ ਕਿਉਂਕਿ ਉਹਦਾ ਪਹਿਲੀ ਨਾਲ ਤਾਂ ਮੇਰਾ ਇੱਕ ਕਿਸਮ ਦਾ ਇੱਕ ਸਾਈਡ ਮਤਲਬ ਇੱਕ ਪਾਸੜ ਮੁਹੱਬਤ ਹੀ ਸੀ ਨਾ। ਹਾਂ ਲੇਕਿਨ ਉਹਦੇ ਵਿੱਚ ਵੀ ਮੈਂ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਅਚੀਵ ਕੀਤਾ ਕਿਉਂਕਿ ਮੈਂ ਪੋਰਟਰੇਟ ਪੇਂਟ ਕੀਤੇ ਉਹਦੇ ਕਾਫੀ ਸਾਰੇ ਔਰ ਮੁਹਾਰਤ ਹਾਸਲ ਕੀਤੀ। ਮੇਰਾ ਨਾਮ ਮਤਲਬ ਚੰਗੇ ਮਤਲਬ ਪੋਰਟਰੇਟ ਪੇਂਟਰਾਂ ਦੇ ਵਿੱਚ ਗਿਣਿਆ ਗਿਆ। ਅੱਛਾ ਉਹ ਜਦੋਂ ਦੂਸਰੀ ਕੁੜੀ ਆਈ ਉਹਨੇ ਖੈਰ ਮੈਨੂੰ ਬਹੁਤ ਮੁਹੱਬਤ ਕੀਤੀ। ਜਿਹੜਾ ਮੇਰੇ ਅੰਦਰ ਕੰਪਲੈਕਸ ਸੀ ਨਾ ਇੱਕ ਜਿਹੜਾ ਘਟੀਆਪਣ ਦਾ ਅਹਿਸਾਸ ਉਹ ਦੂਰ ਹੋ ਗਿਆ। ਤੇ ਇੱਕ ਦਿਨ ਮੈਂ ਵੈਸੇ ਉਹਦੇ ਨਾਲ ਗੱਲਾਂ ਕਰ ਰਿਹਾ ਸੀ ਬਈ ਉਹਨੂੰ ਦੱਸ ਮੈਨੂੰ ਕਦੀ ਆਪਣੀ ਕਹਾਣੀ ਦੱਸ। ਸਾਰੀ ਗੱਲ ਹੋਈ। ਉਹ ਖੈਰ ਸੁਣ ਕੇ ਉਹਨੇ ਵੀ ਅੱਖਾਂ 'ਚ ਅਥਰੂ ਭਰੇ। ਤੇ ਮੈਂ ਵੈਸੇ ਹੀ ਉਹਨੂੰ ਇੱਕ ਦਿਨ ਲਾਡ 'ਚ ਕਿਹਾ ਵੀ ਮੈਂ ਪਗੜੀ ਇੱਦਾਂ ਕਾਲੀ ਬੰਨ੍ਹਦਾ ਰਿਹਾ ਤੇ ਹੁਣ ਮੇਰਾ ਦਿਲ ਕਰਦਾ ਮੈਂ ਕੋਈ ਰੰਗਦਾਰ ਪਗੜੀ ਰੰਗ ਚੇਂਜ ਕਰ ਲਵਾਂ। ਹਾਂ ਤੇ ਤੂੰ ਮੈਨੂੰ ਆਪਣੀ ਪਸੰਦ ਦੱਸ, ਆਪਣੀ ਰੰਗ ਦੇ ਪਸੰਦ ਦੇ ਰੰਗ ਦੱਸ ਦੇ। ਚੁਆਇਸ ਰੰਗ। ਹਾਂ ਜਾਂ ਮੈਨੂੰ ਪਗੜੀ ਲਿਆ ਦੇ ਉਸ ਰੰਗ ਦੀ। ਤੇ ਕਮਾਲ ਦੀ ਗੱਲ ਆ ਵੀ ਦੂਜੇ ਦਿਨ ਉਹ ਵੀ ਕਾਲੀ ਪਗੜੀ ਲੈ ਆਈ। ਕਹਿੰਦੀ ਮੇਰੀ ਤਾਂ ਸਭ ਤੋਂ ਪਸੰਦ ਦੀ ਰੰਗ ਇਹੀ। ਤੇ ਚਲੋ ਖੈਰ ਉਹਦੀ ਫੀਲਿੰਗਸ ਚੇਂਜ ਹੋ ਗਈਆਂ। ਜਿਹੜਾ ਇੱਕ ਉਦਾਸੀ ਦਾ ਰੰਗ ਸੀ ਨਾ ਉਹ ਬਦਲ ਗਿਆ, ਉਹ ਪੋਜ਼ਿਟਿਵ ਜਿਹਾ ਹੋ ਗਿਆ। ਫਿਰ ਉਸ ਤੋਂ ਬਾਅਦ ਬਸ ਹੁਣ ਤੱਕ ਫਿਰ ਬਲੈਕ ਪਗੜੀ ਹੈ। ਅੱਛਾ ਉਹਦੀ ਵੀ ਪ੍ਰੋਬਲਮ ਨਿਕਲੀ 7-8 ਮਹੀਨੇ ਬਾਅਦ
ਉਹ ਵੀ ਰੋਣ ਲੱਗ ਗਈ, ਕਹਿੰਦੀ ਮੈਂ ਤਾਂ ਆਲਰੇਡੀ ਇੰਗੇਜਡ, ਮੇਰੀ ਤਾਂ ਮੰਗਣੀ ਹੋਈ ਆ ਤੇ ਉਹ ਰਿਸ਼ਤਾ ਟੁੱਟ ਹੀ ਨਹੀਂ ਸਕਦਾ, ਭਾਈ ਕਤਲ ਹੋ ਜਾਣਗੇ ਜਾਂ ਤੂੰ ਮਾਰਿਆ ਜਾਏਗਾ ਜਾਂ ਮੈਂ ਮਾਰੀ ਜਾਊਂਗੀ, ਤੇ ਬਗਾਵਤ ਵੀ ਨਹੀਂ ਮੈਂ ਕਰ ਸਕਦੀ, ਐਸੇ ਹਾਲਾਤ ਬਣ ਉਹ ਗਏ। ਨਹੀਂ ਉਹਨਾਂ ਦੇ ਲੜਕੀਆਂ ਦਾ ਬਗਾਵਤ ਕਰਨਾ ਵੀ ਜਿਹੜਾ ਖੁਦ ਸੋਚ ਤੇ ਬਸ ਫਿਰ ਖੈਰ ਉਹਦੇ ਵਿੱਚ ਮੈਂ ਸਫ਼ਰ ਬਹੁਤ ਕੀਤਾ ਜ਼ਿੰਦਗੀ 'ਚ, ਬਹੁਤ ਤਕਲੀਫ ਸਹਿ। ਤੇ ਫਿਰ ਕਿਸੇ ਵੇਲੇ ਐਵੇਂ ਲੱਗਦਾ ਜਿੱਦਾਂ ਹਰ ਪੋਰਟਰੇਟ 'ਚ ਇੱਕੋ ਚਿਹਰਾ ਨਹੀਂ, ਚੱਲ ਉਹਦੇ ਬਾਰੇ ਫਿਰ ਮੈਂ ਜ਼ਿਆਦਾ ਮੈਂ ਲਿਖਿਆ। ਸਮਝਦਾ ਵੀ ਤੁਹਾਡੇ ਦੀ ਜਿਹੜੀ ਸ਼ਾਇਰੀ ਦਾ ਰੰਗ ਗੂੜਾ ਹੈ ਇਹਨਾਂ ਕਰਕੇ ਹੀ ਹੈ, ਇਹਨਾਂ ਕਿਤਾਬਾਂ ਉਹ ਫਿਰ ਜਿਹੜਾ ਜਿੰਨਾ ਵੀ ਮੇਰੇ ਲਿਖਿਆ ਨਾ, ਈਵਨ 3-4-5 ਕਵਿਤਾਵਾਂ ਤਾਂ ਮੈਂ ਉਹਦੇ ਹੁੰਦੇ ਲਿਖ ਲਿਖੀਆਂ ਸੀਗੀਆਂ। ਉਹ ਵੀ ਬੜਾ ਅੱਛਾ ਅਹਿਸਾਸ ਸੀ, ਉਹਦਾ ਹੱਥ ਆਪਣੇ ਹੱਥ 'ਚ ਲੈ ਕੇ ਉਹਨੂੰ ਕਵਿਤਾਵਾਂ ਸੁਣਾਈਆਂ। ਮੈਂ ਕਿਹਾ ਯਾਰ ਇਹ ਵੀ ਬੜੀ ਵੱਡੀ ਪ੍ਰਾਪਤੀ ਹੈ ਮੇਰੀ, ਉਹਨੇ ਕਵਿਤਾਵਾਂ ਮੇਰੀਆਂ ਸੁਣੀਆਂ। ਬਾਅਦ 'ਚ ਤਾਂ ਫਿਰ ਅਨੇਕਾਂ ਕਈ ਕਿਤਾਬਾਂ ਛਪ ਗਈਆਂ, ਉਹਦੇ ਵਿੱਚ ਬਹੁਤ ਕਵਿਤਾਵਾਂ ਦਾ ਜ਼ਿਕਰ ਉਹਦੇ ਵਿੱਚ। ਫਿਰ ਜਗਜੀਤ ਨੂੰ ਚਾਹੀਦੀ ਉਹ ਕੁਰਸੀ ਦੀ ਫੋਟੋ ਵੀ ਲੈ ਲੈ ਜਿੱਥੇ ਉਹ ਉਹਦੇ ਵਿੱਚ ਵੀ ਉਹ ਕਮਾਲ ਦੀ ਗੱਲ ਹੈ, ਇੱਕ ਚੇਅਰ ਹੁੰਦੀ ਸੀ, ਉਹ ਜੀ ਤੇ ਬੈਠਦੀ ਹੁੰਦੀ ਸੀ। ਜਦੋਂ ਚਲੀ ਗਈ ਫਿਰ ਉਹ ਮੈਂ ਉਹਦੇ ਨਾਲ ਦੀਆਂ ਬਾਕੀ ਚੇਅਰਾਂ ਤਾਂ ਸਾਰੀਆਂ ਖਤਮ ਹੋ ਗਈਆਂ, ਸਿਰਫ ਉਹ ਸੰਭਾਲੀ ਹੋਈ ਹੈ। ਉਹ 1900 ਸਮਝ ਲਓ 74-75 ਦੀ ਹੈ, ਉਹ ਕੁਰਸੀ ਪਈ ਹੈ ਸੰਭਾਲੀ ਪਈ। ਹੋਰ ਵੀ ਨਿੱਕੀਆਂ ਨਿੱਕੀਆਂ ਯਾਦਾਂ ਹੈਗੀਆਂ ਨੇ। ਚਲੋ ਖੈਰ ਆਪਣੇ ਚਲੋ ਕੁਝ ਜੋ ਕਹਿਣਾ ਚਾਹੁੰਦੇ ਕੁਝ ਖੋਲ ਕੇ ਕੋਈ ਹੋਰ ਕੋਈ ਗੱਲ ਨਹੀਂ, ਜਿਹੜੀ ਆਉਂਦੇ ਕੋਈ ਗੱਲ ਨਹੀਂ, ਕੁਛ ਉਹ ਨਹੀਂ ਉਹ ਨਹੀਂ, ਉਹ ਤਾਂ ਮੈਂ ਗੱਲ ਉਲਝ ਗਈ ਨਾ ਗੱਲ ਚਾਹਾਂ। ਉਹ ਫਿਰ ਜਦੋਂ ਪਰੇਸ਼ਾਨ ਮੈਂ ਬਹੁਤ ਹੋ ਗਿਆ ਨਾ, ਤੇ ਕੋਈ ਮਤਲਬ ਸ਼ਰਾਬ ਪੀ ਲੈਣੀ, ਸਵੇਰੇ ਹੀ ਸ਼ਰਾਬ ਸ਼ੁਰੂ ਕਰ ਲੈਣੀ, ਸੁਸਾਈਡ ਕਰਨ ਨੂੰ ਦਿਲ ਕਰਨਾ। ਤੇ ਉਹ ਫਿਰ ਮੈਂ ਓਸ਼ੋ ਕੋਲ ਚਲਾ ਗਿਆ। ਹਾਂ ਇਹੋ ਗੱਲ ਰਹਿੰਦੀ ਨਾ, ਇਹ ਵੀ ਸਾਡੇ ਮਨ 'ਚ ਹਾਂ, ਓਸ਼ੋ ਰਜਨੀਸ਼ ਕੋਲ ਚਲਾ ਗਿਆ। ਉਹਨਾਂ ਦਿਨਾਂ 'ਚ ਉਹ ਮਨਾਲੀ ਆਏ ਹੋਏ ਸੀ। ਅੱਛਾ, ਮਨਾਲੀ ਠਹਿਰੇ ਹੋਏ ਸੀ ਕਿਸੇ ਦੇ ਘਰ, ਤੇ ਮੈਂ ਵੀ ਪਹੁੰਚ ਗਿਆ। ਅੱਛਾ, ਮੈਂ ਉਹਨਾਂ ਦੇ ਕੋਲ ਬੈਠਿਆ ਤੇ ਮੈਨੂੰ ਕਹਿੰਦੇ ਬਤਾਓ, ਅੱਖਾਂ ਚੱਖਾਂ ਉਹਨਾਂ ਨੇ ਪਾ ਕੇ, ਅੱਖਾਂ ਉਹਨਾਂ ਦੀਆਂ ਬੜੀਆਂ ਪਾਵਰਫੁੱਲ ਸੀ। ਮੈਂ ਦੱਸਿਆ ਵੀ ਇਹ ਮੇਰੀ ਸਮੱਸਿਆ, ਤੇ ਉਹ ਅੱਗੋਂ ਹੱਸਣ ਲੱਗ ਗਿਆ। कहता जिंदगी को नदी की तरह देखो, पानी लगातार चल रहा है, पानी कभी नहीं रुकता, ज़िंदगी भी ऐसे ही है, इसलिए रुको मत। हाँ ठीक है, दुख मिले उसमें अनुभव हुआ, लेकिन चलो आगे चलो। किसी को कहना बहुत से रिश्ते आएंगे, रिश्तेदार दोस्त आएंगे, चले जाएंगे, उसको फिल्म की तरह देखो। वो फिर मैंने सूत्र मिल गया उतों। अच्छा, फिर मैं पुणे चला गया, पुणे जाके संन्यास भी लिया। फिर मैंने समझ आ गई गल, कोई गल नहीं, बस जिंदगी आनंद लो, क्योंकि जिंदगी बंदे कल्ले नहीं जीनी है। हाँ जी, तो बाकी जे तुसी इश्क मुहब्बत जे तुहाडा विआह 'च भी कन्वर्ट हो जाए ना, तो वो भी गंदल जाता, फिर बहुता वो भी गंदल जाता, क्योंकि मुड़ के आस पास रिश्तेदार दराणियाँ जठाणियाँ भैन चो सास हाँ, वो गल उत्थे ही आ जाता। तो वो ठीक आ काम, पोइट्री लिख ली, ਇਸੇ ਦੇ ਪੇਂਟ ਕਰ ਲਿਆ। ਜਿਹੜੀਆਂ ਸ਼ਹਿਰਾਂ ਸ਼ਹਿਰ ਤੁਹਾਨੂੰ ਉਹਨਾਂ ਚੀਜ਼ਾਂ ਤੋਂ ਤੁਹਾਨੂੰ ਮਿਲਿਆ ਵੀ ਬਹੁਤ ਕੁਛ ਹੈ। ਹਾਂ, ਕੋਈ ਇਹਨਾਂ ਕੋ ਜੋ ਨਹੀਂ ਮੈਂ ਕਹਿੰਦਾ ਉਹੀ ਕਹਿ ਰਿਹਾ ਵੀ ਜਿਹੜਾ ਦੁੱਖ ਸੀ ਨਾ, ਦੁੱਖ ਉਹ ਜਿਹੜੀ ਖਲੀਲ ਜਬਰਾਨ ਦਾ ਹੈ ਨਾ ਕੰਮ, ਵੀ ਜਿਹੜਾ ਤੁਹਾਨੂੰ ਪਿਆਰ ਹੈ ਨਾ, ਇਸ਼ਕ ਮੁਹੱਬਤ ਹੈ ਜਿਹੜੀ, ਉਹ ਤੁਹਾਨੂੰ ਜਿਵੇਂ ਝੋਨੇ ਨੂੰ ਛੰਡਦੇ ਨੇ ਨਾ, ਹਾਂਜੀ, ਮਾਰ ਕੇ ਤਾਂ ਚਿੱਟਾ ਨਿਕਲਦਾ, ਤੇ ਉਹ ਤੁਹਾਨੂੰ ਐਨ ਕਹਿੰਦਾ ਛੰਡ ਕੇ ਬੰਦੇ ਨੂੰ ਉਹ ਸਾਫ਼ ਸੁਥਰਾ ਕਰਦਾ। ਤੇ ਉਹ ਮੈਂ ਉਸ ਪ੍ਰੋਸੈਸ ਚੋਂ ਨਿਕਲ ਗਿਆ। ਕਿ ਕੁਦਰਤ ਦੇ ਨਾਲ ਤੁਹਾਡਾ ਜਿਹੜਾ ਜਿੰਨਾ ਕੁ ਹੈਗਾ ਮੋਹ, ਜਿੱਦਾਂ ਕੁਦਰਤ ਨਾਲ ਜਿਤਨਾ ਹਾਂ, ਕਾਦਰ ਦੀ ਕੁਦਰਤ ਨਾਲ ਬਹੁਤ ਕੁਛ, ਜਿੱਦਾਂ ਤੁਸੀਂ ਸੈਰ ਸਫਰਾਂ 'ਚ ਜਾਂ ਘੁਮੱਕੜ ਇਹ ਲਾਈਫ ਚੋਂ ਲਿਆ, ਉਹਦੇ ਬਾਰੇ ਥੋੜਾ ਜਿਹਾ। ਉਹਦੇ ਵਿੱਚ ਫਿਰ ਉਹੀ ਗੱਲ ਵੀ ਜਦੋਂ ਓਸ਼ੋ ਨੇ ਮੈਨੂੰ ਦੱਸੀ ਸੀ ਗੱਲ ਵੀ ਮੈਕਸਿਮਮ ਨੇਚਰ ਨਾਲ ਜੋੜੋ। ਹਾਂ, ਫਿਰ ਮੈਂ ਮੈਕਸਿਮਮ ਬੜਾ ਘੁੰਮਿਆ ਪਹਾੜਾਂ ਦੇ ਵਿੱਚ, ਜੰਗਲਾਂ ਦੇ ਵਿੱਚ। ਈਵਨ ਆ ਦੇਖੋ ਆਪਣਾ ਘਰ, ਇਹ ਜਦੋਂ ਮੈਨੂੰ ਪਲਾਟ ਮਿਲਿਆ, ਇਹਦੇ ਵਿੱਚ ਬਾਗ ਸੀਗਾ ਅੰਬਾਂ ਦਾ ਤੇ ਲੀਚੀਆਂ ਦਾ, ਤੇ 6-7 ਦਰਖਤ ਨੇ। ਉਹ ਫਿਰ ਮੈਂ ਕਜ਼ਾਕ ਆਪਣਾ ਦੋਸਤ, ਉਹਨਾਂ ਦਿਨਾਂ 'ਚੋਂ ਰਾਜਗੀਰੀ ਦਾ ਵੀ ਕੰਮ ਕਰਦਾ ਹੁੰਦਾ ਸੀ, ਕਿਰਪਾਲ ਕਜ਼ਾਕ। ਹਾਂ, ਤੇ ਮੈਂ ਉਹਨੂੰ ਫਿਰ ਇਹਦਾ ਭੇਜਿਆ ਲੋਕੇਸ਼ਨ ਬਣਾ ਕੇ ਵੀ ਇੱਥੇ ਦਰਖਤ, ਇਸ ਜਗ੍ਹਾ 'ਤੇ ਦਰਖਤ ਆ, ਇੰਨੇ ਫੁੱਟ 'ਤੇ ਇੱਥੇ ਆ, ਤੇ ਇਹਦੇ ਵਿੱਚ ਆਪਾਂ ਘਰ ਬਣਾਉਣਾ। ਦਰਖਤ ਕੱਟਣਾ ਕੋਈ ਨਹੀਂ। ਹਾਂ, ਉਹ ਬੰਦਾ ਸਮਝ ਗਿਆ। ਉਹਨੇ ਫਿਰ ਮੈਨੂੰ ਇੱਕ ਰਫ ਪਲਾਨ ਭੇਜਤਾ। ਅੱਛਾ,
ਰਫ ਪਲਾਨ ਫਿਰ ਮੈਂ ਆ ਕੇ ਇੱਥੇ ਐਡਜਸਟ ਕਰਤਾ ਤੇ ਉਹ ਕਜ਼ਾਕ ਜਦੋਂ ਬਣਦਾ ਘਰ ਦੇਖਿਆ ਬੜਾ ਖੁਸ਼ ਹੋਇਆ, ਕਹਿੰਦਾ ਯਾਰ ਕਮਾਲ ਕਰਦੀ ਤੂੰ ਤਾਂ, ਜਿਹੜੀ ਗੱਲ ਮੈਂ ਤੈਨੂੰ ਸਮਝਾਈ ਸੀ ਉਸ ਤੋਂ ਵੀ ਅੱਗੇ। ਮੈਂ ਕਿਹਾ ਹੁਣ ਮੈਨੂੰ ਆਰਟਿਸਟ ਤਾਂ ਹੈਗਾ ਨਾ, ਮੈਂ ਗੱਲ ਨੂੰ ਸਮਝਦਾ ਸਾਰੀ ਗੱਲ ਨੂੰ। ਚਲੋ ਖੈਰ, ਆ ਤੁਸੀਂ ਦੇਖਿਆ ਆ ਸਾਰਾ ਬੜੇ ਬੜੇ ਦਰਖਤ ਲੱਗੇ ਨੇ, ਆਪਣੇ ਕਈ ਹਜ਼ਾਰਾਂ ਦੀ ਗਿਣਤੀ 'ਚ ਬੂਟੇ ਲੱਗੇ। ਕੁਦਰਤੀ ਜਿਹੜਾ ਵਧਦਾ ਬੀਬਾ ਜਾਂ ਕੋਈ ਗਜ਼ਲ ਜਾਂ ਨਜ਼ਮ, ਹਾਂ ਇਦਾਂ ਕਰੋ ਤੁਸੀਂ, ਇੱਕ ਨਜ਼ਮ ਤੇ ਇੱਕ ਗਜ਼ਲ ਨਹੀਂ ਸੁਣਾਉਣੇ, ਗਜ਼ਲ ਵੀ ਸੁਣਾ ਦੇਣੇ। ਇਹ ਨਾ ਮੇਰੀ ਤੀਜੇ ਪੈਰ ਦੀ ਧੁੱਪ 1996 ਦੇ ਵਿੱਚ ਇੱਕ ਕਿਤਾਬ ਛਪੀ ਸੀ। ਹਾਂਜੀ, ਉਹਦੇ ਵਿੱਚ ਇੱਕ ਲੰਮੀ ਗਜ਼ਲ ਹੈ ਤੇ ਉਹਦੇ ਤੁਹਾਨੂੰ ਕੁਛ ਸ਼ੇਰ ਸੁਣਾਉਣਾ। ਜਦੋਂ ਵੀ ਬੇਬਸੀ ਦੇ ਨਾਲ ਸੀ ਇਹ ਠਹਿਰਿਆ ਪਾਣੀ, ਹਾਂਜੀ, ਤਾਂ ਵਗਦੇ ਪਾਣੀਆਂ ਪੁੱਛਿਆ ਕਿ ਤੂੰ ਵੀ ਹੈ ਕਿਹਾ ਪਾਣੀ। ਕਿਤੇ ਅਥਰੂ ਕਿਤੇ ਬਾਰਿਸ਼, ਕਿਤੇ ਦਰਿਆ ਕਿਤੇ ਨਦੀਆਂ। ਹਾਂਜੀ, ਕਿਤੇ ਅਥਰੂ ਕਿਤੇ ਬਾਰਿਸ਼, ਕਿਤੇ ਦਰਿਆ ਕਿਤੇ ਨਦੀਆਂ, ਕਿਤੇ ਚਸ਼ਮੇ ਕਿਤੇ ਸਾਗਰ, ਬੜਾ ਰੋਂਦਾ ਰਿਹਾ ਪਾਣੀ। ਜੀ, ਜਦੋਂ ਬੰਦੇ ਦੇ ਅੰਦਰ ਬਲ ਰਿਹਾ ਕੋਈ ਸਿਵਾ ਹੈ ਹੁੰਦਾ। ਹਾਂਜੀ, ਜਦੋਂ ਬੰਦੇ ਦੇ ਅੰਦਰ ਬਲ ਰਿਹਾ ਕੋਈ ਸਿਵਾ ਹੈ ਹੁੰਦਾ, ਉਦੋਂ ਹੀ ਪਲਕਾਂ ਉੱਤੇ ਆਣ ਕੇ ਇਹ ਠਹਿਰਿਆ ਪਾਣੀ। ਬਹੁਤ ਖੂਬ। ਕਦੇ ਇਹ ਜੂਝ ਕੇ ਝੁਲਸੇ ਅਗਨ ਦੇ ਭਾਂਬੜਾਂ ਉੱਤੇ, ਕਦੇ ਜੂਝ ਕੇ ਝੁਲਸੇ ਅਗਨ ਦੇ ਭਾਂਬੜਾਂ ਉੱਤੇ, ਕਦੇ ਫੁੱਲ ਪੱਤੀਆਂ ਉੱਤੇ ਲੱਗੇ ਸ਼ਬਨਮ ਜਿਹਾ ਪਾਣੀ। ਬਹੁਤ ਖੂਬ। ਜਦੋਂ ਪੱਤਣ ਤੇ ਖੜ ਕੇ ਵੇਖਿਆ ਸੀ ਅਕਸ ਨੱਡੀ ਨੇ। ਹਾਂਜੀ, ਜਦੋਂ ਪੱਤਣ ਤੇ ਖੜ ਕੇ ਵੇਖਿਆ ਸੀ ਅਕਸ ਨੱਡੀ ਨੇ, ਤਾਂ ਲਾਂਬੂ ਅੰਬਰਾਂ ਤੱਕ ਬਣ ਕੇ ਯਾਰੋ ਜਲ ਗਿਆ ਪਾਣੀ। ਹਾਂਜੀ, ਕਿਤੇ ਸੋਕਾ ਕਿਤੇ ਇਹ ਬਸਤੀਆਂ ਹੀ ਰੋੜਦਾ ਫਿਰਦਾ, ਕਰੇ ਪੁੱਠੇ ਜਿਹੇ ਕਾਰੇ ਜਦੋਂ ਵੀ ਬਹਿਕਿਆ ਪਾਣੀ। ਹਾਂਜੀ, ਮੈਂ ਕੰਢੇ ਬੈਠ ਕੇ ਇਸ ਦੇ ਹੈ ਗੱਲ ਦਾ ਭੇਤ ਇੱਕ ਪਾਇਆ। ਵਾਹ। ਮੈਂ ਕੰਢੇ ਬੈਠ ਕੇ ਇਸ ਦੇ ਹੈ ਗੱਲ ਦਾ ਭੇਤ ਇੱਕ ਪਾਇਆ, ਉਹ ਆਏਗਾ ਇਹ ਵੇਖੋ ਆ ਗਿਆ, ਆ ਕੇ ਗਿਆ ਪਾਣੀ। ਵਾਹ। ਕਦੋਂ ਵੇਖਾਂਗੇ ਆਪਣਾ ਅਕਸ ਆਪਣੇ ਨਕਸ਼ ਜੀ ਭਰ ਕੇ। ਹਾਂਜੀ, ਕਦੋਂ ਵੇਖਾਂਗੇ ਆਪਣਾ ਅਕਸ ਆਪਣੇ ਨਕਸ਼ ਜੀ ਭਰ ਕੇ, ਕਦੋਂ ਨਿਤਰੇਗਾ ਇਹ ਬੇਚੈਨ ਤੇ ਗੰਧਲਾ ਜਿਹਾ ਪਾਣੀ। ਇਹ ਪਾਣੀ ਉਮਰ ਦਾ ਹਾਣੀ, ਇਹ ਪਾਣੀ ਉਮਰ ਦਾ ਹਾਣੀ, ਤੂੰ ਇਸ ਦੀ ਕਦਰ ਤਦ ਜਾਣੀ ਜਦੋਂ ਦਮ ਆਖਰੀ ਸੀ ਖੁਸ਼ਕ ਬੁੱਲਾਂ ਨੇ ਕਿਹਾ ਪਾਣੀ। ਬਹੁਤ ਖੂਬ। ਇਹ ਪਾਣੀ ਉਮਰ ਦਾ ਹਾਣੀ, ਤੂੰ ਇਸ ਦੀ ਕਦਰ ਤਦ ਜਾਣੀ ਜਦੋਂ ਦਮ ਆਖਰੀ ਸੀ ਖੁਸ਼ਕ ਬੁੱਲਾਂ ਨੇ ਕਿਹਾ ਪਾਣੀ। ਜਦੋਂ ਇਹ ਟੀਸੀਆਂ ਤੇ ਬਹਿ ਕੇ ਜੰਮ ਕੇ ਬਰਫ਼ ਸੀ ਬਣਿਆ। ਵਾਹ। ਜਦੋਂ ਇਹ ਟੀਸੀਆਂ ਤੇ ਬਹਿ ਕੇ ਜੰਮ ਕੇ ਬਰਫ਼ ਸੀ ਬਣਿਆ, ਤਾਂ ਨਿੱਘੀ ਧਰਤ ਦੀ ਗੋਦੀ ਲਈ ਸੀ ਤਰਸਿਆ ਪਾਣੀ। ਵਾਹ। ਹੋਈ ਦੁਰ ਦੁਰ ਤੇ ਪਈਆਂ ਲਾਹਣਤਾਂ ਸ਼ਰਮਿੰਦਗੀ ਚੱਲੀ। ਹੋਈ ਦੁਰ ਦੁਰ ਤੇ ਪਈਆਂ ਲਾਹਣਤਾਂ ਸ਼ਰਮਿੰਦਗੀ ਚੱਲੀ, ਤਿਹਾਈ ਧਰਤ ਛੱਡ ਕੇ ਸਾਗਰੀ ਜਦ ਬਰਸਿਆ ਪਾਣੀ। ਵਾਹ। ਭਲਾ ਇਨਸਾਫ ਵੀ ਕੀ ਚੀਜ਼ ਹੈ ਕਿੰਨਾ ਕਰਾਮਾਤੀ। ਭਲਾ ਇਨਸਾਫ ਵੀ ਕੀ ਚੀਜ਼ ਹੈ ਕਿੰਨਾ ਕਰਾਮਾਤੀ, ਕਿ ਦੁੱਧੋ ਲੈ ਗਿਆ ਕੱਢ ਕੇ ਤੇ ਬਾਕੀ ਰਹਿ ਗਿਆ ਪਾਣੀ। ਵਾਹ ਜੀ। ਕਦੇ ਮੈਂ ਬੁੱਕ ਭਰ ਪੀਤੇ, ਕਦੇ ਚਾਂਦੀ ਦੇ ਭਰ ਪਿਆਲੇ। ਕਦੇ ਮੈਂ ਬੁੱਕ ਭਰ ਪੀਤੇ, ਕਦੇ ਚਾਂਦੀ ਦੇ ਭਰ ਪਿਆਲੇ, ਬੜਾ ਹੀ ਢੀਠ ਸੀ ਪਾਣੀ, ਰਿਹਾ ਪਾਣੀ ਸਦਾ ਪਾਣੀ। ਵਾਹ ਜੀ। ਤੋ ਇਹ ਸ਼ੇਰ ਆਪਣੇ ਮੀਸ਼ੇ ਉਹਨਾਂ ਵਾਸਤੇ ਹੈ ਕਿ ਜਦੋਂ ਵੀ ਗੱਲ ਮਹਿਫਲ ਵਿੱਚ ਤੁਰੇਗੀ ਯਾਰ ਮੀਸ਼ੇ ਦੀ। ਵਾਹ ਜੀ ਵਾਹ। ਜਦੋਂ ਵੀ ਗੱਲ ਮਹਿਫਲ ਵਿੱਚ ਤੁਰੇਗੀ ਯਾਰ ਮੀਸ਼ੇ ਦੀ, ਬੜਾ ਹੀ ਯਾਦ ਸਾਨੂੰ ਆਏਗਾ ਇੱਕ ਝੀਲ ਦਾ ਪਾਣੀ। ਤੋ ਮਕਤਾ ਹੈ, ਹਾਂ, ਜਦੋਂ ਵੀ ਗੱਲ ਮਹਿਫਲ ਵਿੱਚ ਤੁਰੇਗੀ ਯਾਰ ਮੀਸ਼ੇ ਦੀ, ਬੜਾ ਹੀ ਯਾਦ ਸਾਨੂੰ ਆਏਗਾ ਇੱਕ ਝੀਲ ਦਾ ਪਾਣੀ। ਤੋ ਮਕਤਾ ਹੈ ਕਿ ਸਦਾ ਚੱਲਦੇ ਹੀ ਰਹਿਣਾ, ਚੱਲਣਾ ਹੀ ਜ਼ਿੰਦਗੀ ਬੀਬਾ। ਬਹੁਤ ਖੂਬ। ਸਦਾ ਚੱਲਦੇ ਹੀ ਰਹਿਣਾ, ਚੱਲਣਾ ਹੀ ਜ਼ਿੰਦਗੀ ਬੀਬਾ,
ਕਿ ਚਲਦੇ ਚਲਦੇ ਹੀ ਇਹ ਗੱਲ ਮੈਨੂੰ ਕਹਿ ਗਿਆ ਕਹਿ ਪਾਣੀ। ਗਿਆ ਪਾਣੀ। ਬਹੁਤ ਖੂਬ। ਜਦੋਂ ਵੀ ਬੇਬਸੀ ਦੇ ਨਾਲ ਸੀ ਇਹ ਠਹਿਰਿਆ ਪਾਣੀ, ਤਾਂ ਵਗਦੇ ਪਾਣੀਆਂ ਪੁੱਛਿਆ ਕਿ ਤੂੰ ਵੀ ਹੈ ਕਿਹਾ ਪਾਣੀ। ਬਹੁਤ ਖੂਬ। ਤੇ ਇੱਕ ਨਜ਼ਮ ਤੁਹਾਨੂੰ ਦਿਖਾਉਣਾ ਜਿਹੜੇ ਕਿ ਮੈਨੂੰ ਚੰਗੀ ਲੱਗੀ ਹੈ ਨਜ਼ਮ ਇਹ, ਤੇ ਪਸੰਦ ਵੀ ਇਹ ਖਾਸ ਕਰਕੇ ਕੁੜੀਆਂ ਵਾਸਤੇ, ਜਿਹੜੀਆਂ ਆਮ ਸਾਡੀਆਂ ਸਧਾਰਨ, ਹਾਂ ਜਿਹੜੀਆਂ ਆਮ ਸਾਡੀਆਂ ਕੁੜੀਆਂ ਭਾਵੇਂ ਪੜ੍ਹੀਆਂ ਲਿਖੀਆਂ ਨੇ, ਜਿਹੜੀਆਂ ਜਿਹਨੂੰ ਆਪਾਂ ਕੋਈ ਹਰ ਇੱਕ ਚਾਹੁੰਦਾ ਵੀ ਸਾਡੀ ਕੁੜੀ ਸਾਊ ਰਵੇ, ਅੱਗੇ ਨਾ ਬੋਲੇ, ਆਪਣੀ ਪਸੰਦ ਨਾ ਦੱਸੇ, ਜਿੱਥੇ ਤੱਕ ਦੇਣਾ ਤੁਰ ਪਵੇ, ਹੈ ਨਾ। ਤੇ ਸਾਊ ਕੁੜੀਆਂ, ਸਾਊ ਕੁੜੀਆਂ ਆਪਣੀ ਹੀ ਕੱਚੀ ਮਿੱਟੀ ਨਾਲ ਲੜਦੀਆਂ ਲੜਦੀਆਂ ਭੁਰ ਜਾਂਦੀਆਂ। ਵਾਹ। ਸਾਊ ਕੁੜੀਆਂ ਆਪਣੀ ਹੀ ਕੱਚੀ ਮਿੱਟੀ ਨਾਲ ਲੜਦੀਆਂ ਲੜਦੀਆਂ ਭੁਰ ਜਾਂਦੀਆਂ, ਆਪਣੇ ਪਿਆਰ ਨੂੰ ਪੈਰਾਂ ਹੇਠ ਮਧੋਲ ਕੇ, ਉਮਰ ਦੇ ਪਿਆਲੇ 'ਚ ਜ਼ਹਿਰ ਘੋਲ ਕੇ, ਹਾਂਜੀ, ਆਪਣੇ ਬਾਬਲ ਦੀ ਸਹੇੜ ਨਾਲ ਡੁੱਸ ਡੁੱਸ ਕਰਦੀਆਂ ਤੁਰ ਜਾਂਦੀਆਂ। ਬਹੁਤ। ਤੁਸੀਂ ਦੇਖੋ ਵੀ ਆਮ ਜਿਹੜੀਆਂ ਕੁੜੀਆਂ ਨੇ ਉਹ ਜਿਹੜਾ ਬਾਬਲ ਸ਼ਬਦ ਵਰਤਦੀਆਂ ਨੇ ਨਾ, ਉਹ ਇਸ ਗੱਲ ਦਾ ਹੀ ਨਹੀਂ ਉਹਨਾਂ ਨੂੰ ਪਤਾ, ਬੇਬਾਬਲਾ ਇਹ ਨਾ ਕਰੀ, ਬੇਬਾਬਲਾ ਇਹ ਕਰੀ। ਉਹ ਸਮਝਦੇ ਆ ਵੀ ਪਿਓ ਨੂੰ ਆਪਾਂ ਬਾਬਲ ਕਹਿੰਦੇ ਹਾਂ। ਐਕਚੁਅਲੀ ਬਾਬਲ ਦਾ ਅਸਲ ਅਰਥ ਹੈ ਜਿੱਦਾਂ ਬਾ ਇੱਜ਼ਤ ਸ਼ਬਦ ਹੈ ਨਾ, ਜਿਹਦੀ ਇੱਜ਼ਤ ਹੋਵੇ, ਇੱਦਾਂ ਬਾਬਲ ਸ਼ਬਦ ਹੈ ਜਿਹਦੇ ਕੋਲੇ ਤਾਕਤ ਹੈ, ਸਾਰੀ ਇਕਨੋਮਿਕਲੀ ਤਾਕਤ ਆ, ਪਰਿਵਾਰ ਨੂੰ ਚਲਾਉਂਦਾ। ਉਹ ਜਿਹੜਾ ਜਿਹਦੇ ਕੋਲੇ ਤਾਕਤ, ਉਹਨੇ ਫੈਸਲੇ ਉਹੀ ਲੈਣੇ ਨੇ। ਜਿਹੜੀ ਹੁਣ ਆਪਾਂ ਨਾ ਪਿੱਤਰ ਕੀ ਸਮਾਜ ਸਾਡਾ, ਪਿਓ ਹੀ ਫੈਸਲੇ ਲੈਂਦਾ ਜਾਂ ਭਰਾ ਲੈਂਦੇ ਨੇ। ਔਰਤ ਦੂਸਰੇ ਨੂੰ ਪੁੱਛੇ ਨਹੀਂ ਜਾਂਦਾ, ਔਰਤ ਕੋਲੇ ਤਾਂ ਹੈ ਹੀ ਕੁਝ ਨਹੀਂ। ਉਹ ਇਹ ਬਾਬਲ ਸ਼ਬਦ ਤੋਂ ਬਾਬਲ ਬਣ ਸ਼ਬਦ ਬਣਿਆ। ਤੋ ਆਪਣੇ ਬਾਬਲ ਦੀ ਸਹੇੜ ਨਾਲ ਡੁੱਸ ਡੁੱਸ ਕਰਦੀਆਂ ਤੁਰ ਜਾਂਦੀਆਂ। ਸਾਊ ਕੁੜੀਆਂ ਆਪਣੇ ਹੀ ਹੰਝੂਆਂ 'ਚ ਖੁਰ ਜਾਂਦੀਆਂ। ਸਾਊ ਕੁੜੀਆਂ ਪਿਓ ਭਰਾ ਪਤੀ ਦੀ ਛਾਂ 'ਚ ਹੀ ਜਿਉਂਦੀਆਂ ਮਰਦੀਆਂ। ਸਾਊ ਕੁੜੀਆਂ ਪਿਓ ਭਰਾ ਪਤੀ ਦੀ ਛਾਂ 'ਚ ਹੀ ਜਿਉਂਦੀਆਂ ਮਰਦੀਆਂ, ਰੋਸ਼ਨੀ ਦੀ ਨਿੱਕੀ ਜਿਹੀ ਕਿਰਨ ਤੋਂ ਵੀ ਡਰਦੀਆਂ। ਸਾਊ ਕੁੜੀਆਂ ਬੁੱਲ ਘੁੱਟ ਘੁੱਟ ਹੱਸਦੀਆਂ, ਉਜੜਨ ਦੇ ਡਰੋਂ ਡਰ ਡਰ ਵਸਦੀਆਂ, ਬੇਗਾਨੇ ਘਰਾਂ ਵਿੱਚ ਮਨ ਦੀ ਉਡਾਰੀ ਘੁੱਟ ਕੇ ਆਪਣੇ ਪਰਾਂ ਵਿੱਚ। ਸਾਊ ਕੁੜੀਆਂ ਮਨ ਦੇ ਜ਼ਖਮ ਲੁਕਾਉਂਦੀਆਂ। ਸਾਊ ਕੁੜੀਆਂ ਮਨ ਦੇ ਜ਼ਖਮ ਲੁਕਾਉਂਦੀਆਂ, ਤਨਾਂ ਨੂੰ ਰੇਸ਼ਮੀ ਵਸਤਰਾਂ ਗਹਿਣਿਆਂ ਨਾਲ ਸਜਾਉਂਦੀਆਂ, ਝੂਠਾ ਮੂਠਾ ਜੀ ਪਰਚਾਉਂਦੀਆਂ। ਸਾਊ ਕੁੜੀਆਂ ਉੱਚਾ ਨਹੀਂ ਬੋਲਦੀਆਂ। ਸਾਊ ਕੁੜੀਆਂ ਉੱਚਾ ਨਹੀਂ ਬੋਲਦੀਆਂ, ਤਪਦੀ ਭੱਠੀ 'ਚ ਪਈ ਕੜਾਹੀ ਦੀ ਤੱਤੀ ਰੇਤ 'ਚ ਆਪਣੇ ਆਪ ਨੂੰ ਰੋਲਦੀਆਂ। ਸਾਊ ਕੁੜੀਆਂ ਪਿਓ ਦੀ ਪੱਗ ਬਚਾਉਂਦੀਆਂ ਬਚਾਉਂਦੀਆਂ ਹੋ ਜਾਂਦੀਆਂ ਲੀਰੋ ਲੀਰ। ਸਾਊ ਕੁੜੀਆਂ ਪਿਓ ਦੀ ਪੱਗ ਬਚਾਉਂਦੀਆਂ ਬਚਾਉਂਦੀਆਂ ਹੋ ਜਾਂਦੀਆਂ ਲੀਰੋ ਲੀਰ, ਹੋ ਜਾਂਦੀਆਂ ਤਬਾਹ, ਭਟਕਦੀਆਂ ਫਿਰਦੀਆਂ ਜਿਵੇਂ ਸਿਵਿਆਂ ਦੀ ਉੱਡਦੀ ਸੁਆਹ। ਸਾਊ ਕੁੜੀਆਂ ਦਾ ਪੇਕਾ ਜਾਂ ਸਹੁਰਾ ਘਰ ਹੁੰਦਾ, ਬੇਗਾਨਾ ਦਰ ਹੁੰਦਾ। ਤੋ ਅਖੀਰ ਤੇ ਕਿ ਸਾਊ ਕੁੜੀਓ ਕਦੋਂ ਆਪਣੀਆਂ ਅੱਖਾਂ 'ਚ ਵਸਦੇ ਸੁਪਨਿਆਂ ਨੂੰ ਧਰਤੀ 'ਤੇ ਲਿਆਉਣਾ ਹੈ। ਸਾਊ ਕੁੜੀਓ ਕਦੋਂ ਆਪਣੀਆਂ ਅੱਖਾਂ 'ਚ ਵਸਦੇ ਸੁਪਨਿਆਂ ਨੂੰ ਧਰਤੀ 'ਤੇ ਲਿਆਉਣਾ ਹੈ, ਮੱਥੇ ਦੀ ਜੋਤ ਨੂੰ ਕਦੋਂ ਜਗਾਉਣਾ ਹੈ, ਆਪਣਾ ਘਰ ਕਦੋਂ ਬਣਾਉਣਾ। ਬਹੁਤ ਖੂਬ। ਸੋ ਇੱਕ ਛੋਟੀ ਜਿਹੀ ਨਜ਼ਮ ਹੋਰ ਹੈ, ਜਿਹੜਾ ਫਲਸਫਾ ਜ਼ਿੰਦਗੀ ਦਾ ਮੇਰਾ, ਕਿ ਜੇ ਰੰਗ ਬੁਰਸ਼ ਕਹਿਣੇ 'ਚ ਨੇ ਤਾਂ ਬੇਜਾਨ ਕੈਨਵਸ ਜਾਨਦਾਰ, ਜੇ ਸ਼ਬਦ ਕਹਿਣੇ 'ਚ ਨੇ ਗੁੰਗਾ ਕਾਗਜ਼ ਬੋਲਦਾ। ਜੇ ਰੰਗ ਬੁਰਸ਼ ਕਹਿਣੇ 'ਚ ਨੇ ਤਾਂ ਬੇਜਾਨ ਕੈਨਵਸ ਤਾਂ ਬੇਜਾਨ ਕੈਨਵਸ ਜਾਨਦਾਰ, ਜੇ ਸ਼ਬਦ ਕਹਿਣੇ 'ਚ ਨੇ ਗੁੰਗਾ ਕਾਗਜ਼ ਬੋਲਦਾ, ਜੇ ਮਨ ਕਹਿਣੇ 'ਚ ਤਾਂ ਅੱਲਾ ਮਿਹਰਬਾਨ। ਬਹੁਤ ਬਹੁਤ ਖੂਬ। ਬੀਬਾ ਤੁਸੀਂ ਆਪਣੀ ਪੈਨਸ਼ਨ ਦੇ ਵਿੱਚੋਂ ਥੋੜ੍ਹੇ ਥੋੜ੍ਹੇ ਪੈਸੇ ਜੋੜ ਕੇ
ਇਹ ਜਿਹੜਾ ਬਹੁਤ ਵੱਡਾ ਪਿੱਛੇ ਜਿਹਾ ਉਪਰਾਲਾ ਕੀਤਾ ਤੁਸੀਂ ਅੰਮ੍ਰਿਤਾ ਅਮਰੋਜ ਦੇ ਨਾਂ ਤੇ 5 ਲੱਖ ਰੁਪਈਆ ਸਾਹਿਤ ਅਕਾਦਮੀ ਨੂੰ ਦਿੱਤਾ ਹੈ। ਉਸ ਤੋਂ ਪਹਿਲਾਂ ਮੋਹਨਜੀਤ ਨੂੰ ਜਦੋਂ ਨਾਮ ਉਹ ਮਿਲਿਆ ਤਾਂ ਖਰ ਬਾਤ ਦੀ ਮੋਹਨਜੀਤ ਨੂੰ ਜਿੱਦਾਂ ਤੇ ਮੋਹਨਜੀਤ ਵਾਸਤੇ ਤੁਸੀਂ ਫਿਰ ਆਪਣੇ ਕੋਲ ਕਿਹਾ ਵੀ ਉਹਨੂੰ ਉਸ ਰਕਮ ਨੂੰ ਅਜੇ ਨਹੀਂ ਛੇੜਨਾ। ਨਹੀਂ ਉਹ ਮੈਂ ਦੱਸ ਦੇਣਾ। ਤੁਸੀਂ ਫਿਰ ਅਸਲ 'ਚ ਨਾ ਇਹ ਕੰਮ ਹੈਗਾ ਥੋੜਾ ਵਡਿਆਈ ਦਾ, ਤੇ ਮੈਨੂੰ ਚੰਗਾ ਨਹੀਂ ਲੱਗਦਾ ਇਹ ਆਪਣੇ ਮੂੰਹ ਨਹੀਂ ਮੈਂ ਨਹੀਂ ਵੈਸੇ ਮੈਂ ਗੱਲ ਕਰਦਾ, ਮੈਂ ਆਮ ਤੌਰ ਤੇ ਗੱਲ ਕਰਦਾ ਨਹੀਂਗਾ, ਕਿਉਂਕਿ ਆਪਣੀ ਵਡਿਆਈ ਆਪ ਹੀ ਕਰਨੀ। ਨਹੀਂ ਇਹ ਗੱਲ ਕਰਨ ਵਾਲੀ ਹੈਗੀ ਉਹ ਗੱਲ ਇਹ ਹਾਂ ਨਹੀਂ ਗੱਲ ਇਹ ਆ ਸ਼ਾਇਦ ਨਾਲ ਜੁੜੀ ਨਾਲ ਕਿ ਹਾਂ ਕਿ ਕਿਉਂਕਿ ਮੇਰਾ ਅੰਮ੍ਰਿਤਾ ਤੇ ਅਮਰੋਜ਼ ਹੋਣਾ ਨਾਲ ਬਹੁਤ ਪਿਆਰਾ ਰਿਸ਼ਤਾ, ਤੇ ਜਦੋਂ ਦੀ ਨਾਗਮਣੀ ਸ਼ੁਰੂ ਹੋਈ ਹੈ ਨਾ 1966 ਦੇ ਵਿੱਚ ਇਹਦਾ ਪਹਿਲਾ ਅੰਕ ਆਇਆ ਸੀ। ਉਹ ਮੈਂ ਪਹਿਲੀ ਨਾਗਮਣੀ ਪੜ੍ਹ ਕੇ ਅੰਮ੍ਰਿਤਾ ਉਹਨਾਂ ਨੂੰ ਫੋਨ ਕੀਤਾ। ਹਾਂਜੀ। ਤੇ ਉਦੋਂ ਤਾਂ ਮੈਂ ਸਟੂਡੈਂਟ ਸੀ ਉੱਥੇ ਚੰਡੀਗੜ੍ਹ ਆਰਟ ਕਾਲਜ। ਅੱਛਾ ਖੈਰ ਉਹ ਫਿਰ ਜਿੰਨੀ ਵੀ ਵਾਰੀ ਮੈਂ ਗਿਆ ਦਿੱਲੀ ਅੰਮ੍ਰਿਤਾ ਉਹਨਾਂ ਨੂੰ ਮਿਲਿਆ, ਇੱਕ ਘਟਨਾ ਜਿਹੜੀ ਆ ਉਹ ਬੜੀ ਕਮਾਲ ਦੀ ਗੱਲ ਆ ਵੀ 1982 ਦੀ ਸ਼ਾਇਦ ਗੱਲ ਹੈ ਕਿ ਉਹਨਾਂ ਦਿਨਾਂ 'ਚ ਨਾ ਮੇਰਾ ਇੱਕ ਰਿਫਰੈਸ਼ਰ ਕੋਰਸ ਸੀ ਗਵਰਨਮੈਂਟ ਵੱਲੋਂ ਉੱਥੇ ਦਿੱਲੀ, ਤੇ ਉਹਨਾਂ ਦਿਨਾਂ ਦੇ ਵਿੱਚ ਹੀ ਮੇਰਾ ਜਨਮ ਦਿਨ ਆ ਗਿਆ। ਅੱਛਾ ਜੀ। ਤੇ ਅੰਮ੍ਰਿਤਾ ਹੁਣੇ ਕਹਿੰਦੇ ਵੀ ਤੇਰਾ ਜਨਮ ਦਿਨ ਕੱਲ੍ਹ ਇੱਥੇ ਮਨਾਵਾਂਗੇ ਤੇ ਤੂੰ ਇੱਥੇ ਆ ਜੀ, ਉੱਥੋਂ ਛੁੱਟੀ ਕਰਕੇ ਨਾ 5 ਵਜੇ। ਮੈਂ ਠੀਕ ਹੈ। ਖੈਰ ਗੱਲਾਂ ਬਾਤਾਂ ਹੁੰਦੀਆਂ, ਉਹਨਾਂ ਨੇ ਕੇਕ ਵਗੈਰਾ ਵੀ ਰੱਖਿਆ ਹੋਇਆ ਸੀ, ਬਰਫੀ ਬੁਰਫੀ, ਹੋਰ ਰਾਈਟਰ ਵੀ ਬੁਲਾਏ ਹੋਏ ਸੀਗੇ। ਫਿਰ ਉਸ ਤੋਂ ਬਾਅਦ ਮੈਨੂੰ ਇੱਕ ਉਹਦਾ ਸੀ ਸ਼ਾਇਦ ਉਹਦਾ ਨਾਂ ਸੀ ਕਿ ਬਹੀ ਰੱਖੀ ਹੁੰਦੀ ਸੀ, ਜਿਵੇਂ ਲਾਲ ਜਿਲਦ ਵਾਲੀ ਬਹੀ ਹੁੰਦੀ ਹੈ ਨਾ। ਹਾਂਜੀ ਪੁਰਾਣੀ ਸ਼ਾਮਾਂ ਵਾਲੀ। ਹਾਂ, ਤੇ ਉਹਦਾ ਨਾਂ ਸੀ ਉਹਨਾਂ ਨੇ ਸ਼ਾਇਦ ਕੋਈ ਮੁਹੱਬਤਨਾਮਾ ਇੱਦਾਂ ਦਾ ਕੁਝ, ਉਹ ਮੇਰੇ ਅੱਗੇ ਖੋਲ ਕੇ ਰੱਖੀ। ਮੈਨੂੰ ਕਹਿੰਦੀ ਤੂੰ ਹੁਣ ਇਹਦੇ ਵਿੱਚ ਕੁਝ ਲਿਖ ਆਪਣੇ ਵੱਲੋਂ। ਅੱਛਾ। ਤੇ ਉਹਨਾਂ ਦਿਨਾਂ 'ਚ ਮੈਂ ਅਸਲ 'ਚ ਕਹਾਣੀਆਂ ਲਿਖੀਆਂ ਛੋਟੀ ਛੋਟੀਆਂ। ਉਹ ਮੈਂ ਕਹਾਣੀ ਦਾ ਇੱਕ ਪੀਸ, ਹੁਣ ਮੈਨੂੰ ਪੂਰਾ ਤਾਂ ਨਹੀਂ ਯਾਦ ਪਿਆ, ਉਹ ਲਿਖ ਦਿੱਤਾ। ਅੱਛਾ। ਇੱਕ ਸ਼ਾਇਦ ਸ਼ੇਰ ਲਿਖਿਆ ਤੇ ਮੈਨੂੰ ਕਹਿੰਦੀ ਦਕਸ਼ਤ ਵੀ ਕਰ ਦੇ। ਉਹ ਯਾਦ ਨਹੀਂ ਤੁਹਾਨੂੰ ਕੋਈ ਜਲਦ? ਨਹੀਂ, ਦਕਸ਼ਤ ਵੀ ਕਰ ਦਿੱਤੇ। ਤੇ ਮੈਂ ਬੜਾ ਮਹਿਸੂਸ ਕੀਤਾ ਵੀ ਮੈਂ ਕਿਹਾ ਦੇਖੋ ਮੈਂ ਤਾਂ ਨਵਾਂ ਲੇਖਕ ਹਾਂ, ਪਰ ਦੇਖੋ ਇਹਦਾ ਮੁਹੱਬਤ ਦੇਖੋ ਇਹਨਾਂ ਦੇ ਦੋਨਾਂ ਵੱਲੋਂ ਮੈਨੂੰ ਕਿੰਨੀ ਮਿਲੀ ਹੈ। ਮੇਰੇ ਮਨ ਦੇ ਵਿੱਚ ਨਾ ਇੱਕ ਬਹੁਤ ਸੀ। ਖੈਰ ਜਦੋਂ ਇਹ ਫਿਰ 1996 'ਚ ਮੇਰੀ ਕਿਤਾਬ ਉੱਥੇ ਰਿਲੀਜ਼ ਹੋਈ ਉਹਦੇ ਘਰ ਅੰਮ੍ਰਿਤਾ ਤੀਜੇ ਪੈਰ ਦੀ ਧੁੱਪ। ਇੱਦਾਂ ਮੁਲਾਕਾਤਾਂ ਹੁੰਦੀਆਂ ਰਹੀਆਂ, ਬਹੁਤ ਕੁਝ ਸਿੱਖਿਆ ਉਹਨਾਂ ਤੋਂ ਜ਼ਿੰਦਗੀ 'ਚ। ਖਾਸ ਕਰਕੇ ਜਿਹੜੀ ਸਿੰਸੈਰਿਟੀ ਹੈ, ਵਫਾਦਾਰੀ ਹੈ, ਦੋਸਤੀ ਕਿੱਦਾਂ ਨਿਭਾਉਣੀ ਹੈ, ਪਿਆਰ ਮੁਹੱਬਤ, ਟਰਾਂਸਪੇਰੈਂਸੀ, ਉਹ ਸਾਰਾ ਅੰਮ੍ਰਿਤਾ ਤੋਂ ਸਿੱਖਿਆ ਸੀ। ਜਿਹੜੇ ਉਹਦੇ ਨਾਵਲਾਂ ਦੇ ਕਰੈਕਟਰ ਵੀ ਸੀ, ਜਿਹੜੇ ਪਾਤਰ ਸੀ, ਜਿਵੇਂ ਡਾਕਟਰ ਦੇਵ ਜਾਂ ਚੱਕ ਨੰਬਰ 36 ਦੇ ਵਿੱਚ ਜਿਹੜਾ ਆਰਟਿਸਟ ਹੈ, ਤੇ ਉਹ ਬੜਾ ਸਾਨੂੰ ਮਤਲਬ ਪ੍ਰਭਾਵਿਤ ਕੀਤਾ। ਇੱਕ ਉਮਰ ਯੰਗ ਏਜ 'ਚ ਨਾ ਮਤਲਬ ਉੱਥੋਂ ਚੀਜ਼ਾਂ ਸਿੱਖੀਆਂ, ਸੱਚੇ ਸੁੱਚੇ ਜਜ਼ਬੇ। ਉਹਨਾਂ ਦੀ ਵਜ੍ਹਾ ਕਰਕੇ ਦੁੱਖ ਵੀ ਝੱਲਿਆ, ਕਿਉਂਕਿ ਆਮ ਲੋਕਾਂ ਨੂੰ ਪਤਾ ਨਹੀਂ ਇੰਨਾ। ਲੋਕ ਤਾਂ ਯੂਜ਼ ਕਰਦੇ ਨੇ ਰਿਸ਼ਤਿਆਂ ਨੂੰ, ਹੋ ਗਏ। ਖੈਰ ਕੋਈ ਗੱਲ ਨਹੀਂ। ਉਹ ਫਿਰ ਜਦੋਂ ਮੈਂ ਰਿਟਾਇਰ ਹੋਇਆ 2003 'ਚ, ਮੇਰੇ ਮਨ 'ਚ ਉਦੋਂ ਹੀ ਗੱਲ ਆਈ, ਮੈਂ ਕਿਹਾ ਨਾ ਇੱਕ ਅਵਾਰਡ ਸ਼ੁਰੂ ਕਰੀਏ। ਤੇ ਪਹਿਲਾਂ ਮੈਂ ਸੋਚਿਆ ਸੀ ਵੀ 1.5 ਲੱਖ ਰੁਪਇਆ ਦੇ ਦਿਆਂਗੇ ਅਕੈਡਮੀ ਨੂੰ, ਜਿੰਨਾ ਕੁ ਇਨਾਮ ਬਣੇਗਾ ਦੇਖਾਂਗੇ। ਫਿਰ ਮੈਂ ਕਿਹਾ ਨਹੀਂ, ਵੇਟ ਕਰ ਲਓ, ਥੋੜ੍ਹਾ ਜਿਹਾ ਕੰਮ ਵੱਡਾ ਹੋ ਜਾਏਗਾ, ਕੁਝ ਮਾੜੀ ਨਹੀਂ ਗੱਲ, ਕੋਈ ਜਿਹੜਾ ਵੱਡਾ ਸਟੇਟਸ ਉਹਨਾਂ ਦਾ। ਉਹ ਫਿਰ ਮੈਂ ਪੈਨਸ਼ਨ 'ਚੋਂ ਨਾ ਪੈਸੇ ਬਚਾਉਣੇ ਸ਼ੁਰੂ ਕਰਤੇ, ਤੇ ਉਹ 5 ਲੱਖ ਰੁਪਇਆ ਜਿੱਦਣ ਹੋ ਗਿਆ ਨਾ, ਤੇ ਉਦੋਂ ਫਿਰ ਅਕੈਡਮੀ ਨਾਲ ਮੈਂ ਗੱਲ ਕੀਤੀ। ਕਹਿੰਦੇ ਇਸ ਤੋਂ ਵੱਡੀ ਗੱਲ ਸਾਡੇ ਲਈ ਕੀ ਹੋ ਸਕਦੀ, ਦਿਓ। ਮੈਂ ਉਹਨਾਂ ਨੂੰ 2.5 ਲੱਖ ਦੇ 2 ਚੈੱਕ ਉੱਥੇ ਜਾ ਕੇ ਦੇ ਦਿੱਤੇ। ਤੇ ਮੈਂ ਕਿਹਾ ਇਹਦਾ ਨਾਂ ਤੁਸੀਂ ਅਵਾਰਡ ਰੱਖਣ ਦਾ ਨਾਂ ਰੱਖਣਾ ਅੰਮ੍ਰਿਤਾ ਅਮਰੋਜ਼, ਤੇ 72,000 ਰੁਪਈਆ 2 ਸਾਲ ਬਾਅਦ ਵਿਆਜ ਮਿਲਣਾ ਇਹਦਾ, ਤੇ ਤੁਸੀਂ ਅਵਾਰਡ ਹਰ 2 ਸਾਲ ਬਾਅਦ ਦਿਓ। ਕਦੀ ਲੇਖਕ ਨੂੰ ਕਿਸੇ ਨੂੰ, ਕਦੇ ਚਿੱਤਰਕਾਰ ਨੂੰ, ਆਰਟਿਸਟ ਨੂੰ। ਹਾਂ ਅੱਛਾ, ਉਹ ਮਤਲਬ ਸਮਝ ਲਓ ਤੁਸੀਂ ਜਿਹੜਾ 2019 ਸੀ, ਉਹ ਅੰਮ੍ਰਿਤਾ ਹੁਣ ਦੀ ਆ ਗਈ 100ਵੀਂ ਜਿਹੜੀ ਸ਼ਤਾਬਦੀ ਹੈ, ਸੈਂਚੁਰੀ, 100ਵਾਂ ਸਾਲ। ਤੇ ਮੈਂ ਕਿਹਾ ਯਾਰ ਅਵਾਰਡ ਤਾਂ ਹੁਣ ਦੇਣਾ ਚਾਹੀਦਾ। ਵੈਸੇ ਤਾਂ ਇਨਾਮ, ਕਿਉਂਕਿ 18 'ਚ ਪੈਸੇ ਮੈਂ ਦਿੱਤੇ, ਤੇ ਇਨਾਮ ਪਹਿਲਾਂ ਦੇਣਾ ਸੀ 20 'ਚ। ਜਦੋਂ 19 ਵਿੱਚ ਆ ਗਿਆ ਨਾ, ਮੈਂ ਕਿਹਾ ਤਾਂ ਸੈਂਚੁਰੀ 'ਚ ਤਾਂ ਗੱਲ ਬਣਦੀ ਹੈ। ਹੁਣ ਬਣਦਾ।
ਫਿਰ ਮੈਂ ਗੱਲ ਕੀਤੀ ਡਾਕਟਰ ਸੁਰਜੀਤ ਨਾਲ। ਮੈਂ ਕਿਹਾ ਸੁਰਜੀਤ ਇਹ ਆਪਾਂ ਅਵਾਰਡ ਜਿਹੜਾ 19 'ਚ ਦਈਏ, ਤੇ ਮੈਂ ਕਿਹਾ ਮੈਂ ਪੈਸੇ ਹੋਰ ਮੇਰੇ ਤੋਂ ਲੈ ਲਓ, ਜਿੱਥੇ ਇਹਨਾਂ ਦੀ ਤਾਂ 51,000 ਰੁਪਏ ਹੋਰ ਦੇ ਦਿੰਦੇ, ਤੇ ਤੁਸੀਂ ਡਿਸਾਈਡ ਕਰੋ। ਉਹ ਫਿਰ ਕੀ ਹੋਇਆ ਵੀ 10 ਮੈਂਬਰੀ ਇੱਕ ਕਮੇਟੀ ਬਣਦੀ ਹੈ, ਜਿਹਦੇ ਵਿੱਚ 2 ਮੈਂਬਰ ਮੈਂ ਨੋਮੀਨੇਟ ਕਰਨੇ ਹੁੰਦੇ ਨੇ, ਮੇਰੇ ਵੱਲੋਂ ਹਰਜੀਤ ਸਿੰਘ ਟੈਲੀਵਿਜ਼ਨ ਵਾਲੇ, ਹਾਂਜੀ, ਤੇ ਸਵਰਾਜ ਵੀਰ ਆਪਣੇ ਟ੍ਰਿਬਿਊਨ ਵਾਲੇ। ਇਹ ਤੁਸੀਂ ਬਾਕੀ ਉਹਨਾਂ ਦੇ ਆਪਣੇ ਪ੍ਰਧਾਨ ਹੋਏ, ਹੋਰ ਹੋਏ, ਜਾਂ ਜਿਹੜੇ ਐਕਸ ਪ੍ਰਧਾਨ, ਬਾਕੀ ਸਾਰੇ ਉਹਨਾਂ ਦੇ। ਉਹ ਡਿਸਾਈਡ ਹੋ ਗਿਆ ਬਈ ਹਰ ਇੱਕ ਬੰਦੇ ਨੇ ਅਲੱਗ-ਅਲੱਗ ਸਲਾਹ ਦੇਣੀ ਹੁੰਦੀ ਹੈ, ਤੇ ਮੋਹਨ ਜੀ ਦੇ ਨਾਂ ਤੇ ਸਾਰੀ ਸਹਿਮਤੀ ਹੋ ਗਈ। ਖੈਰ ਉਹ ਅਵਾਰਡ ਜਿਹੜਾ 2019 ਦਾ ਮੋਹਨ ਜੀ ਨੂੰ ਦਿੱਤਾ। ਉਹ ਤੁਸੀਂ ਉੱਥੋਂ 5 ਲੱਖ ਤੋਂ ਇਲਾਵਾ ਤੁਸੀਂ ਉਹ ਦੇਤਾ, ਲੇਕਿਨ 5 ਲੱਖ ਦਾ ਜਿਹੜਾ ਵਿਆਜ ਐਕਚੁਅਲੀ ਇਨਾਮ ਸ਼ੁਰੂ ਹੋਣਾ ਸੀ 2020 ਦੇ ਵਿੱਚ। ਹਾਂਜੀ, ਫਿਰ ਕਹਿੰਦੇ ਵੀ ਹੁਣ ਅਗਲਾ ਅਵਾਰਡ ਵੀ ਹੁਣੇ ਡਿਸਾਈਡ ਕਰ ਲਓ, ਅੱਜ ਮੀਟਿੰਗ ਤਾਂ ਹੋ ਹੀ ਰਹੀ ਹੈ, ਵੀ ਆਰਟਿਸਟ ਨੂੰ ਵੀ ਦੇ ਦਈਏ। ਉਹ ਗੱਲ ਚੱਲੀ, ਕੋਈ ਕਹਿੰਦਾ ਜੀ ਇਹਨੂੰ ਦੇ ਦਈਏ, ਉਹਨੂੰ ਦੇ ਦਈਏ, ਇਹਨੂੰ ਦੇ ਦਈਏ। ਮੈਂ ਕਿਹਾ ਤੁਸੀਂ ਪ੍ਰੇਮ ਸਿੰਘ ਦਾ ਕੰਮ ਬਹੁਤ ਹੈਗਾ, ਦੇਖੋ ਇਸ ਵਕਤ ਉਹਦੀ 78 ਸਾਲ ਏਜ ਹੈ, ਮੇਰੇ ਤੋਂ 2 ਸਾਲ ਸੀਨੀਅਰ। ਕੰਮ ਲਗਾਤਾਰ ਬੰਦੇ ਨੇ ਕੀਤਾ, ਮੈਂ ਉਹਨੂੰ ਕਾਲਜ ਟਾਈਮ ਦਾ ਹੀ ਜਾਣਦਾ, ਕਿਉਂਕਿ ਕਾਲਜ 'ਚ ਮੇਰੇ ਤੋਂ 1 ਸਾਲ ਉਹ ਸੀਨੀਅਰ ਸੀ। ਆ ਜਿਹੜੇ 84 ਦੇ ਦਿੱਲੀ 'ਚ ਹੋਏ ਦੰਗੇ, ਉਹਦੇ ਬਾਰੇ ਕਮਾਲ ਦੀਆਂ ਪੇਂਟਿੰਗਾਂ, ਹੋਰ ਲਗਾਤਾਰ ਕੰਮ ਕਰਦਾ ਰਿਹਾ। ਚਲੋ ਉਹ 'ਤੇ ਵੀ ਡਿਸਾਈਡ ਹੋ ਗਿਆ। ਉਹ ਫਿਰ 2020 ਦੇ ਵਿੱਚ ਜਦੋਂ ਆ ਸ਼ੁਰੂ ਹੋਇਆ ਕਰੋਨਾ ਮਹਾਰਾਜ, ਇਹ ਸਮਝ ਲਓ 15 ਮਾਰਚ ਨੂੰ ਸ਼ਾਇਦ ਇਹ ਇਨਾਮ ਦਿੱਤਾ, ਤੇ ਉਸ ਤੋਂ ਬਾਅਦ ਇਹ ਕੰਮ ਸ਼ੁਰੂ ਹੋ, ਚਲੋ ਉਹ ਵੀ ਦਿੱਤਾ ਗਿਆ। ਹੁਣ ਅਗਲਾ ਦੇਖੋ ਕਿਹਦੇ ਵੱਲ ਜਾਂਦਾ। ਉਹ ਆਪਣੀ ਕੋਈ ਦਖਲ ਅੰਦਾਜ਼ੀ ਕੋਈ ਨਹੀਂ, ਜਿੱਥੇ ਸਲਾਹ ਮਸ਼ਵਰਾ ਹੋਊਗਾ। ਆਪਣੇ ਜਿਹੜੇ ਸਾਹਿਤਕਾਰ ਮਿੱਤਰ ਨੇ ਉਹ ਇਹਦੇ ਤੇ ਆਲੋਚਨਾ ਵੀ, ਉਹ ਦੇਖੋ ਕੋਈ ਵੀ ਕੰਮ ਦੁਨੀਆ 'ਚ ਕਰ ਲਓ, ਆਲੋਚਨਾ ਜਿਹੜੀ ਨੈਗੇਟਿਵ ਪੋਜ਼ਿਟਿਵ ਦੋਨੇ ਪਾਸੇ ਹੋਣੀ ਹੈ, ਉਹ ਤਾਂ ਹੁੰਦਾ ਹੀ। ਕੋਈ ਵੀ ਕੰਮ ਕਰ ਲਓ ਤੁਸੀਂ। ਇੱਥੇ ਜਦੋਂ ਮੈਂ ਘਰ ਬਣਾਉਣਾ ਸ਼ੁਰੂ ਕਰਤਾ, ਹੁਣ ਘਰ ਦੀ ਤਾਂ ਲੋੜ ਸੀ, ਉਦੋਂ ਵੀ ਕਹਿਣ ਲੱਗੇ ਉਹ ਨਾ ਬਣਾਈ, ਤੂੰ ਇਕੱਲੇ ਨੇ ਕੀ ਕਰਨਾ, ਲੱਕ ਟੁੱਟ ਜਾਏਗਾ, ਸਾਰਾ ਪੈਸਾ ਬਰਬਾਦ ਕਰ ਦੇ। ਮੈਂ ਕਿਹਾ ਮੈਂ ਰਹਿਣਾ ਨਹੀਂ ਯਾਰ, ਹੈ। ਤੇ ਚਲੋ ਘਰ ਵੀ ਬਣਾਇਆ, ਇਕੱਲੇ ਨੇ ਆਪਾਂ ਫਸਟ ਕਲਾਸ ਰਹਿਣਾ, ਜ਼ਿੰਦਗੀ ਨਹੀਂ ਜੀਣੀ। ਆਲੋਚਨਾ ਹਮੇਸ਼ਾ ਹੁੰਦੀ ਹੈ, ਨੈਗੇਟਿਵ ਵੀ ਬੰਦੇ ਬੈਠੇ ਨੇ, ਪੋਜ਼ੀਟਿਵ ਵੀ ਬੈਠੇ ਨੇ। ਫਿਰ ਮੇਰੀ ਇੱਕ ਆਦਤ ਆ ਹੁਣ ਵੀ ਮੈਂ ਬਹੁਤਾ ਕੋਈ ਸਲਾਹ ਮਸ਼ਵਰਾ ਨਹੀਂ ਕਰਦਾ। ਆ ਪਰਸੋਂ ਚੌਥ ਦੇ ਪਿਛਲੇ ਹਫਤੇ ਦੀ ਗੱਲ ਆ, ਮੇਰੇ ਮਨ 'ਚ ਆਈ, ਮੈਂ ਕਿਹਾ ਯਾਰ ਗੱਡੀ 7 ਸਾਲ ਹੋ ਗਏ ਆਪਣੇ ਕੋਲ, ਵੈਗਨਾਰ ਸਟਿੰਗਰੇ, ਇਹ ਹੁਣ ਦਿਨੋਂ ਦਿਨ ਇਹਦੀ ਡਿਟੀਰੀਏਸ਼ਨ ਹੋ ਰਹੀ ਹੈ, ਤੇ ਦਿਲ 'ਚ ਇਕੱਲਾ ਸੋਚ ਰਿਹਾ ਬੈਠਾ, ਮੈਂ ਕਿਹਾ ਵੀ ਗੱਡੀ ਰਿਪਲੇਸ ਕਰ ਲਈਏ। ਅੱਛਾ, ਤੇ ਮੈਂ ਫੋਨ ਕਰਤਾ ਬੰਦੇ ਨੂੰ ਜਿਹੜਾ ਪਠਾਨਕੋਟ ਪਰਚੇਜ਼ ਆ, ਜਿਹੜੇ ਵੇਚਦੇ ਨੇ, ਹਾਂ, ਹਰਵਿੰਦਰ ਆ ਮੁੰਡੇ ਦਾ ਨਾਮ। ਮੈਂ ਕਿਹਾ ਹਰਵਿੰਦਰ ਯਾਰ ਉਹ ਆ ਤੂੰ ਮੇਰੇ ਕੋਲੇ। ਕਹਿੰਦਾ ਮੈਂ ਇੱਥੇ ਹੀ ਗੁਰਦਾਸਪੁਰ ਹੀ ਆ, ਆਇਆ ਮੈਂ ਕਿਹਾ ਤੂੰ ਦੱਸੋ ਆਹ ਗੱਡੀ ਕਿੰਨੇ ਕੁ ਦੀ ਪਊਗੀ ਆਪਣੀ। ਉਹ ਕਹਿੰਦੇ ਜੀ ਇੰਨੇ ਦੀ। ਆਹ ਗੱਡੀ ਕਿੰਨੇ ਦੀ ਲੈਣੀ ਆ? ਉਹਨੇ ਉਹ ਸੱਦਿਆ ਜਿਹੜਾ ਸੈਸ ਕਰਦਾ, ਉਹ ਕਹਿੰਦਾ ਜੀ ਇੰਨੇ ਦੀ। ਮੈਂ ਕਿਹਾ ਚੱਲ ਤੂੰ ਬੁੱਕ ਕਰੋ, ਗੱਲ ਖਤਮ ਕਰੋ। ਤੇ ਉਹ ਨਹੀਂ, ਉਹ ਵੀ ਨਵੀਂ ਹੀ ਗੱਡੀ ਤੇ ਕਿਹੜੀ ਨਹੀਂ, ਉਹ ਚਲੋ ਭਾਵੇਂ 52,000 ਤਾਂ ਚੱਲੀ ਸਾਰੀ ਗੱਡੀ। ਆਹੋ, ਤੇ ਪਰ ਸਮੱਸਿਆ ਇਹ ਨਹੀਂ ਹੁੰਦੀ ਨਾ ਬਈ ਇਹ ਬਸ ਠੀਕ ਆ, ਆਪਣੇ ਹੋ ਗਿਆ ਫੈਸਲਾ। ਹੁਣ ਜੇ ਮੈਂ ਸਲਾਹ ਮਸ਼ਵਰਾ ਕਰਦਾ, ਲੋਕਾਂ ਨੇ ਕੁਝ ਕਹਿਣਾ ਸੀ, ਉਹ ਕੀ ਕਰਨੀ ਆ, ਇਹਨੂੰ ਕੀ ਹੋਇਆ, ਜਿਵੇਂ ਹੁਣ ਤੂੰ ਕਹੀ ਜਾਣਾ, ਜਿਵੇਂ ਤੂੰ ਕਹੀ ਜਾਣਾ ਤਾਂ ਨਵੀਂ ਸੀ, ਉਹ ਇੱਦਾਂ ਹੀ ਆ। ਤੇ ਮਨ ਦੀ ਮੌਜ ਹੈ, ਮਨ ਦੀ ਮੌਜ ਆ। ਉਹ ਮੈਂ ਤਾਂ ਕਈ ਵਾਰੀ ਜਿਹੜੇ ਦੋਸਤ ਮਿੱਤਰ ਪੁਰਾਣੇ ਜਿਹੜੇ ਵਿਆਹੇ ਹੋਏ ਨੇ, ਜਾਂ ਸਵੇਰੇ ਕਿਸੇ ਦਾ ਫੋਨ ਆਇਆ, ਕਹਿੰਦਾ ਯਾਰ ਮੈਂ ਕਿਹਾ ਕੀ ਹਾਲ ਆ ਭਰਜਾਈ ਦਾ, ਕਹਿੰਦਾ ਉਹ ਸਟੰਟ ਪਏ ਨੇ, ਆਏ ਹੋ ਗਿਆ। ਉਹ ਮੈਂ ਕਿਹਾ ਕਿਉਂ ਤੁਸੀਂ ਬਈਆਂ ਤੇ ਬਈਆਂ ਜਨਾਨੀਆਂ ਦੇ ਪੈਸੇ ਖਰਚੀ ਜਾਂਦੇ, ਉਹਨਾਂ ਨੂੰ ਜਾਣ ਦਿਓ, ਉਹਨੇ ਹੀ ਪੈਸੇ ਨਾਲ ਕੋਈ ਚੱਜ ਦੀ ਮਿਲ ਲਿਆ ਬਈ, ਮੈਂ ਮੂੰਹ ਲਿਆਓ, ਤੁਸੀਂ ਸਟੰਟਾਂ ਤੇ ਕਾਹਨੂੰ ਖਰਚੀ ਜਾਂਦੇ ਹੋ। ਉਹ ਬੜਾ ਕਹਿੰਦਾ ਸਾਡਾ ਸਮਾਜ ਹੈ ਨਾ ਸਾਡਾ। ਨਹੀਂ ਮੈਂ ਹਾਂ ਉਹੀ ਕਿਹਾ ਨਾ ਵੀ ਚਲੋ ਬੇਜਾਨ ਚੀਜ਼ਾਂ ਤਾਂ ਗੱਡੀਆਂ ਤੇ ਫੋਰਨ ਕੰਟਰੀ 'ਚ ਤਾਂ ਹੁਣ ਤੁਹਾਨੂੰ ਪਤਾ ਹੀ ਹੈ, ਸਮਾਜ ਨੂੰ ਬਦਲ ਲੱਗਿਆ ਵੀ। ਉਹ ਨਹੀਂ, ਸਮਾਜ ਨੇ ਨਹੀਂ ਬਦਲਣਾ ਹੁੰਦਾ, ਸਮਾਜ ਨੇ ਥੋੜ੍ਹਾ ਬੰਦਾ ਬਦਲਦਾ, ਸਮਾਜ ਨੇ ਕਦੇ ਵੀ ਨਹੀਂ ਬਦਲਣਾ ਹੁੰਦਾ। ਉਹ ਲੱਖਾਂ ਦੇਖੋ ਨਾ, ਹੁਣ ਦੇਖੋ ਤੁਸੀਂ ਕੀ ਬਦਲਿਆ। ਚੰਗੀਆਂ ਪੜ੍ਹੀਆਂ ਲਿਖੀਆਂ ਕੁੜੀਆਂ, ਐਜੂਕੇਟਡ, ਉਸੇ ਤਰੀਕੇ ਦੇ ਨਾਲ ਗੁਰਦੁਆਰੇ ਮੰਦਿਰ ਜੋ ਲਾਲ ਜਿਹੇ ਰੰਗ ਕੱਪੜਿਆਂ 'ਚ ਲਪੇਟ ਕੇ ਚੱਲ ਬਈ ਚੱਲ ਧੀ, ਸਾਰੀ ਜ਼ਿੰਦਗੀ ਹੋ ਗਿਆ ਨੇ ਉਹੀ ਕੰਮ ਕਰੇ। ਕੀ ਚੇਂਜ ਕੀ ਕੱਖ ਵੀ ਨਹੀਂ ਹੋਇਆ।
ਸਿਰਫ ਚੇਂਜ ਇੰਨਾ ਕਿ ਜਿਹੜੀ ਸਾਡੀਆਂ ਕੁੜੀਆਂ ਬਾਹਰ ਪੜ੍ਹਦੀਆਂ ਨੇ ਚੰਡੀਗੜ੍ਹ ਜਾਂ ਵੱਡੇ ਸ਼ਹਿਰਾਂ 'ਚ, ਉਦੋਂ ਜੀਨਾ ਜੂਨਾ ਪਾ ਕੇ ਖੁੱਲੇ ਵਾਲ ਛੱਡ ਕੇ ਹੈਲੋ ਹੈਲੋ ਹੈਲੋ। ਕਈ ਵਾਰ ਉਹਨਾਂ ਤੇ ਬੜੀਆਂ ਪਾਬੰਦੀਆਂ ਨੇ। ਨਹੀਂ, ਮੈਂ ਉਹ ਜਦੋਂ ਘਰਾਂ 'ਚ ਵਾਪਸ ਆਉਂਦੀਆਂ ਨੇ ਨਾ, ਉਹਨਾਂ ਵਾਸਤੇ ਉਹੀ ਕੁਝ ਪਿਆ, ਉਹੀ ਰਸਮ ਰਿਵਾਜ ਨੇ, ਉਹੀ ਆ। ਉਹ ਦੇਖੀ ਕੁੜੀਏ ਸਾਡੀ ਇੱਜ਼ਤ ਨਾਲ ਰੋਲਦੀ, ਉਹ ਪਗੜੀ ਦੇ ਪਗੜੀ ਨੂੰ ਦਾਗ ਨਾ ਲਵਾ ਦੀ, ਪਹਿਲਾਂ ਹੀ ਉਹਨੂੰ ਤਿਆਰ ਕਰ ਲੈਂਦੇ ਨੇ। ਕੱਖ ਨਹੀਂ ਬਦਲਿਆ, ਐਵੇਂ ਮਾਨਸਿਕ ਸਥਿਤੀ ਉੱਥੇ ਹੀ ਖੜੀ ਹੈ। ਡਰੈਸ ਬਦਲਣਾ ਥੋੜ੍ਹਾ ਕੋਈ ਨਹੀਂ। ਮੈਨੂੰ ਕਿਸੇ ਨੇ ਪੁੱਛਿਆ ਇੱਕ ਵਾਰੀ ਚੰਡੀਗੜ੍ਹ ਬਾਰੇ, ਮੈਂ ਕਿਹਾ ਚੰਡੀਗੜ੍ਹ 'ਚ ਬਿਲਡਿੰਗਾਂ ਨੇ, ਇਹ ਵੀ ਤਾਂ ਕਿਸੇ ਨੇ ਬਣਾਈਆਂ, ਆਰਕੀਟੈਕਟ ਬਾਹਰਲਾ। ਬੰਦੇ ਤਾਂ ਸਾਰੇ ਆਪਣੇ ਇੰਡੀਆ ਦੇ ਹੀ ਰਹਿੰਦੇ ਨੇ, ਮਾਨਸਿਕਤਾ ਉਹੀ ਆ ਉਹਨਾਂ ਦੀ। ਉਹੀ ਹੈ ਨਾ, ਜੇ ਬਾਹਰ ਨੇ ਡਿਜ਼ਾਈਨ ਕਰ ਦਿੱਤੀ, ਡਿਜ਼ਾਈਨ ਹੀ ਸਿਰਫ ਬਿਲਡਿੰਗਾਂ ਹੀ ਚੇਂਜ ਹੋਈਆਂ ਨੇ, ਸੜਕਾਂ ਦਰਖਤ ਲੱਗੇ ਨੇ, ਬੰਦੇ ਤਾਂ ਉਹੀ ਬੈਠੇ ਨੇ, ਉਹੀ ਬੈਠਾ ਬਿਲਕੁਲ। ਜਿੰਨਾ ਚਿਰ ਮਾਨਸਿਕਤਾ ਤੁਹਾਡੀ ਨਹੀਂ ਬਦਲੇਗੀ ਉਨੀ ਦੇਰ ਉਹਦਾ ਫਾਇਦਾ ਕੋਈ ਨਹੀਂ, ਜਦੋਂ ਚੇਂਜ ਸੁਆਹ ਹੀ ਹੈ। ਹਾਂਜੀ, ਓਸ਼ੋ ਦਾ ਕੀ ਸਿਧਾਂਤ ਸੀਗਾ ਇਸ ਚੀਜ਼ ਦੇ ਬਾਰੇ? ਓਸ਼ੋ ਚਾਹੁੰਦਾ ਸੀ ਵੀ ਦੇਖੋ, ਉਹਦਾ ਮੇਨ ਜਿਹੜੀ ਗੱਲ ਕਰਦੇ ਹੁੰਦੇ ਸੀ ਨਾ, ਕਹਿੰਦੇ ਵੀ ਜੇ ਤੁਹਾਡੀ ਪਰਸਨਲ ਲਾਈਫ ਜਾਂ ਟੋਟਲ ਸੋਸ਼ਲ ਸੈਟਅਪ ਲੈ ਲਓ, ਜਾਂ ਆਪਾਂ ਹੁਣ ਵੀ ਕਹਿੰਦੇ ਸਮਾਂ ਬੜਾ ਮਾੜਾ, ਹਾਂਜੀ ਇਹ ਹੈ ਜੀ ਫਲਾਣੀ ਗੱਲ ਆ, ਨੈਗੇਟਿਵ ਗੱਲਾਂ ਹੈ ਨਾ। ਬੰਦਾ ਵੀ ਕਹਿੰਦਾ ਯਾਰ ਮੈਂ ਇਹ ਹੋਣਾ ਚਾਹੁੰਦਾ ਸੀ, ਇਹ ਹੋ ਗਿਆ। ਕਹਿੰਦਾ ਇਹਦਾ ਮਤਲਬ ਜੇ ਤੁਹਾਡਾ ਹੁਣ ਪ੍ਰੈਜ਼ੈਂਟ ਦੇ ਵਿੱਚ ਕੋਈ ਗੜਬੜ ਆ, ਉੱਥੇ ਤੁਸੀਂ ਸੈਟਿਸਫਾਈਡ ਨਹੀਂ, ਇਹਦਾ ਮਤਲਬ ਤੁਹਾਡੇ ਪਾਸਟ ਦੇ ਵਿੱਚ ਗੜਬੜ। ਮਤਲਬ ਜਿਹੜਾ ਤੁਸੀਂ ਕੋਈ ਪੌਦਾ ਬੀਜਿਆ, ਉਹਦੀਆਂ ਜੜ੍ਹਾਂ 'ਚ ਨੁਕਸਾ, ਤਾਂ ਫੁੱਲ ਨਹੀਂ ਠੀਕ ਲੱਗੇ, ਫੁੱਲ ਫਲ ਨਹੀਂ ਲੱਗ ਰਹੇ। ਇਸੇ ਕਰਕੇ ਜਿਹੜਾ ਸੋਸ਼ਲ ਸੈਟਅਪ ਹੈ, ਜਿਹੜਾ ਕਹਿੰਦਾ ਸਮਾਂ ਬੜਾ ਮਾੜਾ, ਲੋਕ ਬੇਈਮਾਨ, ਠੱਗੀ ਠੋਰੀ, ਇਹਦਾ ਮਤਲਬ ਪਾਸਟ ਸਾਡਾ ਦੇ ਵਿੱਚ ਗੜਬੜ। ਉਹ ਕਹਿੰਦਾ ਮੈਂ ਤੁਹਾਨੂੰ ਪਾਸਟ ਤੋਂ ਤੋੜ ਕੇ ਉੱਥੋਂ ਪ੍ਰੈਜ਼ੈਂਟ ਦੇ ਵਿੱਚ ਜੀਣਾ ਸਿਖਾਉਣਾ, ਫਰੈਸ਼। ਤੁਹਾਡੀ ਜਿਹੜੀ ਆ ਸਲੇਟ ਦੇ ਉੱਤੇ ਗੰਦ ਮੰਦ ਤੁਸੀਂ ਭਰ ਲਿਆ ਨਾ ਲਿਖ ਕੇ, ਇਹਨੂੰ ਮੈਂ ਪੂੰਝਣਾ ਚਾਹੁੰਦਾ। ਉਸ ਤੋਂ ਬਾਅਦ ਉੱਤੇ ਮੈਂ ਦੁਬਾਰੇ ਕੁਝ ਨਹੀਂ ਲਿਖਣਾ ਚਾਹੁੰਦਾ, ਸਿਰਫ ਤੁਹਾਡਾ ਮਨ ਦੀ ਸਲੇਟ ਖਾਲੀ ਚਾਹੀਦੀ, ਸਾਫ਼ ਸੁਥਰੀ। ਇਹ ਸੀ ਉਹਦਾ ਫਲਸਫਾ। ਔਰਤ ਮਰਦ ਦਾ ਉਹ 'ਚ ਕੋਈ ਭੇਤ ਨਹੀਂ ਸੀ। ਕਹਿੰਦਾ ਨਾ ਮੇਰੇ ਲਈ ਕੋਈ ਔਰਤ ਵੱਖਰੀ ਹੈ, ਨਾ ਕੋਈ ਮਰਦ ਵੱਖਰੇ ਨੇ। ਕਹਿੰਦਾ ਹਿਊਮਨ ਬੀਇੰਗ ਨੇ ਦੋਨੇ। ਨਹੀਂ, ਉਹਦੇ ਬਾਰੇ ਵੀ ਇੱਕ ਗੱਲ ਦੇਖੋ, ਜਿਹੜਾ ਸੈਕਸ ਹੈ, ਇਹ ਸਾਰੀ ਬਹੁਤ ਵੱਡੀ ਤਾਕਤ ਆ ਨੇਚਰ ਦੀ। ਸੈਕਸ ਦੇ ਥਰੂ ਹੀ ਤਾਂ ਸਾਰੀ ਸ੍ਰਿਸ਼ਟੀ ਹੈ ਉਪਜਿਆ ਹੈਗਾ। ਮਤਲਬ ਬਨਸਪਤੀ ਤੋਂ ਲੈ ਕੇ ਬੰਦੇ ਦੀ ਨਸਲ, ਪੰਛੀਆਂ, ਦੂਜੇ ਜਾਨਵਰ, ਬੰਦਾ, ਸਾਰੇ ਥਰੂ ਸੈਕਸ ਹੀ ਸਭ ਕੁਝ। ਲੇਕਿਨ ਸੈਕਸ ਨੂੰ ਤੁਸੀਂ ਲੈਂਦੇ ਕੀ ਹੋ? ਹੁਣ ਇੱਕ ਤਾਂ ਅਰੇਂਜਮੈਂਟ ਕਰ ਲਿਆ, ਆ ਜਿਹੜੇ ਔਰਤਾਂ ਬਾਜ਼ਾਰਾਂ 'ਚ ਬੈਠੀਆਂ ਨੇ ਵਿਚਾਰੀਆਂ, ਪੇਸ਼ਾ ਕਰਦੀਆਂ, ਉਹ ਵੀ ਸਰੀਰ ਵੇਚਦੀਆਂ। ਵਿਆਹ ਸੰਸਥਾ ਵੀ ਅਰੇਂਜ ਹੀ ਹੈ। ਇੱਕ ਔਰਤ ਤੁਹਾਨੂੰ ਲਿਆ ਦੇਣੀ, ਹਾਂਜੀ, ਬੱਚੇ ਪੈਦਾ ਕਰੂਗੀ। ਬੱਚੇ ਕੀ ਮੁੰਡੇ, ਕੁੜੀ ਵੀ ਨਹੀਂ ਜੰਮਣ ਦੇਣਾ ਉਹਨੂੰ, ਇਸ ਤੁਹਾਨੂੰ ਅਰੇਂਜ ਦਿੱਤਾ ਕਰ। ਕਿਉਂਕਿ ਮਰਦ ਨੂੰ ਇਹਦਾ ਗੱਲ ਦਾ ਫਾਇਦਾ, ਔਰਤ ਤਾਂ ਹਮੇਸ਼ਾ ਘੱਟ, ਔਰਤ ਕੀ ਰੋਟੀ ਪਾਣੀ ਖਾਂਦੀ ਆ, ਉਹ ਪੈਸੇ ਉਹ ਕਮਾ ਕੇ ਲਿਆਉਂਦਾ। ਇਹ ਵੀ ਅਰੇਂਜ ਕੀਤਾ ਹੋਇਆ। ਸੈਕਸ ਕੋਈ ਮਾੜੀ ਨਹੀਂ ਚੀਜ਼, ਲੇਕਿਨ ਉਹਨੂੰ ਤੁਸੀਂ ਟਰੀਟ ਕਿੱਦਾਂ ਕਰਨਾ। ਇਹ ਉੱਥੇ ਪੂਨੇ ਦਾ ਇਹ ਸੀ ਕਿ ਉੱਥੇ ਤੁਰੇ ਫਿਰਦੇ ਨੇ ਸੰਨਿਆਸੀ, ਔਰਤਾਂ ਬੰਦੇ ਸਭ ਰਲੇ ਮਿਲੇ ਤੁਰੇ ਫਿਰਦੇ ਨੇ, ਇਕੱਠੇ ਬਾਥਰੂਮ 'ਚ ਇਕੱਠੇ ਨਹਾਈ ਜਾਂਦੇ ਨੇ, ਕੋਈ ਫਰਕ ਨਹੀਂ ਕੋਈ ਕਿੱਥੇ ਬੈਠਾ। ਜੇ ਕੋਈ ਇੱਥੇ ਲੈਕਚਰ ਚੱਲ ਰਿਹਾ, ਵਿੱਚ ਹੀ ਔਰਤਾਂ ਰਲੀਆਂ ਬੈਠੀਆਂ ਨੇ, ਇੱਧਰ ਬੰਦੇ ਬੈਠੇ ਵਿੱਚ ਹੀ। ਇਹ ਥੋੜ੍ਹਾ ਵੀ ਜਿਵੇਂ ਸਾਡੇ ਆ ਗੁਰਦੁਆਰੇ ਮੰਦਿਰਾਂ 'ਚ ਔਰਤਾਂ ਵੱਖਰੀਆਂ ਬੈਠੀਆਂ ਨੇ, ਬੰਦੇ ਵੱਖਰੇ ਬੈਠੇ ਨੇ, ਘਰਾਂ 'ਚ ਵੀ ਇਹੀ ਹਾਲ ਹੁੰਦਾ। ਉਹਦਾ ਮਤਲਬ ਇਹ ਸੀ ਹਾਂ ਬਈ ਜਿਹੜੀ ਨੇਚਰ ਹੈ ਨਾ, ਜਿਹੜੀ ਆ ਉਹਦਾ ਦੇਖੋ। ਹੁਣ ਫਾਰ ਐਗਜ਼ਾਮਪਲ ਮੇਰੇ ਕੋਲ ਕੋਈ ਬੰਦਾ ਔਰਤ ਹੀ ਆਵੇ, ਉਹ ਸਿਰਫ ਸੈਕਸ ਲਈ ਥੋੜ੍ਹਾ ਆਊਗੀ, ਮੈਨੂੰ ਮਿਲਣ ਵੀ ਤਾਂ ਆ ਸਕਦੀ ਹੈ। ਹਾਂਜੀ, ਉਹਨੂੰ ਮੈਂ ਕਹੂੰਗਾ ਵੀ ਆਹ ਦੇਖੋ ਜੀ, ਆਹ ਕਮਰੇ ਜਿੱਥੇ ਮਰਜ਼ੀ ਸੌਂ ਜਾ, ਕਿ ਜਾਂ ਮੇਰੀ ਜੇ ਨੀਅਤ ਮਾੜੀ ਹੋਊ, ਮਤਲਬ ਘਟੀਆਪਣਾ ਹੋਊ, ਅਤੇ ਮੈਂ ਉਹਨੂੰ ਕਰੂੰਗਾ ਹੋਰ ਢੰਗ ਨਾਲ ਟਰੀਟ, ਵੀ ਸ਼ਾਇਦ ਇਸੇ ਕੰਮ ਲਈ ਆਈ ਹੈ। ਇੱਦਾਂ ਨਹੀਂ ਹੁੰਦਾ। ਓਸ਼ੋ ਦਾ ਫਲਸਫਾ ਵੀ ਇਹੀ ਸੀ ਕਿ ਨੇਚਰ, ਹਾਂ ਤੁਹਾਡੇ ਜੇ ਨੈਚੁਰਲ ਕਿਤੇ ਰਿਲੇਸ਼ਨ ਬਣਦੇ ਨੇ, ਉਹਨੂੰ ਰੋਕਣਾ ਵੀ ਪਾਪ ਆ। ਜੇ ਸਹਿ ਸੁਭਾਵਿਕ ਬਣਦੇ ਨੇ ਨੈਚੁਰਲ, ਉਹਨੂੰ ਸਪਰੈਸ ਕਰਨਾ, ਸਪਰੈਸ਼ਨ ਮਾੜੀ ਹੈ। ਉਹੀ ਬਿਮਾਰੀਆਂ ਤੁਹਾਡੀਆਂ। ਜਿੰਨਾ ਤੁਸੀਂ ਚੀਜ਼ ਨੂੰ ਸਪਰੈਸ ਕਰੋਗੇ ਨਾ, ਨੇਚਰ ਨੂੰ, ਉਹਨੇ ਤੁਹਾਨੂੰ ਨੁਕਸਾਨ ਪਹੁੰਚਾਉਣਾ ਹੀ ਪਹੁੰਚਾਉਣਾ। ਮਤਲਬ ਇਹ ਉਹਨਾਂ ਦੀ ਖੁੱਲ੍ਹ ਸੀਗੀ ਵੀ ਜਿੱਦਾਂ
ਰਹਿ ਸਕ ਜਿੱਦਾਂ ਨੇਚਰ ਆਂਦੀ ਨਾ ਰਹੋ, ਹਾਂ ਉਦਾਂ ਹੀ ਰਹੋ, ਰੋਕੋ ਨਾ। ਹਾਂ, ਤੁਸੀਂ ਕਿਸੇ ਨੂੰ ਜ਼ਬਰਦਸਤੀ ਨਹੀਂ ਕਰ ਸਕਦੇ। ਰੋਕੋ ਨਾ ਵੀ ਇੱਕ ਔਰਤ ਬੈਠੀ ਤੁਸੀਂ ਜਾ ਕੇ ਉਹਨੂੰ ਐਵੇਂ ਜੱਫੀ ਪਾ ਲਓ ਨਾ। ਫੀਲਿੰਗਸ ਆਉਣ, ਉਹ ਵੀ ਚਾਹਵੇ ਤੁਸੀਂ ਵੀ ਚਾਹੋ, ਤੇ ਫਿਰ ਤੁਹਾਨੂੰ ਕੋਈ ਤੀਜਾ ਬੰਦਾ ਡਿਸਟਰਬ ਵੀ ਨਹੀਂ ਕਰੂਗਾ। ਠੀਕ ਹੈ। ਉੱਥੇ ਉਹਨਾਂ ਨੇ ਇਹ ਵੀ ਕਿਹਾ ਸੀ ਕਮਿਊਨ ਦਾ ਮਤਲਬ ਹੈ, ਕਮਿਊਨ ਸ਼ਬਦ ਜਿਹੜਾ ਕਮਿਊਨਿਸਟ ਸ਼ਬਦ ਹੈ ਨਾ, ਇਹ ਵੀ ਐਕਚੁਅਲੀ ਕਮਿਊਨ ਸ਼ਬਦ ਤੋਂ ਹੈ। ਜਦੋਂ ਕਿ ਸਾਂਝੀ ਖੇਤੀ ਆਪਾਂ ਕਰਨੀ ਆ, ਸਾਰੇ ਖੇਤ ਇਕੱਠੇ ਕਰੋ, ਸਾਰੇ ਕੰਮ ਕਰ ਰਹੇ ਨੇ, ਮੁੜ ਕੇ ਹਰੇਕ ਬੰਦੇ ਨੂੰ ਅਨਾਜ ਵੰਡਿਆ ਜਾਊ, ਰੋਟੀ ਪਾਣੀ, ਭੁੱਖਾ ਨਹੀਂ ਕੋਈ ਮਰੇ, ਲੋੜਾਂ ਉਹਨਾਂ ਨੂੰ ਪੂਰੀਆਂ ਹੋਣਗੀਆਂ। ਉਹ ਜਿਹੜਾ ਕਮਿਊਨ ਸੀ ਬਣਾਇਆ ਓਸ਼ੋ ਨੇ, ਉਹਦਾ ਇਹੀ ਸੀ ਵੀ ਇੱਥੇ ਕੋਈ ਕਿਸੇ ਕੰਟਰੀ ਦੀ ਔਰਤ ਆ, ਕੋਈ ਕਿਸੇ ਕੰਟਰੀ ਦਾ ਮਰਦ ਇਕੱਠੇ ਤੁਰੇ ਫਿਰਦੇ ਸੀ ਅਸੀਂ। ਜੇ ਕੋਈ ਰਿਲੇਸ਼ਨ ਤੁਹਾਡਾ ਡਿਵੈਲਪ ਹੋ ਗਿਆ, ਬੱਚਾ ਵੀ ਜੇ ਹੋ ਗਿਆ, ਕੋਈ ਗੱਲ ਨਹੀਂ, ਉਹ ਬੱਚਾ ਪ੍ਰੋਪਰਟੀ ਕਮਿਊਨ ਦੀ ਹੈ। ਜਿੱਦਾਂ ਹੁਣ ਯੂਰਪ ਦੇ ਕੁਝ ਕੰਟਰੀ ਨੇ, ਠੀਕ ਹੈ, ਤੁਸੀਂ ਜੇ ਲਿਵ ਇਨ ਰਿਲੇਸ਼ਨ 'ਚ ਰਹਿੰਦੇ ਹੋ, ਜੇ ਬੱਚਾ ਤੁਸੀਂ ਨਹੀਂ ਪਾਲਣਾ, ਗਵਰਨਮੈਂਟ ਪਾਲੇਗੀ, ਉਹਨਾਂ ਸੰਸਥਾਵਾਂ ਬਣੀਆਂ ਨੇ। ਉਹ ਇਸੇ ਕਰਕੇ ਕਹਿ ਰਿਹਾ ਸੀ ਵੀ ਜਿਹੜੀ ਇਹ ਨਵੀਂ ਜਿਹੜੀ ਪਾਵਰਫੁਲ ਜਨਰੇਸ਼ਨ ਇਸੇ ਕਰਕੇ ਨਹੀਂ ਅੱਗੇ ਆ ਰਹੀ। ਤੁਸੀਂ ਦੇਖੋ ਪੰਛੀ, ਜਾਨਵਰ, ਇਹ ਸਾਰਿਆਂ ਨੂੰ ਕਹਿੰਦੇ ਜੀ ਉਹ ਫਲਾਣੀ ਨਸਲ ਤੋਂ ਇਹਨੂੰ ਲਵਾਓ, ਜਾਨਵਰ ਨੂੰ ਦੁੱਧ ਜ਼ਿਆਦਾ ਦਿਓ, ਬੱਚੇ ਵਧੀਆ ਹੋਣਗੇ। ਸਿਰਫ ਜਿਹੜੇ ਮਨੁੱਖ ਦੀ ਨਸਲ ਆ, ਇਹੀ ਜਿਹੜੀ ਆ ਉਹੀ ਹੈ ਟ੍ਰਡੀਸ਼ਨ, ਵੀ ਲਓ ਜੀ ਇਹ ਨਹੀਂ। ਇਸ ਕਰਕੇ ਡਿਵੈਲਪਮੈਂਟ ਵੀ ਨਹੀਂ ਹੋ ਰਹੀ। ਹਾਂਜੀ, ਉੱਥੇ ਇਹੀ ਸੀ ਵੀ ਬੱਚਾ ਕਮਿਊਨ ਦਾ, ਤੇ ਉਸ ਤੋਂ ਬਾਅਦ ਜੇ ਕਿਸੇ ਦੀ ਨਹੀਂ ਬਣਦੀ ਤੇ ਸੈਪਰੇਟ ਬੜੇ ਆਰਾਮ ਨਾਲ ਹੁੰਦੇ ਵੀ ਹੋ ਸਕਦੇ। ਇੱਥੇ ਮੁਕੱਦਮੇ ਨਹੀਂ ਚੱਲਦੇ ਵੀ ਤਲਾਕ ਛਲਾਕ ਦੇ ਜਾਂ ਦੂਜਾ ਪੈਸੇ ਦਿਓ। ਭਗਤੀ ਦੇ ਨਾਲ ਇਹਨੂੰ ਜੋੜ ਕੇ ਉਹਨਾਂ ਨੇ ਕੀਤਾ ਸੀ ਇਸ ਚੀਜ਼ ਨੂੰ ਡਿਵੈਲਪ ਵੀ ਭਗਤੀ 'ਚ ਰੋਕ ਬਣਦੀ ਹੈ। ਹਾਂ, ਉਹ ਦੇਖੋ ਪਹਿਲਾਂ ਇਹ ਕੰਮ ਨਿਬੇੜ ਦਿਓ। ਉਹ ਜਿਹੜਾ ਤੁਸੀਂ ਕਹਿੰਦੇ ਸੈਕਸ ਤੇ ਸਮਾਧੀ, ਉਹਨੂੰ ਵੀ ਲੋਕ ਉਹ ਕਹਿੰਦੇ ਦੇਖੋ, ਸੈਕਸ ਦਾ ਮਤਲਬ ਹੈ ਕਿ ਜਦੋਂ ਬੰਦਾ ਜਾਂ ਔਰਤ, ਪਹਿਲਾਂ ਤਾਂ ਬੰਦਾ ਸਮਝਦਾ ਨਹੀਂ ਵੀ ਔਰਤ ਵੀ ਕਦੇ ਡਿਸਚਾਰਜ ਹੁੰਦੀ ਹੈ, ਔਰਤ ਵੀ ਡਿਸਚਾਰਜ ਹੁੰਦੀ ਹੈ। ਜਦੋਂ ਬੰਦਾ ਡਿਸਚਾਰਜ ਹੁੰਦਾ, ਉਹਦੇ ਵਿੱਚ ਇੱਕ ਤੁਹਾਨੂੰ ਪਤਾ ਕੁਝ ਮੂਵਮੈਂਟ ਐਵੇਂ ਸਪੈਸ਼ਲ ਹੁੰਦੇ ਨੇ ਜਿਹੜੇ ਤੁਸੀਂ ਬਿਆਨ ਨਹੀਂ ਕਰ ਸਕਦੇ। ਉਹ ਜਦੋਂ ਉਹੀ ਜਿਹੜੇ ਮੂਵਮੈਂਟ ਨੇ ਜਦੋਂ ਪ੍ਰੋਲੋਂਗ ਕਰ ਦਿੰਦੇ ਨੇ, ਉਹ ਸਮਾਧੀ ਬਣਦੀ। ਸਮਾਧੀ ਵਿੱਚ ਵੀ ਇਹੀ ਹੈ, ਸ਼ੁੰਨ, ਵਿਚਾਰ ਮੁਕਤ। ਹਾਂਜੀ, ਉਹ ਜਿਹੜਾ ਸੀ ਨਾ ਇੱਕ ਵਿਪਸ਼ਨਾ ਇਹਦਾ ਨਾਮ ਮੈਡੀਟੇਸ਼ਨ ਦਾ, ਜਿਹੜਾ ਬੁੱਧ ਸੀ ਉਹ ਇਸੇ ਦੇ ਥਰੂ ਬੁੱਧ ਬਣਿਆ ਸੀ। ਜਦੋਂ ਧਿਆਨ ਲਾਉਂਦੇ ਸੀ ਵਿਚਾਰਾਂ ਤੋਂ ਮੁਕਤੀ, ਕਿਉਂਕਿ ਵਿਚਾਰ ਹੀ ਬੰਦੇ ਨੂੰ ਤਾਂ ਪ੍ਰੋਬਲਮ 'ਚ ਪਾਉਂਦੇ ਨੇ। ਆਪਾਂ ਸਾਰਾ ਦਿਨ ਕੀ ਸੋਚਦੇ, ਉੱਧਰ ਸੋਚ, ਉੱਧਰ ਸੋਚ, ਉੱਧਰ ਨੈਗੇਟਿਵ, ਇਹਨੇ ਕੀਤਾ, ਉਹ ਕੀਤਾ। ਜਦੋਂ ਤੁਸੀਂ ਵਿਚਾਰ ਮੁਕਤ ਹੁੰਦੇ ਹੋ, ਉਹਦਾ ਮਤਲਬ ਸੀ ਭਾਵੇਂ 10 ਮਿੰਟ ਵੀ ਵਿਚਾਰ ਮੁਕਤ ਹੋ ਸਕੋ ਨਾ, ਉਹ ਤੁਹਾਨੂੰ ਰਿਲੀਫ ਮਿਲੇਗਾ। ਉਹਦਾ ਮਤਲਬ ਇਹ ਸੀ। ਹੋਰ ਸੈਕਸ ਦਾ ਮਤਲਬ ਇਹ, ਜਿਹੜੇ ਸਮਾਧੀ ਨਾਲ ਲੋਕ ਹੋਰ ਮਤਲਬ ਲੈਂਦੇ ਨੇ। ਨਾ ਤੁਸੀਂ ਸੈਕਸ ਨੂੰ ਮਨਫੀ ਕਰ ਸਕਦੇ, ਨਾ ਤੁਸੀਂ ਉਹ ਜਿਹੜਾ ਬੰਦਾ ਕਹਿੰਦਾ ਨਾ, ਆਮ ਤੌਰ 'ਤੇ ਆਪਾਂ ਸੁਣਦੇ ਹਾਂ, ਉਹ ਯਾਰ ਸੁੱਖ ਦਾ ਸਾਹ ਸਾਲਾ ਪਤਾ ਨਹੀਂ ਕਦੋਂ ਆਊਗਾ। ਜਦੋਂ ਸੁੱਖ ਦਾ ਸਾਹ ਆਉਣਾ ਹੁੰਦਾ, ਬੰਦਾ ਉਹ ਵੀ ਨਹੀਂ ਲੈ ਕੇ ਰਾਜੀ, ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਕਰੀ ਜਾਂਦਾ। ਮਾਨਸਿਕ ਸਾਰਾ ਦਿਨ ਮਾਨਸਿਕ ਤੌਰ ਤੇ ਬੰਦੇ ਦੀਆਂ ਆਪਣੀਆਂ ਉਲਝਿਆ ਰਹਿੰਦਾ, ਬੰਦੇ ਦੀਆਂ ਆਪਣੀਆਂ ਉਹਦੇ ਬੰਦੇ ਦੁਆਲੇ ਲਪੇਟੀਆਂ ਹੀ ਆ ਨਾ ਮੁਸੀਬਤਾਂ। ਸੋ ਤਾਂ ਬੜੀ ਸਿੱਧੀ ਗੱਲ ਸੀ ਉਹ ਬੰਦੇ ਦੀ, ਜਿਹੜੀ ਲੋਕਾਂ ਨੇ ਉਲਝਾਈ। ਕਿਉਂਕਿ ਜਿਹੜਾ ਟ੍ਰੈਡੀਸ਼ਨਲ ਧਰਮ ਚੱਲਦੇ ਨੇ ਨਾ, ਉਹ ਇਹ ਨਹੀਂ ਚਾਹੁੰਦੇ ਵੀ ਇਹ ਚੀਜ਼ ਸੱਤ ਟੁੱਟੇ, ਸੱਤੋਂ ਇਹਦੇ ਹੱਥੋਂ ਨਿਕਲੇ। ਕਿਉਂਕਿ ਉੱਥੇ ਉਹਨਾਂ ਕੋਲ ਜੁਗਾੜ ਬੜਾ ਕੀਤਾ ਪੈਸੇ ਦਾ, ਲੋਕਾਂ ਨੂੰ ਲੁੱਟਣ ਦਾ, ਹਾਂਜੀ, ਤੇ ਵਹਿਮਾਂ ਭਰਮਾਂ 'ਚ ਪਾਉਣ ਦਾ। ਤੇ ਉਹਨਾਂ ਨੂੰ ਕੁਦਰਤ ਦੇ ਲਾਗੇ ਲਿਆਂਦਾ ਸੀ, ਤੇ ਉਹ ਕੁਦਰਤ ਦੇ ਲਾਗੇ ਆ ਜਾਂਦੇ ਤੇ ਫਿਰ ਰੱਬ ਦੇ ਲਾਗੇ ਹੋ ਗਏ। ਹਾਂ, ਤੇ ਜੇ ਰੱਬ ਦੇ ਲਾਗੇ ਆਪੇ ਹੀ ਬੰਦਾ ਹੋਏ। ਰੱਬ ਕੀ ਚੀਜ਼ ਹੈ? ਰੱਬ ਕੋਈ ਕਿਤੇ ਕੁਰਸੀ ਢਾ ਕੇ ਥੋੜਾ ਬੈਠਾ ਮੁਕਟ ਲਾਈ, ਕੁਦਰਤੀ ਰੱਬ ਆ। ਹਾਂਜੀ, ਜਿਹੜਾ ਦੇਖੋ ਨਾ, ਤੁਸੀਂ ਨੇਚਰ 'ਚ ਜਾਓ, ਉਹ ਇਹੀ ਰੱਬ ਆ। ਰੱਬ ਕੋਈ ਸਪੈਸ਼ਲ ਸਾਡਾ ਕਚਹਿਰੀ ਥੋੜਾ ਲੱਗਾ ਜੋ ਸਾਨੂੰ ਦੱਸਿਆ ਹੋਇਆ ਵੀ ਉੱਥੇ ਬਈਆਂ ਪਈਆਂ ਨੇ ਇੱਕ ਕੜਾਈ 'ਚ। ਇੱਕ ਪਾਸੇ ਤੇ ਕਹਿੰਦੇ ਆਤਮਾ ਅਮਰ ਆ। ਹਾਂਜੀ, ਸਰੀਰ ਤੁਹਾਡਾ ਇੱਥੇ ਸੜ ਗਿਆ ਤੇ ਉੱਥੇ ਕੁੜੀ ਹੈ, ਮੈਨੂੰ ਕੜਾਈ 'ਚ ਕਿਹਨੇ ਤਲਣਾ, ਕਿਸ ਚੀਜ਼ ਨੂੰ ਤਲਣਾ। ਹਾਂਜੀ, ਤੁਸੀਂ ਇਹ ਐਵੇਂ ਲੋਕਾਂ ਨੂੰ ਉਲਝਾਇਆ ਹੋਇਆ। ਉਹ ਸਿਰਫ ਮਕਸਦ ਇਹਨਾਂ ਕਹਿਣ ਦਾ ਸੀ ਵੀ ਬੰਦਾ ਕੰਮ ਚੰਗੇ ਕਰੇ, ਬਸ ਸਿੱਧੀ ਗੱਲ ਇੰਨੀ ਸੀ। ਪਰ ਡਰਾਇਆ ਇੰਨਾ, ਤੇ ਰੱਬ ਰੂਪ ਇਦਾਂ ਦੇ ਥੋੜਾ ਕੋਈ ਬੈਠਾ ਕਿਤੇ ਸਿੰਘਾਸਣ ਲਾਈ ਜਾਂ ਲਿਆਓ ਜੀ ਬਈਆਂ ਕੱਲੋ ਜੀ ਜਗਤਾਰ ਗਿੱਲ ਦੀ ਦੇਖੀਏ ਜੇ। ਅੱਛਾ, ਉੱਥੇ ਫੇਰ ਇਹੀ ਗੱਲਾਂ ਚੱਲਦੀਆਂ ਨੇ। ਹਾਂ, ਜਿਹੜੇ ਇਹ ਗੱਲਾਂ ਕਰਦੇ ਨੇ ਕੜਾਏ ਨੇ ਅੱਗੇ ਉਹੀ ਬਸ ਉਹੀ ਫੇਰ ਉਹੀ ਕਰੀ ਜਾਂਦੇ। ਨੇਚਰ 'ਚ ਕੁਝ ਵੀ, ਨੇਚਰ ਦਾ ਬਿਲਕੁਲ ਸਹਿਜ ਹੈ,
ਸ਼ਾਂਤ ਆ। ਉਹ ਇੱਕ ਪ੍ਰੋਸੈਸ ਚੁੱਪ ਚਪੀਤੇ ਕੰਮ ਚੱਲ ਰਿਹਾ। ਕਿੱਥੋਂ ਨਦੀ ਦਰਿਆ ਨਿਕਲਦੇ ਨੇ, ਐਵੇਂ 2-2 2.5 ਇੰਚ ਚੌੜੇ ਹੁੰਦੇ ਨੇ ਜਦੋਂ ਦਰਿਆ ਨਿਕਲਦੇ ਨੇ ਉੱਪਰੋਂ ਪਹਾੜਾਂ 'ਚ। ਉਹ ਫੈਲਦੇ ਸ਼ਹਿਰਾਂ ਸ਼ੂਰਾਂ 'ਚ ਹੋ ਕੇ, ਸ਼ਹਿਰਾਂ ਦੇ ਵਿੱਚ ਜਦੋਂ ਉਹਦਾ ਗੰਦ ਉਹ 'ਚ ਪਾਉਂਦੇ ਨੇ, ਸ਼ਹਿਰੀ ਪਾਉਂਦੇ ਨੇ, ਬੰਦਾ ਹੀ ਪਾਉਂਦਾ, ਹੌਲੀ ਹੌਲੀ ਸਾਫ਼ ਸੁਥਰੇ ਹੋ ਕੇ ਸਮੁੰਦਰ ਚਲੇ ਜਾਂਦਾ। ਹਾਂਜੀ, ਸੋ ਨੇਚਰ ਦੇ ਵਿੱਚ ਤਾਂ ਕੋਈ ਐਡੀ ਗੱਲ ਨਹੀਂ, ਜਿੰਨੀ ਰੁਕਾਵਟ ਪਾਈ ਉਹ ਬੰਦੇ ਨਹੀਂ ਪਾਈ ਹੋਈ ਆਪ ਹੀ। ਅੱਛਾ, ਇਹ 108 ਜਿਹੜੀ ਆ ਕਰਮ ਭੂਮੀ, ਇਹ ਆਪਣੇ ਜਾਣ ਤੋਂ ਬਾਅਦ ਮੈਂ ਕਿਤੇ ਸੁਣਿਆ ਸੀ ਵੀ ਇਹਨਾਂ ਨੇ ਕੋਈ ਯੂਨੀਵਰਸਿਟੀ ਦੇ ਬੱਚਿਆਂ ਨੂੰ ਦਾਨ ਕੀਤੀ। ਇਹਦੇ ਬਾਰੇ ਨਹੀਂ, ਉਹ ਮੈਂ ਹਾਲੇ ਦਿੱਤੀ ਨਹੀਂ, ਸੋਚ ਰਿਹਾ। ਮੈਂ ਚਾਹੁੰਦਾ ਕਿ ਵੀ ਇਹ ਕਿਤੇ ਕੰਮ ਆ ਜਾਏ, ਕਿਉਂਕਿ ਨਹੀਂ ਤਾਂ ਸਮਾਜਿਕ ਪੱਧਰ 'ਤੇ ਇਹਨਾਂ ਵਾਸਤੇ ਘਰ ਹੀ ਹੈ। ਹੁਣ ਇੱਥੇ ਆਉਂਦੇ ਨੇ ਬੱਚੇ ਯੂਨੀਵਰਸਿਟੀਆਂ ਦੇ ਵੀ, ਸਕੂਲਾਂ ਕਾਲਜਾਂ ਦੇ ਵਿਜ਼ਿਟ ਕਰ ਜਾਂਦੇ ਨੇ, ਫੋਟੋ ਵੀ ਖਿੱਚ ਜਾਂਦੇ ਨੇ ਜਿੱਦਾਂ ਪਬਲਿਕ ਪਲੇਸ। ਮੈਂ ਚਾਹੁੰਦਾ ਕਿ ਮੇਰੇ ਪਿੱਛੋਂ ਇਹ ਕਿਤੇ ਕੁਝ ਬਣ ਜਾਏ, ਭਾਵੇਂ ਮੇਰੇ ਨਾਂ 'ਤੇ ਵੀ ਨਾ ਰੱਖੋ, ਲੇਕਿਨ ਸੰਭਾਲਿਆ ਰਹੇ ਕੰਮ, ਸੰਭਾਲਿਆ ਰਹੇ। ਭਲੇ ਇੰਨੀ ਗੱਲ ਕਰ ਰਿਹਾ ਮੈਂ, ਦੇਖੋ।